वाहिगुरू जी का खालसा वाहिगुरू जी की फतेह। परम सन्मानयोग गुरु प्यारे गुरु सवारे अज की गुरमत क्लास में हाज़री भर रहे सतसंगी जनों, आप सारिਆਂ ਨੂੰ ਅੱਜ ਦੀ ਇਸ ਕਲਾਸ ਵਿੱਚ ਜੀ ਆਇਆਂ। ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਗੁਰੂ ਦੀਆਂ ਕਥਾ ਕਹਾਣੀਆਂ ਕਰਨ ਦਾ ਸੁਣਨ ਦਾ ਸਮਾਂ ਮਿਲਦਾ ਹੈ। ਮਨੁੱਖੀ ਜੀਵਨ ਦਾ ਉਹੀ ਸਮਾਂ ਲੇਖੇ ਵਿੱਚ ਹੈ ਜਿਸ ਵਿੱਚ ਕੀਰਤੀ ਕੀਤੀ ਜਾਏ। ਕਿਰਤ ਤਾਂ ਅਸੀਂ ਕਰਦੇ ਹੀ ਹਾਂ, ਪਰ ਕਿਰਤ ਵਿੱਚ ਕੀਰਤੀ ਨੂੰ ਪਾਉਣਾ ਬੜਾ ਜ਼ਰੂਰੀ ਹੈ। ਕੀਰਤੀ ਕਿਰਤ ਵਿੱਚ ਹੋਵੇਗੀ ਤਾਂ ਇਹ ਕਿਰਤ ਵੀ ਪ੍ਰਵਾਨ ਹੋ ਜਾਂਦੀ ਹੈ। ਉਹ ਸਮਾਂ ਜਿਹੜਾ ਕੀਰਤੀ ਵਿੱਚ ਲੱਗਦਾ ਹੈ ਉਹ ਗੁਰੂ ਘਰ ਵਿੱਚ ਪ੍ਰਵਾਨ ਮੰਨਿਆ ਜਾਂਦਾ ਹੈ। ਤਾਂ ਇਸ ਸਮੇਂ ਨੂੰ ਹੀ ਦੇਖਦਿਆਂ ਹੋਇਆਂ ਅਸੀਂ ਇਸ ਗੁਰਮਤ ਕਲਾਸਾਂ ਨੂੰ ਸ਼ੁਰੂ ਕੀਤਾ ਸੀ। ਇਹਨਾਂ ਗੁਰਮਤ ਕਲਾਸਾਂ ਵਿੱਚ ਅਸੀਂ ਗੁਰਬਾਣੀ ਦੀ, ਸਿੱਖ ਇਤਿਹਾਸ ਦੀ, ਗੁਰਮਤ ਫਿਲਾਸਫੀ ਦੇ ਹੋਰ ਵਿਸ਼ਿਆਂ 'ਤੇ ਲੜੀਵਾਰ ਵਿਚਾਰਾਂ ਕਰਦੇ ਚੱਲੇ ਆ ਰਹੇ ਹਾਂ। ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਜੋ ਰਾਮਕਲੀ ਰਾਗ ਵਿੱਚ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 917 ਤੋਂ ਆਰੰਭ ਹੁੰਦੀ ਹੈ। ਉਸ ਬਾਣੀ ਦੀ ਵਿਚਾਰ ਅਸੀਂ ਸ਼ੁਰੂ ਕਰ ਰਹੇ ਹਾਂ। 37 ਪੌੜੀਆਂ ਤੱਕ ਵਿਚਾਰ ਹੋ ਚੁੱਕੀ ਹੈ। ਅੱਜ ਉਸ ਤੋਂ ਬਾਅਦ 38ਵੀਂ ਪੌੜੀ ਤੋਂ ਵਿਚਾਰ ਸ਼ੁਰੂ ਹੋਣੀ ਹੈ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਤੋ ਇਹ ਵਿਚਾਰ ਵੀਰ ਪ੍ਰਭ ਕੀਰਤਨ ਸਿੰਘ ਜੀ ਸੇਵਾ ਨਿਭਾ ਰਹੇ ਹਨ। ਤੋ ਮੈਂ ਵੀਰ ਪ੍ਰਭ ਕੀਰਤਨ ਸਿੰਘ ਜੀ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਇਹ 38ਵੀਂ ਪੌੜੀ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ, 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਇਹਦੀ ਵਿਚਾਰ ਆਰੰਭ ਕਰਨ ਵੀਰ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓੰਕਾਰ ਕਰਤਾ ਪੁਰਖ ਨਿਰਭਉ ਅਕਾਲ ਮੂਰਤ ਅਜੂਨੀ ਸੈਭੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿਵੇਂ ਕਿ ਵੀਰ ਜੀ ਨੇ ਆਪ ਜੀ ਨੂੰ ਦੱਸਿਆ ਕਿ ਅੱਜ 38ਵੀਂ ਪੌੜੀ ਦੇ ਵਿਚਾਰ ਆਪਾਂ ਸ਼ੁਰੂ ਕਰਨੀ ਹੈ ਜੀ। 37 ਪੌੜੀਆਂ ਤੱਕ ਆਪਾਂ ਵਿਚਾਰ ਕਰ ਚੁੱਕੇ ਹਾਂ ਤੇ ਅੱਗੇ ਵਿਚਾਰ ਕਰਨ ਤੋਂ ਪਹਿਲਾਂ ਆਓ ਇੱਕ ਵਾਰੀ ਇਸ ਪੌੜੀ ਦਾ ਪਾਠ ਕਰ ਲਈਏ ਜੀ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ, 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਤੈ ਅਨੇਕ ਰੂਪ ਨਾਉ ਨਵ ਨਿਧ, ਤਿਸ ਦਾ ਅੰਤ ਨ ਜਾਈ ਪਾਇਆ। ਕਹੈ ਨਾਨਕ ਹਰ ਪਿਆਰੇ, ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਪਿੱਛੇ ਜੋ 2 ਪੌੜੀਆਂ ਦੀ ਆਪਾਂ ਵਿਚਾਰ ਕੀਤੀ ਹੈ, ਉਹਨਾਂ ਵਿੱਚ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਤਾਂ ਉਹੀ ਕੀਤਾ ਹੈ ਕਿ ਅਸੀਂ ਆਨੰਦ ਦੀ ਅਵਸਥਾ ਤੱਕ ਕਿਸ ਤਰ੍ਹਾਂ ਪਹੁੰਚਣਾ। ਪਰ ਉਹਨਾਂ ਨੇ ਪਿੱਛੇ 2 ਪੌੜੀਆਂ ਦੇ ਵਿੱਚ ਸਾਧਨ ਬਣਾਇਆ ਸੀ ਇਸ ਸਰੀਰ ਦੇ ਅੰਗਾਂ ਨੂੰ, ਜਾਂ ਇੰਦਰੀਆਂ ਨੂੰ ਕਹਿ ਲਈਏ, ਜਿਨ੍ਹਾਂ ਰਾਹੀਂ ਅਸੀਂ ਕੋਈ ਕਰਮ ਕਰਦੇ ਹਾਂ। ਨੇਤਰਾਂ ਦੀ ਗੱਲ ਕੀਤੀ ਸੀ ਸਤਿਗੁਰੂ ਜੀ ਨੇ।
ਤੇ ਫਿਰ ਸਤਿਗੁਰੂ ਜੀ ਨੇ ਸਰਵਣ ਭਾਵ ਕੰਨਾਂ ਦੀ ਗੱਲ ਕੀਤੀ ਸੀ। ਤੇ ਸਤਿਗੁਰੂ ਜੀ ਨੇ ਉਪਦੇਸ਼ ਉਹੀ ਦਿੱਤਾ ਸੀ ਕਿ ਜਦੋਂ ਅਸੀਂ ਕੰਨਾਂ ਦਾ, ਅੱਖਾਂ ਦਾ ਸਹੀ ਇਸਤੇਮਾਲ ਕਰਾਂਗੇ, ਸਹੀ ਇਸਤੇਮਾਲ ਸਿਰਫ ਅਸੀਂ ਕੇਵਲ ਅਧਿਆਤਮਕ ਤੌਰ ਤੇ ਹੀ ਨਹੀਂ, ਕਿਉਂਕਿ ਇਹ ਜੋ ਸਤਿਗੁਰੂ ਜੀ ਸਾਨੂੰ ਸਿੱਖਿਆ ਦੇ ਰਹੇ ਹਨ, ਇਹਨੂੰ ਅਸੀਂ ਕੰਪਾਰਟਮੈਂਟਸ ਵਿੱਚ ਨਹੀਂ ਵੰਡ ਸਕਦੇ ਕਿ ਇਹ ਸਿਰਫ ਸਾਡੇ ਆਤਮਿਕ ਜੀਵਨ ਦੀਆਂ ਸਿੱਖਿਆਵਾਂ ਤੇ ਇਹ ਸਾਡੇ ਦੁਨਿਆਵੀ ਜੀਵਨ ਦੀਆਂ ਸਿੱਖਿਆਵਾਂ, ਕਿਉਂਕਿ ਸਤਿਗੁਰੂ ਜੀ ਨੇ ਦੋਵਾਂ ਸਿੱਖਿਆਵਾਂ ਨੂੰ ਇੱਕੋ ਹੀ ਸੋਰਸ ਤੋਂ ਮੰਨਿਆ ਹੈ, ਔਰ ਇਹ ਨਹੀਂ ਮੰਨਿਆ ਕਿ ਸਾਡਾ ਦੁਨਿਆਵੀ ਜੀਵਨ ਜੋ ਹੈ ਉਹਦਾ ਅਸਰ ਸਾਡੇ ਅਧਿਆਤਮਕ ਜੀਵਨ ਦੇ ਉੱਤੇ ਨਹੀਂ ਪੈਂਦਾ, ਬਲਕਿ ਜੋ ਸੰਸਾਰਕ ਜੀਵਨ ਵੀ ਹੈ ਸਾਡਾ, ਉਹਦੇ ਵਿੱਚ ਵੀ ਜਦੋਂ ਸਤਿਗੁਰੂ ਜੀ ਨੇ ਉਪਦੇਸ਼ ਕਰਨਾ ਹੁੰਦਾ ਸੀ ਤਾਂ ਉਹ ਅਧਿਆਤਮਕ ਜੀਵਨ ਵਾਲੀ ਸ਼ਬਦਾਵਲੀ ਦੇ ਵਿੱਚ ਹੀ ਕਰਦੇ ਸੀ। ਆਪਾਂ ਇੱਕ ਉਦਾਹਰਨ ਲੈ ਲਈਏ ਕਿ ਜਿਵੇਂ ਆਨੰਦ ਕਾਰਜ ਦੇ ਸਮੇਂ ਅਸੀਂ ਲਾਵਾਂ ਦਾ ਪਾਠ ਕਰਦੇ ਹਾਂ। ਹੁਣ ਜੇ ਲਾਵਾਂ ਦੇ ਜੋ 4 ਪੌੜੀਆਂ ਹਨ, ਉਹਨਾਂ ਦੀ ਅਗਰ ਅਸੀਂ ਸਟੱਡੀ ਕਰੀਏ ਤਾਂ ਉਹਦੇ ਵਿੱਚ ਜਿਸ ਮੌਕੇ ਦੇ ਉੱਤੇ ਅਸੀਂ ਇਹਨਾਂ ਦਾ ਪਾਠ ਕਰਦੇ ਹਾਂ, ਉਸ ਮੌਕੇ ਨਾਲ ਸਿੱਧਾ ਸੰਬੰਧ ਸਾਨੂੰ ਕੋਈ ਨਹੀਂ ਮਿਲਦਾ। ਪਰ ਹਾਂ, ਗੱਲ ਉਹਦੇ ਵਿੱਚ ਵੀ ਪਤੀ ਤੇ ਪਤਨੀ, ਪ੍ਰਭੂ ਪਤੀ ਪਰਮੇਸ਼ਵਰ ਦੀ ਤੇ ਜੀਵ ਇਸਤਰੀ ਦੇ ਮਿਲਾਪ ਦੀ ਗੱਲ ਕੀਤੀ ਗਈ ਹੈ, ਉਹਦੀਆਂ ਅਵਸਥਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਤੇ ਸਾਨੂੰ ਇਉਂ ਸਮਝ ਲਈਏ ਕਿ ਸਤਿਗੁਰੂ ਜੀ ਅਧਿਆਤਮਕ ਉਪਦੇਸ਼ ਕਰਦੇ ਹੋਏ ਉਸੇ ਹੀ ਉਪਦੇਸ਼ ਨੂੰ ਆਪਣੇ ਸੰਸਾਰਕ ਜੀਵਨ ਵਿੱਚ ਉਹਦੇ ਤੋਂ ਹੀ ਸੇਧ ਲੈਣ ਦੀ ਜੋ ਸਤਿਗੁਰੂ ਜੀ ਸਿੱਖਿਆ ਦਿੰਦੇ ਹਨ ਉਹਦੇ ਵਿੱਚ। ਇਸੇ ਤਰ੍ਹਾਂ ਹੀ ਇੱਥੇ ਵੀ ਸਤਿਗੁਰੂ ਜੀ ਨੇ ਅੱਖਾਂ ਦਾ ਤੇ ਕੰਨਾਂ ਦਾ ਜ਼ਿਕਰ ਕਰਕੇ ਸਾਨੂੰ ਦੋਵਾਂ ਮਤਲਬ ਸਾਡੇ ਜੀਵਨ ਦੇ ਦੋਨੋਂ ਪੱਖਾਂ ਦੀ ਗੱਲ ਕੀਤੀ ਹੈ ਕਿ ਜਦੋਂ ਤੱਕ, ਜਿਵੇਂ ਉਹਨਾਂ ਨੇ ਕਿਹਾ ਕਿ ਨੇਤਰਾਂ ਨੂੰ ਕਿਹਾ ਕਿ ਜਦੋਂ ਤੱਕ ਤੁਸੀਂ ਇਸ ਸੰਸਾਰ ਨੂੰ ਵੀ ਹਰੀ ਦਾ ਰੂਪ ਨਹੀਂ ਮੰਨਦੇ, ਉਦੋਂ ਤੱਕ ਤੁਸੀਂ ਆਨੰਦ ਤੱਕ ਨਹੀਂ ਪਹੁੰਚ ਸਕਦੇ। ਤਾਂ ਹੁਣ ਗੱਲ ਇਹ ਹੋ ਗਈ ਕਿ ਜੇ ਸੰਸਾਰ ਨੂੰ ਹੀ ਹਰੀ ਦਾ ਰੂਪ ਮੰਨਣਾ ਹੈ, ਹਰ ਵਿਅਕਤੀ ਦੇ ਅੰਦਰ ਅਸੀਂ ਪ੍ਰਭੂ ਦੀ ਜੋਤ ਵੇਖਣੀ ਹੈ, ਫਿਰ ਅਸੀਂ ਦੁਨਿਆਵੀ ਜੀਵਨ ਦੇ ਉੱਤੇ ਇਸ ਅਧਿਆਤਮਕ ਜੋ ਉਪਦੇਸ਼ ਹੈ ਇਹਦਾ ਕੀ ਅਸਰ, ਕਿੰਨਾ ਵਿਸ਼ਾਲ ਅਸਰ ਹੋਏਗਾ, ਉਹ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ। ਤਾਂ ਅਸੀਂ ਇਹੋ ਸਮਝ ਲਈਏ ਕਿ ਜਿਵੇਂ ਬਾਕੀ ਥਾਵਾਂ ਦੇ ਉੱਤੇ ਜੀਵਨ ਨੂੰ ਵੱਖਰੇ ਵੱਖਰੇ ਉਹਦੇ ਵਿੱਚ ਵੰਡਿਆ ਹੋਇਆ ਸੀ, ਆਸ਼ਰਮਾਂ ਦੇ ਵਿੱਚ ਵੰਡਿਆ ਸੀ, ਵੱਖਰੀਆਂ ਵੱਖਰੀਆਂ ਸਟੇਜਸ ਦੇ ਵਿੱਚ ਵੰਡਿਆ ਸੀ, ਕਦੀ ਇੱਕ ਚੀਜ਼ ਪ੍ਰਧਾਨ ਹੈ, ਕਦੀ ਦੂਜੀ। ਇੱਥੇ ਸਤਿਗੁਰੂ ਜੀ ਦੋਵਾਂ ਨੂੰ ਮਤਲਬ ਇਸ ਢੰਗ ਦੇ ਨਾਲ ਇਕੱਠੇ ਰੱਖਦੇ ਹਨ, ਔਰ ਪਹਿਲ ਜਿਹੜੀ ਹੈ ਉਹ ਸਾਡੇ ਆਤਮਿਕ ਜੀਵਨ ਦੀ ਜੋ ਨਿਯਮ ਹਨ, ਪ੍ਰਿੰਸੀਪਲਸ ਹਨ, ਸਿਧਾਂਤ ਹਨ, ਉਹਨਾਂ ਨੂੰ ਦਿੰਦੇ ਹਨ ਤੇ ਉਹਨਾਂ ਨੂੰ ਹੀ ਦੂਜੇ ਜੀਵਨ ਦੇ ਵਿੱਚ ਲਾਗੂ ਕਰਨ ਦੇ ਲਈ ਕਹਿੰਦੇ ਹਨ, ਉਹਨਾਂ ਤੋਂ ਹੀ ਸੇਧ ਲੈਣ ਲਈ ਕਹਿੰਦੇ ਹਨ। ਤਾਂ ਸਤਿਗੁਰੂ ਜੀ ਨੇ ਕਿਹਾ ਜਦੋਂ ਤੱਕ ਤੁਸੀਂ ਇਸ ਜਗਤ ਦੇ ਵਿੱਚ ਹਰ ਥਾਂ ਤੇ ਹਰ ਜੀਵ ਦੇ ਅੰਦਰ ਪ੍ਰਭੂ ਨੂੰ ਵਰਤਦਾ ਨਹੀਂ ਦੇਖੋਗੇ ਤਾਂ ਉਦੋਂ ਤੱਕ ਤੁਸੀਂ ਆਨੰਦ ਤੱਕ ਨਹੀਂ ਪਹੁੰਚ ਸਕਦੇ। ਤੇ ਜੇ ਹਰ ਥਾਂ ਤੇ ਪ੍ਰਭੂ ਨੂੰ ਵਰਤਦਾ ਵੇਖਣਾ ਹੈ ਤੇ ਸੰਸਾਰਕ ਜੀਵਨ ਦੇ ਨਿਯਮ, ਆਮ ਜੋ ਨਿਯਮ ਅਸੀਂ ਸਮਝਦੇ ਹਾਂ, ਉਸ ਤੋਂ ਬਿਲਕੁਲ ਬਦਲ ਗਏ। ਇਸੇ ਤਰ੍ਹਾਂ ਹੀ ਸਤਿਗੁਰੂ ਜੀ ਨੇ ਕੰਨਾਂ ਦੀ ਗੱਲ ਕੀਤੀ ਹੈ, ਔਰ ਇਹਨਾਂ ਦੋਹਾਂ ਦੇ ਰਾਹੀਂ ਸਾਨੂੰ ਉਪਦੇਸ਼ ਇਹ ਦਿੱਤਾ ਹੈ ਕਿ ਜਦੋਂ ਤੱਕ ਆਨੰਦ ਦੀ ਪ੍ਰਾਪਤੀ ਦਾ ਸਾਡਾ ਯਤਨ ਸੰਸਾਰਕ ਜੀਵਨ, ਆਤਮਿਕ ਜੀਵਨ ਦੋਹਾਂ ਦੇ ਵਿੱਚ ਸੁਮੇਲ ਕਰਕੇ, ਦੋਹਾਂ ਦੇ ਵਿੱਚ ਲਾਗੂ ਕਰਕੇ ਆਪਣੀ ਇਸ ਜੋ ਸਰਚ ਹੈ, ਆਪਣੀ ਇਹ ਜੋ ਸਾਧਨਾ ਹੈ, ਉਹਨੂੰ ਅਸੀਂ ਨਹੀਂ ਜੀਵਾਂਗੇ, ਉਦੋਂ ਤੱਕ ਅਸੀਂ ਆਨੰਦ ਦੀ ਪ੍ਰਾਪਤੀ ਨਹੀਂ ਕਰ ਸਕਦੇ। ਤੇ ਹੁਣ ਸਤਿਗੁਰੂ ਅੱਗੇ ਤੁਰਦੇ ਹਨ, ਕਿਉਂਕਿ ਇਸ ਪੌੜੀ ਦੇ ਵਿੱਚ ਵੀ ਸਤਿਗੁਰੂ ਜੀ ਨੇ ਇਸੇ ਤਰ੍ਹਾਂ ਹੀ ਸਾਨੂੰ ਸੇਧ ਦਿੱਤੀ ਹੈ। ਸਤਿਗੁਰੂ ਕਹਿੰਦੇ ਹਨ ਕਿ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਏ। ਉਸ ਹਰੀ ਪ੍ਰਭੂ ਨੇ, ਹਰ ਨੇ ਜੀਉ ਭਾਵ ਜੋ ਸਾਡੀ ਜਿੰਦ ਹੈ, ਸਾਡੀ ਜੀਵਨ ਸ਼ਕਤੀ ਹੈ,
ਜੋ ਸਾਡੇ ਅੰਦਰ ਜੋਤ, ਸਤਿਗੁਰੂ ਜੀ ਕਹਿ ਰਹੇ ਹਨ ਕਿ ਜੋ ਉਸ ਪ੍ਰਭੂ ਨੇ ਆਪ ਆਪਣੀ ਜੋਤ ਟਿਕਾਈ ਹੈ, ਉਹਨੂੰ ਇੱਕ ਇਉਂ ਸਮਝੋ ਕਿ ਗੁਫਾ ਦੇ ਵਿੱਚ ਟਿਕਾ ਲਿਆ, ਇਸ ਸਰੀਰ ਰੂਪੀ ਗੁਫਾ ਦੇ ਵਿੱਚ। ਗੁਫਾਵਾਂ ਦੇ ਵਿੱਚ ਬੈਠ ਕੇ ਜੋਗੀ, ਤਪਸਵੀ, ਤਿਆਗੀ ਇਹ ਸਾਰੇ ਤਪ ਕਰਦੇ ਸਨ, ਸਾਧਨਾ ਕਰਦੇ ਸਨ। ਤੇ ਸਤਿਗੁਰੂ ਜੀ ਕਹਿ ਰਹੇ ਹਨ ਇਹ ਜੋ ਜੀਓ ਹੈ ਇਹਨੂੰ ਵੀ ਗੁਫਾ ਦੇ ਅੰਦਰ, ਕਿਉਂਕਿ ਸਤਿਗੁਰੂ ਜੀ ਨੇ ਇਸ ਜਗਤ ਨੂੰ ਧਰਮਸਾਲ ਕਿਹਾ ਹੈ, ਤੇ ਜਿੱਥੇ ਬੈਠ ਕੇ ਆਤਮਿਕ ਜੀਵਨ ਦੀ ਸਾਧਨਾ ਕੀਤੀ ਜਾਵੇ ਉਹਨੂੰ ਉਹ ਗੁਫਾ ਕਹਿੰਦੇ ਹਨ। ਤੇ ਸਤਿਗੁਰੂ ਜੀ ਕਹਿੰਦੇ ਹਨ ਇਹਨੂੰ ਗੁਫਾ ਹੀ ਸਮਝੋ। ਇਹ ਇੱਕ ਗੁਫਾ ਰੂਪੀ ਸਰੀਰ ਹੈ ਜਿਸ ਦੇ ਅੰਦਰ ਜੀਓ ਨੂੰ ਟਿਕਾ ਕੇ ਰੱਖ ਕੇ ਸਤਿਗੁਰੂ ਜੀ ਕਹਿ ਰਹੇ ਹਨ ਕਿ ਇਹ ਸਾਡੇ ਜੀਵਨ ਦੀ ਕਿਰਿਆ ਚਲਾਈ ਹੈ। ਵਾਜਾ ਪਵਨ ਵਜਾਇਆ। ਹੁਣ ਪਵਨ ਸਾਹ ਦੀ ਗੱਲ ਹੈ, ਸਾਡੇ ਜੀਵਨ ਦੀ ਸੱਤਾ ਜਿਹਨੂੰ ਪ੍ਰਾਣ ਕਿਹਾ ਜਾਂਦਾ ਹੈ ਸਾਡੀ ਭਾਸ਼ਾ ਦੇ ਵਿੱਚ, ਉਹਨੂੰ ਪਵਨ ਵੀ ਕਿਹਾ ਜਾਂਦਾ ਹੈ। ਪਰ ਪਵਨ ਦਾ ਇੱਥੇ ਜੋ ਸਤਿਗੁਰੂ ਜੀ ਕਹਿ ਰਹੇ ਹਨ ਉਹ ਵਾਜਾ ਪਵਨ ਵਜਾਇਆ ਕਿ ਸਾਨੂੰ ਜੋ ਬੋਲਣ ਦੀ ਸ਼ਕਤੀ ਦਿੱਤੀ ਹੈ। ਕਿਉਂਕਿ ਅੱਗੇ ਸਤਿਗੁਰੂ ਜੀ ਫਿਰ ਦੁਬਾਰਾ ਉਹਦਾ ਜ਼ਿਕਰ ਕਰਦੇ ਹਨ, ਵਜਾਇਆ ਵਾਜਾ ਪੌਣ 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਸਤਿਗੁਰੂ ਜੀ ਕਹਿੰਦੇ ਹਨ ਕਿ ਅੰਦਰ ਜੀਵਨ ਦੀ ਸ਼ਕਤੀ ਪਾ ਦਿੱਤੀ, ਬੋਲਣ ਦੀ ਸ਼ਕਤੀ ਪਾ ਦਿੱਤੀ, ਤੇ ਬਾਕੀ ਹੋਰ ਕੰਮ ਕਰਨ ਦੇ ਲਈ ਜੋ 9 ਇੰਦਰੀ ਜਾਂ 9 ਗੋਲਕਾਂ ਜਿਹੜੀਆਂ ਹਨ ਸਤਿਗੁਰੂ ਜੀ ਕਹਿੰਦੇ ਹਨ ਕਿ ਉਹ ਪ੍ਰਗਟ ਤੌਰ ਦੇ ਉੱਤੇ ਉਹ ਸਾਡੇ ਸਾਹਮਣੇ ਰੱਖ ਦਿੱਤੀਆਂ, ਕਿਉਂਕਿ ਉਹਨਾਂ ਤੋਂ ਅਸੀਂ ਇਹ ਜੀਵਨ ਜਿਉਣਾ ਹੈ, ਉਹਦੇ ਚ ਕੰਮ ਲੈਣਾ। ਸਤਿਗੁਰੂ ਕਹਿ ਰਹੇ ਹਨ ਕਿ 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਇਹ ਜੋ ਸ਼ਬਦਾਵਲੀ ਹੈ 9 ਦੁਆਰੇ ਦੀ, 10ਵੇਂ ਜਾਂ 10ਮ ਦੁਆਰ ਦੀ, 10ਵੇਂ ਦੁਆਰ ਦੀ, ਇਹ ਸ਼ਬਦਾਵਲੀ ਇਹ ਗੁਰਮਤਿ ਦੇ ਵਿੱਚ ਵਰਤੀ ਬਹੁਤ ਵਾਰ ਗਈ ਹੈ, ਪਰ ਇਹ ਆਮ ਪ੍ਰਚਲਿਤ ਹੈ ਕਿਸੇ ਨਾ ਕਿਸੇ ਢੰਗ ਦੇ ਵਿੱਚ, ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਦੇਸ਼ ਦੀਆਂ ਸਾਰੀਆਂ ਵਿਚਾਰਧਾਰਾਵਾਂ ਦੇ ਵਿੱਚ ਇਹਨਾਂ ਦਾ ਜ਼ਿਕਰ ਆ ਜਾਂਦਾ ਹੈ। ਕਿਉਂਕਿ ਜਿਹੜੀਆਂ 9 ਗੋਲਕਾਂ 9 ਦੁਆਰੇ ਨੇ, ਇਹੀ ਉਹ ਦੁਆਰੇ ਹਨ, ਇਹੀ ਉਹ ਕਿਰਿਆਵਾਂ ਕਰਨ ਦੀਆਂ ਸ਼ਕਤੀਆਂ ਹਨ ਜਿਨ੍ਹਾਂ ਦੇ ਰਾਹੀਂ ਅਸੀਂ ਇਸ ਜਗਤ ਦੇ ਵਿੱਚ ਮਾਇਆ ਦੇ ਵਿੱਚ ਮਗਨ ਹੋ ਕੇ ਬਾਕੀ ਸਭ ਕੁਝ ਭੁੱਲ ਜਾਂਦੇ। ਤੇ ਜਦੋਂ ਇਹ ਗੱਲ ਕਰਨੀ ਹੁੰਦੀ ਹੈ ਕਿ ਅਸੀਂ ਕਿਸ ਚੀਜ਼ ਨੂੰ ਭੁੱਲੇ ਹਾਂ, ਤਾਂ ਉਦੋਂ ਜਦੋਂ ਜ਼ਿਕਰ ਕਰਨਾ ਹੁੰਦਾ ਹੈ ਤਾਂ 10ਵੇਂ ਦੁਆਰ ਦੀ ਗੱਲ ਕੀਤੀ ਜਾਂਦੀ ਹੈ, ਜਾਂ ਹੋਰ ਵੀ ਸ਼ਬਦਾਵਲੀਆਂ ਕਈ ਵਰਤੀਆਂ ਜਾਂਦੀਆਂ ਹਨ ਜਿਹਦਾ ਤੁਰਿਆ ਅਵਸਥਾ ਹੈ। ਉਹ ਨੀਂਦ ਦੀ ਕਿਰਿਆਵਾਂ 3 ਕਿਸਮ ਦੀਆਂ ਨੀਂਦਾਂ ਮੰਨੀਆਂ ਗਈਆਂ, ਜਾਗ ਤੇ ਨੀਂਦ ਤੇ ਸੁਸ਼ੁਪਤੀ, ਤੇ ਇਹ ਚੌਥੀ ਜਿਹੜੀ ਕਿਸਮ ਹੈ ਉਹਨੂੰ ਤੁਰਿਆ ਕਹਿ ਦਿੱਤਾ ਗਿਆ। ਇਸੇ ਤਰ੍ਹਾਂ ਹੀ ਇੱਥੇ 9 ਤੋਂ ਅਗਲੀ ਅਵਸਥਾ ਜਿਹੜੀ ਆ ਉਹਨੂੰ 10ਵੀਂ ਕਹਿ ਦਿੱਤਾ ਗਿਆ। ਇਹ ਜਦੋਂ ਅਸੀਂ 9 ਇੰਦਰੀਆਂ ਦੇ ਵਿੱਚ ਜੋ ਮਾਇਆ ਦੀ ਪਕੜ ਹੈ, ਉਸ ਮਾਇਆ ਦੀ ਪਕੜ ਤੋਂ ਅੱਗੇ ਚੱਲ ਕੇ ਜਦੋਂ ਅਸੀਂ ਅਗਲੀ ਅਵਸਥਾ, ਉੱਚ ਅਵਸਥਾ ਦੇ ਵਿੱਚ ਪਹੁੰਚਦੇ ਹਾਂ ਤਾਂ ਉਹਨੂੰ 10ਵਾਂ ਦੁਆਰ ਕਹਿ ਦਿੱਤਾ ਜਾਂਦਾ। ਇਸ 10ਵੇਂ ਦੁਆਰ ਦੇ ਬਾਰੇ ਸਾਡੇ ਵਿੱਚ 2 ਵਿਚਾਰ ਮਿਲਦੇ ਹਨ। ਇੱਕ ਤਾਂ ਇਹ ਵਿਚਾਰ ਮਿਲਦਾ ਹੈ ਕਿ ਇਹਦੀ ਬਹੁਤ ਜ਼ਿਆਦਾ ਮਹੱਤਤਾ ਹੈ। ਇਹ ਸਤਿਗੁਰੂ ਜੀ ਨੇ ਸਾਨੂੰ 10ਵੇਂ ਦੁਆਰ ਦੇ ਵਿੱਚ ਇਹ ਅਵਸਥਾ ਤੱਕ ਪਹੁੰਚਣ ਦਾ ਉਪਦੇਸ਼ ਦਿੱਤਾ ਹੈ, ਤੇ ਸਿੱਖ ਦੇ ਜੀਵਨ ਦਾ ਤਾਂ ਮਕਸਦ ਹੀ ਜਿਹੜਾ ਹੈ ਉਹ 10ਮ ਦੁਆਰ ਖੋਲਣ ਤੱਕ, 10ਮ ਦੁਆਰ ਤੱਕ ਪਹੁੰਚਣ ਤੱਕ ਹੋਣਾ ਚਾਹੀਦਾ ਹੈ। ਪਰ ਇੱਕ ਅਜਿਹੇ ਵਿਚਾਰਵਾਨ ਵੀ ਹਨ ਜਿਹੜੇ ਇਹਨੂੰ ਕੋਈ ਖਾਸ ਮਹੱਤਤਾ ਨਹੀਂ ਦਿੰਦੇ, ਇਹਨੂੰ ਸਿੰਪਲੀ ਇਹੀ ਕਹਿ ਦਿੰਦੇ ਹਨ ਕਿ ਇਹ ਸਾਡੀ ਵਿਚਾਰ ਸ਼ਕਤੀ, ਅਨੁਭਵ ਸ਼ਕਤੀ ਦਾ ਕੇਂਦਰ ਹੈ, ਜਿਹਨੂੰ ਦਿਮਾਗ ਜਾਂ ਮਨ ਜਾਂ ਮਤ ਕਹਿ ਸਕਦੇ ਹਾਂ, ਜਾਂ ਉਹ ਕਹਿ ਲਓ ਕਿ ਦਿਮਾਗ ਹੀ ਹੈ ਜਿਹਨੂੰ 10ਮ ਦੁਆਰ ਕਹਿ ਦਿੱਤਾ ਜਾਂਦਾ ਹੈ। ਜਦ ਕਿ ਕਈ ਇਹਨੂੰ ਬਿਲਕੁਲ ਫਿਜ਼ੀਕਲੀ ਵੀ ਉੱਥੇ ਤੱਕ ਪਹੁੰਚਣਾ, ਉਹਨੂੰ ਖੋਲਣਾ, ਇਹ ਸਰੀਰ ਦੇ ਕਿਹੜੇ ਹਿੱਸੇ ਵਿੱਚ ਹੈ, ਉੱਥੇ ਤੱਕ ਕਿਸ ਤਰ੍ਹਾਂ ਪਹੁੰਚਣਾ ਹੈ, ਆਪਣੀ ਪ੍ਰਾਣਾਂ ਦੀ ਸ਼ਕਤੀ ਨੂੰ, ਜੀਵਨ ਦੀ ਸ਼ਕਤੀ ਨੂੰ ਉੱਥੇ ਤੱਕ ਪਹੁੰਚਾਉਣ ਲਈ ਕੀ ਸਾਧਨਾ ਕਰਨੀ ਹੈ, ਕਿਹੜੀਆਂ ਤਪੱਸਿਆਵਾਂ ਕਰਨੀਆਂ ਹਨ, ਇਹ ਸਾਰਾ ਕੁਝ ਜਿਹੜਾ ਹੈ ਉਹ ਇੱਕ ਪੱਖ ਦੇ ਉੱਤੇ ਇਹਨਾਂ ਚੀਜ਼ਾਂ ਦੇ ਉੱਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਕਿ ਕਿਸ ਢੰਗ ਦੇ ਨਾਲ ਆਪਣੇ ਜੀਵਨ ਨੂੰ, ਸਰੀਰ ਨੂੰ ਸਾਧ ਕੇ ਅਸੀਂ ਇਹਨੂੰ ਖੋਲਣਾ ਹੈ, ਤੇ ਦੂਜੇ ਪਾਸੇ ਇਹਨੂੰ ਇੱਕ ਸਿੰਪਲੀ ਐਕਸਪੀਰੀਅੰਸ ਦਾ ਕੇਂਦਰ ਮੰਨ ਕੇ ਤੇ ਉਹਦੀ ਵਿਆਖਿਆ ਕਰ ਦਿੱਤੀ ਜਾਂਦੀ ਹੈ।
ਪਰ ਖੈਰ ਇਹ ਕੁਝ ਵੀ ਹੋਵੇ, ਕਿਉਂਕਿ ਇਹ ਇੱਕ ਐਸਾ ਵਿਸ਼ਾ ਹੈ ਜਿਹਦਾ ਸ਼ਾਇਦ ਅਸੀਂ ਇੱਥੇ ਬੈਠ ਕੇ ਨਿਰਣਾ ਨਹੀਂ ਕਰ ਸਕਦੇ। ਇਹ ਦੋਨੋਂ ਵਿਚਾਰ ਬਹੁਤ ਮੁੱਦਤ ਤੋਂ ਚੱਲਦੇ ਆ ਰਹੇ ਹਨ ਤੇ ਚੱਲਦੇ ਰਹਿਣਗੇ। ਸਾਡਾ ਜੋ ਮਕਸਦ ਹੈ ਇੱਥੇ ਥੋੜੀ ਜਿਹੀ ਇੰਟਰੋਡਕਸ਼ਨ ਦੇਣ ਦਾ, ਕਿ ਅਸੀਂ ਇਸ ਪੌੜੀ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਜੋ ਉਪਦੇਸ਼ ਦਿੱਤਾ ਹੈ, ਉਹਦੇ 'ਚ ਜੋ ਸ਼ਬਦ ਵਰਤੇ ਹਨ, ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਸਮਝਣਾ ਹੈ। ਸਤਿਗੁਰੂ ਕਹਿ ਰਹੇ ਹਨ ਕਿ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਭਾਵ ਇਹ ਹੋ ਗਿਆ ਕਿ ਉਸ ਪ੍ਰਭੂ ਪਰਮਾਤਮਾ ਨੇ ਸਾਡੀ ਸਰੀਰ ਰੂਪੀ ਗੁਫਾ ਦੇ ਅੰਦਰ ਜੀਵ ਨੂੰ ਰੱਖ ਕੇ, ਇੱਥੇ ਟਿਕਾ ਕੇ, ਇਸ ਸਰੀਰ ਨੂੰ ਚਲਦਾ ਕਰ ਦਿੱਤਾ, ਇਹਦੇ ਵਿੱਚ ਤਾਕਤ ਦੇ ਦਿੱਤੀ, ਇਹਨੂੰ ਚਲਾ ਦਿੱਤਾ, ਔਰ ਸਾਨੂੰ ਬੋਲਣ ਦੀ ਵੀ ਤਾਕਤ ਦੇ ਦਿੱਤੀ, ਕਿਉਂਕਿ ਸ਼ਬਦ ਵਰਤਿਆ ਗਿਆ ਹੈ ਵਾਜਾ ਪਾਉਣ ਵਜਾਇਆ। ਵਾਜਾ ਦਾ ਭਾਵ ਬੋਲਣ ਦੀ ਸ਼ਕਤੀ, ਆਵਾਜ਼ ਪੈਦਾ ਕਰਨ ਦੀ ਸ਼ਕਤੀ, ਤੇ ਸਾਡੀ ਆਵਾਜ਼ ਪੈਦਾ ਕਰਨ ਦੀ ਸ਼ਕਤੀ ਵੀ ਪਾਉਣ ਦੇ ਸਹਾਰੇ ਹੀ ਹੈ, ਕਿਉਂਕਿ ਹਵਾ ਜਦੋਂ ਸਾਡੇ ਸਰੀਰ ਦੇ ਵਿੱਚੋਂ ਸਾਡੀਆਂ ਵੋਕਲ ਕਾਰਡਸ ਵਿੱਚੋਂ ਲੰਘਦੀ ਹੈ ਤਾਂ ਇਹ ਆਵਾਜ਼ ਪੈਦਾ ਹੁੰਦੀ ਹੈ। ਤਾਂ ਇਹ ਅਸੀਂ ਦੋਵੇਂ ਹੀ ਅਰਥ ਅਗਰ ਲੈ ਲਈਏ ਤੇ ਸਤਿਗੁਰੂ ਕਹਿ ਰਹੇ ਹਨ ਕਿ ਜਦੋਂ ਇਸ ਸਰੀਰ ਨੂੰ ਚਲਾਇਆ, ਇਹਦੇ ਅੰਦਰ ਜਿਹੜੀ ਸਭ ਤੋਂ ਉੱਤਮ ਜਿਹੜੀ ਬੋਲਣ ਦੀ ਸ਼ਕਤੀ ਰੱਖੀ, ਤਾਂ ਨੌ ਦੁਆਰੇ ਪ੍ਰਗਟ ਕੀ। ਇਹ ਉਹ ਨੌ ਦੁਆਰੇ ਹਨ ਜਿਨ੍ਹਾਂ ਦੇ ਰਾਹੀਂ ਅਸੀਂ ਆਪਣੇ ਜੀਵਨ ਦੀ ਕਿਰਿਆ ਜੀਣੀ ਹੈ। ਇਹ ਸਾਨੂੰ ਸਤਿਗੁਰੂ ਜੀ ਕਹਿ ਰਹੇ ਹਨ ਕਿ ਉਹਨਾਂ ਨੇ ਉਹ ਪ੍ਰਗਟ ਕਰਕੇ ਸਾਨੂੰ ਸਹੂਲਤਾਂ ਦੇ ਦਿੱਤੀਆਂ, ਜਿਹਦੇ ਨਾਲ ਅਸੀਂ ਦੁਨਿਆਵੀ ਜੀਵਨ ਜਿਉਣਾ ਹੈ। ਹੱਥ, ਕੰਨ, ਨੱਕ, ਤੋਂ ਇਹ ਸਾਰੇ ਜਿਹੜੇ ਨੌ ਦੁਆਰੇ ਮੰਨੇ ਗਏ ਹਨ, ਇਹ ਸਾਡੇ ਜੀਵਨ ਦੀ ਕਿਰਿਆ ਨੂੰ ਸੁਚਾਰੂ ਰੂਪ ਦੇ ਵਿੱਚ, ਸਮੂਦਲੀ ਚਲਾਉਣ ਦੇ ਵਿੱਚ ਇਹ ਸਾਡੇ ਮਦਦਗਾਰ ਹਨ। ਇਹਨਾਂ ਤੋਂ ਬਿਨਾਂ ਅਸੀਂ ਜੀਵਨ ਨਹੀਂ ਜੀ ਸਕਦੇ। ਲੇਕਿਨ ਸਤਿਗੁਰੂ ਜੀ ਕਹਿੰਦੇ ਹਨ ਕਿ ਦਸਵਾਂ ਗੁਪਤ ਰਖਾਇਆ। ਇੱਕ ਸਾਡੀ ਸਹੂਲਤ ਉਹਨਾਂ ਨੇ, ਸਤਿਗੁਰੂ ਜੀ ਕਹਿ ਰਹੇ ਹਨ ਕਿ ਜਿਵੇਂ ਨੌ ਦੁਆਰਿਆਂ ਦੇ ਬਰਾਬਰ ਹੀ ਅਗਰ ਉਹਨੂੰ ਦੁਆਰ ਹੀ ਮੰਨ ਲਈਏ, ਤਾਂ ਇੱਕ ਇਹੋ ਜਿਹਾ ਵੀ ਸਤਿਗੁਰੂ ਜੀ ਕਹਿੰਦੇ ਹਨ ਕੇਂਦਰ ਸਰੀਰ ਦੇ ਵਿੱਚ ਰੱਖ ਦਿੱਤਾ ਉਹਨਾਂ ਨੇ, ਜਿਹੜਾ ਕਿ ਉਹਨਾਂ ਨੇ ਲੁਕਾ ਕੇ ਰੱਖ ਦਿੱਤਾ, ਜਿਹੜਾ ਸਾਨੂੰ ਆਪਣੀ ਐਫਰਟ ਕਰਕੇ ਉੱਥੇ ਤੱਕ ਪਹੁੰਚਣਾ ਪੈਣਾ। ਹੁਣ ਇੱਥੇ ਸਤਿਗੁਰੂ ਜ਼ਿਕਰ ਇਸ ਕਰਕੇ ਕਹਿ ਰਹੇ ਹਨ ਕਿ ਜੋ ਆਨੰਦ ਦਾ ਅਸੀਂ ਐਕਸਪੀਰੀਅੰਸ ਕਰਨਾ ਹੈ, ਉਹ ਨੌ ਦੁਆਰਿਆਂ ਦੇ ਰਾਹੀਂ ਨਹੀਂ ਹੋ ਸਕਦਾ। ਅਸੀਂ ਉਸ ਤੋਂ ਉੱਪਰ ਦੀ ਅਵਸਥਾ ਦੇ ਵਿੱਚ ਜਾਵਾਂਗੇ ਤੇ ਤਾਂ ਹੀ ਆਨੰਦ ਦੀ ਅਵਸਥਾ ਤੱਕ ਪਹੁੰਚ ਸਕਦੇ ਹਾਂ, ਕਿਉਂਕਿ ਇਹ ਸਰੀਰ ਤੋਂ ਉੱਪਰ ਦੀ ਅਵਸਥਾ ਦੀ ਗੱਲ ਹੈ, ਆਤਮਿਕ ਅਵਸਥਾ ਦੀ ਗੱਲ ਹੈ। ਤਾਂ ਇਹਨੂੰ ਗੁਪਤ ਦੁਆਰ ਕਿਹਾ ਹੈ, ਦਸਵਾਂ ਗੁਪਤ ਰੱਖਾ ਹੈ। ਪਰ ਇੱਥੇ ਤੱਕ ਪਹੁੰਚਣਾ ਕਿਵੇਂ ਹੈ? ਹੁਣ ਜਿਹੜੇ ਹੋਰ ਦਸਮ ਦੁਆਰ ਦੀ ਗੱਲ ਕਰਦੇ ਹਨ, ਇਹਦੇ ਲਈ ਉਹ ਬੜੀਆਂ ਬੜੀਆਂ ਤਕਨੀਕਾਂ, ਬੜੀ ਸਾਧਨਾ, ਬਹੁਤ ਕੁਝ ਦੱਸਦੇ ਹਨ। ਕਈਆਂ ਨੇ ਤੇ ਇਹਨਾਂ ਦੇ ਉੱਤੇ ਕਿਤਾਬਾਂ ਵੀ ਲਿਖ ਦਿੱਤੀਆਂ, ਤੇ ਕਈਆਂ ਨੇ ਇਹਨਾਂ ਦੇ ਬਾਰੇ ਵਿਸ਼ੇਸ਼ ਤੌਰ ਦੇ ਉੱਤੇ ਵੀ ਦਸਮ ਦੁਆਰ ਕਿਵੇਂ ਖੋਲਣਾ ਹੈ, ਇਹਦੀਆਂ ਵੱਲੋਂ ਟ੍ਰੇਨਿੰਗਸ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ, ਦੀਵਾਨ ਵੀ ਲਾਣੇ ਸ਼ੁਰੂ ਕਰ ਦਿੱਤੇ। ਪਰ ਸਤਿਗੁਰੂ ਜੀ ਕੀ ਕਹਿ ਰਹੇ ਹਨ, ਆਪਾਂ ਜੇ ਉਹਨੂੰ ਦੇਖੀਏ ਤਾਂ ਸਾਨੂੰ ਸਮਝ ਲੱਗ ਜਾਏਗੀ ਕਿ ਸਤਿਗੁਰੂ ਜੀ ਦਸਮ ਦੁਆਰ ਤੋਂ ਸਾਨੂੰ ਕੀ ਕਰਨ ਦੇ ਵਾਸਤੇ ਸਿੱਖਿਆ ਦੇ ਰਹੇ ਹਨ। ਸਤਿਗੁਰੂ ਕਹਿੰਦੇ ਹਨ ਕਿ ਗੁਰੂ ਦੁਆਰਾ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ। ਦਸਮ ਦੁਆਰ ਦੇਖਣ ਦੇ ਵਾਸਤੇ, ਦਸਵਾਂ ਦੁਆਰ ਦੇਖਣ ਦੇ ਵਾਸਤੇ, ਭਾਵ ਇਹਦੀ ਸਮਝ ਡਿਵੈਲਪ ਕਰਨ ਵਾਸਤੇ, ਇਹਨੂੰ ਐਕਸਪੀਰੀਅੰਸ ਕਰਨ ਵਾਸਤੇ, ਇਹਦੇ ਤੱਕ ਪਹੁੰਚਣ ਕਰਕੇ, ਜਾਂ ਇਉਂ ਕਹਿ ਲਈਏ ਦੂਜੀ ਭਾਸ਼ਾ ਜੋ ਕਿਹਾ ਜਾਂਦਾ ਕਿ ਦਸਮ ਦੁਆਰ ਨੂੰ ਖੋਲਣ ਦੀ ਅਵਸਥਾ ਤੱਕ ਪਹੁੰਚਣ ਕਰਕੇ, ਸਤਿਗੁਰੂ ਕਹਿੰਦੇ ਹਨ ਕਿ ਜਿਨ੍ਹਾਂ ਨੂੰ ਇਹ ਅਵਸਥਾ ਤੱਕ ਉਸ ਅਕਾਲ ਪੁਰਖ ਨੇ ਪਹੁੰਚਾਉਣਾ ਹੁੰਦਾ ਹੈ, ਉਹਨਾਂ ਦੇ ਉੱਤੇ ਕੀ ਕਿਰਪਾ ਕਰਦਾ ਹੈ ਕਿ ਗੁਰੂ ਦੁਆਰਾ ਲਾਏ ਭਾਵਨੀ, ਉਹਨਾਂ ਦੇ ਮਨ ਦੇ ਵਿੱਚ ਗੁਰੂ ਦੇ ਦੁਆਰੇ ਤੇ ਪਹੁੰਚ ਕੇ ਉਹਨਾਂ ਦੇ ਮਨ ਦੇ ਵਿੱਚ ਸ਼ਰਧਾ ਪੈਦਾ ਕਰ ਦਿੰਦਾ ਹੈ, ਪ੍ਰੇਮ ਪੈਦਾ ਕਰ ਦਿੰਦਾ ਹੈ। ਭਾਵਨੀ ਦਾ ਭਾਵ ਹੈ ਸ਼ਰਧਾ ਤੇ ਪ੍ਰੇਮ। ਤਾਂ ਗੱਲਾਂ ਦੋ ਸਪਸ਼ਟ ਹੋ ਗਈ ਹੈ ਕਿ ਜੇ ਦਸਮ ਦੁਆਰ ਦੇਖਣਾ ਹੈ ਤੇ ਸਤਿਗੁਰੂ ਜੀ ਨੇ ਆਪ ਇੱਥੇ ਸਾਨੂੰ ਦੋ ਰਿਕੁਆਇਰਮੈਂਟਸ ਦੱਸ ਦਿੱਤੀਆਂ। ਇੱਕ ਤਾਂ ਹੈ ਕਿ ਗੁਰੂ ਦੇ ਦਰ ਤੇ ਪਹੁੰਚਣਾ। ਹੁਣ ਗੁਰੂ ਦੇ ਦਰ ਤੇ ਪਹੁੰਚਣਾ ਕਿਤੇ ਕੋਈ ਦਰਵਾਜ਼ਾ ਫਿਜ਼ੀਕਲ ਨਹੀਂ ਹੈ ਜਿੱਥੇ ਮੱਥਾ ਟੇਕ ਲਿਆ ਤੇ ਅਸੀਂ ਕਹਿ ਲਿਆ ਪਹੁੰਚ ਗਏ ਹਾਂ। ਗੁਰੂ ਦੇ ਦਰ ਤੇ ਪਹੁੰਚਣਾ, ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਕੇ ਧਾਰਨ ਕਰਨਾ, ਆਪਣੇ ਜੀਵਨ ਨੂੰ ਉਹਦੇ ਮੁਤਾਬਕ ਢਾਲ ਲੈਣਾ, ਇਹੀ ਗੁਰੂ ਦੁਆਰਾ। ਤੇ ਗੁਰੂ ਦੇ ਦੁਆਰੇ ਪਹੁੰਚਾ ਕੇ
ਗੁਰੂ ਦੀ ਸਿੱਖਿਆ ਨਾਲ ਜੋੜ ਕੇ, ਗੁਰੂ ਦੇ ਚਰਨਾਂ ਦੇ ਵਿੱਚ ਜੋੜ ਕੇ ਲਾਏ ਭਾਵਨੀ। ਇਹ ਸਾਰਾ ਕੁਝ ਕਰਨ ਲੱਗਿਆ ਉਹਨਾਂ ਦੇ ਮਨ ਦੇ ਵਿੱਚ ਪ੍ਰੇਮ ਤੇ ਸ਼ਰਧਾ ਦੀ ਭਾਵਨਾ, ਸਤਿਗੁਰੂ ਕਹਿੰਦੇ ਹਨ ਕਿ ਅਕਾਲ ਪੁਰਖ ਜਦੋਂ ਪੈਦਾ ਕਰ ਦਿੰਦਾ ਹੈ, ਬਖਸ਼ ਦਿੰਦਾ ਹੈ, ਕਿਰਪਾ ਕਰਕੇ ਇਹ ਭਾਵਨੀ ਬਖਸ਼ ਦਿੰਦਾ ਹੈ, ਤਾਂ ਫਿਰ ਉਹਨਾਂ ਨੂੰ 10ਵਾਂ ਦੁਆਰ ਦਿਖਾਇਆ। ਉਹ ਜਿਹਦੀ ਗੱਲ ਸਤਿਗੁਰੂ ਜੀ ਨੇ ਕੀਤੀ 10ਵਾਂ ਗੁਪਤ ਦਿਖਾਇਆ, ਉਹ ਦਿਖਾ ਦਿੱਤਾ। ਤਾਂ ਗੱਲ ਸਪਸ਼ਟ ਹੈ ਕਿ ਇੱਥੇ 10ਮ ਦੁਆਰ ਦੀ ਜਿਹੜੀ ਗੱਲ ਕਰ ਰਹੇ ਹਨ, ਇਹ ਇੱਕ ਅਵਸਥਾ ਦੀ ਗੱਲ ਕਰ ਰਹੇ ਹਨ ਕਿ ਕਿਸੇ ਫਿਜ਼ੀਕਲ ਦੁਆਰ ਦੇ ਕੋਈ ਦਰਵਾਜ਼ੇ ਖੋਲਣ ਦੀ, ਜਾਂ ਉੱਥੇ ਤੱਕ ਕੋਈ ਕਿਸੇ ਖਾਸ ਰਸਤੇ ਰਾਹੀਂ ਆਪਣੀ ਜੀਵਨ ਦੀ ਸੱਤਾ ਨੂੰ, ਪ੍ਰਾਣਾਂ ਨੂੰ ਚੁੱਕ ਕੇ ਉੱਤਾ ਲਿਜਾਣ ਲਈ, ਇਹ ਉਹ ਗੱਲ ਨਹੀਂ ਕਰ ਰਹੇ ਹਨ। ਇੱਥੇ ਗੱਲ ਗੁਰੂ ਦੇ ਉਪਦੇਸ਼ ਤੇ ਅਮਲ ਦੀ ਹੋ ਰਹੀ ਹੈ, ਤੇ ਗੁਰੂ ਦੇ ਪ੍ਰਤੀ ਪ੍ਰੇਮ, ਸ਼ਰਧਾ, ਭੈ ਭਾਵਨੀ ਦੀ ਗੱਲ ਹੋ ਰਹੀ ਹੈ। ਸਤਿਗੁਰੂ ਜੀ ਨੇ ਰਸਤਾ ਇਹਦੇ ਵਾਸਤੇ ਕੋਈ ਵੱਖਰਾ ਨਹੀਂ ਦੱਸਿਆ। ਇਹਦੀ ਜੇ ਕੋਈ ਵੱਖਰੀ ਹੋਂਦ ਹੁੰਦੀ, ਮੇਰੀ ਮੱਤ ਤਾਂ ਇਉਂ ਕਹਿੰਦੀ ਹੈ, ਮੈਂ ਨਹੀਂ ਜਾਣਦਾ ਇਹ ਠੀਕ ਹੈ ਜਾਂ ਗਲਤ ਹੈ, ਕਿਉਂਕਿ ਮੈਂ ਇਹਨਾਂ ਚੀਜ਼ਾਂ ਨੂੰ ਐਕਸਪੀਰੀਅੰਸ ਨਹੀਂ ਕੀਤਾ, ਮੈਂ ਸਿਰਫ ਇੰਟੈਲੈਕਚੁਅਲ ਲੈਵਲ ਤੇ ਹੀ ਇਹਨਾਂ ਨੂੰ ਇੰਟਰਪ੍ਰੈਟ ਕਰ ਰਿਹਾ ਹਾਂ, ਕਿ ਜੇ ਇਹਨਾਂ ਦੀ ਕੋਈ ਉਸ ਟਾਈਪ ਦੀ ਅਵਸਥਾ, ਉਸ ਟਾਈਪ ਦੇ ਸਾਧਨ, ਉਸ ਤਰ੍ਹਾਂ ਦੀ ਘਾਲਣਾ ਦੀ ਗੱਲ ਸਤਿਗੁਰੂ ਜੀ ਨੇ ਕਰਨੀ ਹੁੰਦੀ, ਜਿਹੜੀ ਕਿ ਸਾਨੂੰ ਅੱਜ ਬਣਾ ਕੇ ਸੁਣਾ ਦਿੱਤੀ ਜਾਂਦੀ ਹੈ, ਗੁਰਬਾਣੀ ਦੇ ਵਿੱਚੋਂ ਹੀ ਇੰਟਰਪ੍ਰੈਟ ਕਰਕੇ ਉਹਦੇ ਅਰਥ ਇਉਂ ਕੀਤੇ ਜਾਂਦੇ ਹਨ ਕਿ ਸਾਨੂੰ ਉਹ ਗੱਲ ਸਮਝ ਆਵੇ, ਤਾਂ ਫਿਰ ਸਤਿਗੁਰੂ ਜੀ ਨੇ ਇਹ ਦੋ ਉਹੀ ਉਪਦੇਸ਼ ਦੁਹਰਾਉਣੇ ਨਹੀਂ ਸਨ ਜਿਹੜੇ ਹੁਣ ਤੱਕ ਦੁਹਰਾਉਂਦੇ ਆ ਰਹੇ। ਤਾਂ ਗੱਲ ਮੈਨੂੰ ਇਹ ਸਮਝ ਆਉਂਦੀ ਹੈ ਕਿ 10ਮ ਦੁਆਰ ਦੀ ਅਵਸਥਾ ਵੀ ਉਹੀ ਅਵਸਥਾ ਹੈ ਜੋ ਹੁਣ ਤੱਕ ਸਤਿਗੁਰੂ ਜੀ ਨੇ ਆਨੰਦ ਦੀ ਅਵਸਥਾ ਸਾਨੂੰ ਸਮਝਾਈ ਹੈ। ਖੈਰ, ਇਹ ਵਿਸ਼ਾ ਲੰਬਾ ਹੈ, ਆਪਣੇ ਆਪ ਵਿੱਚ ਵੱਖਰਾ ਹੈ, ਤੇ ਅਸੀਂ ਇੱਥੇ ਆਨੰਦ ਦੀ ਗੱਲ ਕਰ ਰਹੇ ਹਾਂ, ਤੇ ਅਸੀਂ ਇਸ ਦੇ ਅਰਥ ਇਉਂ ਹੀ ਕਰਾਂਗੇ ਕਿ ਇਹ ਜੋ ਉਹ ਅਵਸਥਾ ਹੈ ਜਿਹਨੂੰ 10ਮ ਦੁਆਰ ਦੀ ਅਵਸਥਾ ਕਿਹਾ ਜਾਂਦਾ ਹੈ, ਇਹ ਉਹ ਅਵਸਥਾ ਹੈ ਜਿੱਥੇ ਆਨੰਦ ਪ੍ਰਾਪਤ ਹੁੰਦਾ ਹੈ। ਤੋ ਆਨੰਦ ਪ੍ਰਾਪਤ ਕਰਨ ਵਾਸਤੇ ਹੁਣ ਤੱਕ ਜਿੰਨੀਆਂ ਸਾਨੂੰ ਸਤਿਗੁਰੂ ਜੀ ਨੇ ਗੱਲਾਂ ਸਮਝਾਈਆਂ ਹਨ, ਉਹ ਸਾਰੀਆਂ ਵੀ ਇੱਥੇ ਲਾਗੂ ਹੁੰਦੀਆਂ ਹਨ। ਤੇ ਸਤਿਗੁਰੂ ਅੱਗੇ ਕਹਿੰਦੇ ਹਨ, ਤਾਂ ਅਨੇਕ ਰੂਪ ਨਾਉ ਨਵਨਿਧ। ਕੀ ਹੈ ਕਿ ਉਹ ਅਨੇਕ ਰੂਪ ਨਾਉ, ਭਾਵ ਅਨੇਕ ਰੂਪਾਂ ਵਾਲੇ ਉਹ ਅਕਾਲ ਪੁਰਖ, ਜਿਸ ਦੇ ਅਨੇਕਾਂ ਰੂਪ ਹਨ, ਉਸ ਦਾ ਨਾਮ, ਉਸ ਦੀ ਆਪਾਂ ਨਾਮ ਦੇ ਅਰਥ ਅਸੀਂ ਲੈਂਦੇ ਹਾਂ, ਇੱਕ ਤਾਂ ਨਾਮ ਲੈਂਦੇ ਹਾਂ, ਦੂਜਾ ਜੋ ਉਸ ਦਾ ਜੋ ਸਰਵ ਵਿਆਪਕ ਰੂਪ ਹੈ, ਜੋ ਉਸ ਦੀ ਸੱਤਾ ਹੈ, ਜਿਸ ਦੇ ਸਹਾਰੇ ਤੇ ਜਗਤ ਚੱਲ ਰਿਹਾ ਹੈ। ਕਹਿੰਦੇ ਹਨ ਉਹ ਜਿਹੜਾ ਨਾਮ ਹੈ ਉਸ ਦਾ ਅਨੇਕ ਰੂਪ ਨਾਉ ਨਵਨਿਧ, ਜਦੋਂ ਉਸ ਦੇ ਨਾਲ ਜੁੜਦੇ ਹਾਂ ਤਾਂ ਨਵਨਿਧ ਉਹ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ। 9 ਨਿਧਾਂ ਇਹ ਮੰਨੀਆਂ ਗਈਆਂ ਹਨ ਸਾਡੀ ਸਭਿਅਤਾ ਦੇ ਵਿੱਚ, ਸਾਡੇ ਫਿਲਾਸਫੀ ਦੇ ਵਿੱਚ, ਦੇਸ਼ ਦੇ ਵਿੱਚ, ਕਿ 9 ਟਾਈਪ ਦੀਆਂ ਇਹ ਖਜ਼ਾਨੇ ਹਨ ਜਿਹੜੇ ਇੱਕ ਰੱਬ ਦੇ ਨਾਲ ਜੁੜਨ ਵਾਲੇ, ਜਾਂ ਹਰ ਮਤ ਆਪਣੇ ਮਤ ਦੇ ਮੁਤਾਬਕ ਇਹਦਾ ਦੱਸ ਦਿੰਦਾ ਹੈ ਕਿ ਇਹ ਕਰਨ ਨਾਲ ਇਹ ਚੀਜ਼ ਪ੍ਰਾਪਤ ਹੁੰਦੀ ਹੈ। ਤਾਂ ਸਤਿਗੁਰੂ ਕਹਿੰਦੇ ਹਨ ਕਿ ਜਦੋਂ ਉਸ ਅਨੇਕਾਂ ਨਾਵਾਂ ਵਾਲੇ, ਅਨੇਕਾਂ ਅਵਸਥਾਵਾਂ ਵਾਲੇ, ਅਨੇਕ ਰੂਪ, ਭਾਵ ਅਨੇਕਾਂ ਰੂਪਾਂ ਵਾਲੇ ਪ੍ਰਭੂ ਦਾ, ਜਦੋਂ ਉਸ ਦੇ ਨਾਮ ਦਾ ਜੋ ਅਸੀਂ ਉਹ ਨਾਮ ਦਾ ਹੀ ਖਜ਼ਾਨਾ ਹੈ ਉਹਦੇ ਨਾਲ ਜੁੜਦੇ ਹਾਂ, ਤੇ ਉਹ 9 ਨਿਧਾਂ 9 ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ। ਉਹ ਸਾਰਾ ਭੰਡਾਰ ਪ੍ਰਾਪਤ ਹੋ ਜਾਂਦਾ ਹੈ, ਤਿਸ ਦਾ ਅੰਤ ਨਾ ਜਾਈ ਪਾਇਆ, ਜੋ ਕਿ ਏਡਾ ਵੱਡਾ ਹੈ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਨਾ ਉਸ ਪ੍ਰਭੂ ਦਾ ਅੰਤ ਪਾਇਆ ਜਾ ਸਕਦਾ ਹੈ, ਤੇ ਨਾ ਉਸ ਪ੍ਰਭੂ ਦੇ ਖਜ਼ਾਨਿਆਂ ਦਾ ਅੰਤ ਪਾਇਆ ਜਾ ਸਕਦਾ ਹੈ। ਤੇ ਜਿਹੜਾ ਬੰਦਾ ਗੁਰੂ ਦੇ ਦੁਆਰੇ ਜਾ ਕੇ ਭੈ ਭਾਵਨੀ ਦੇ ਨਾਲ ਗੁਰੂ ਦੇ ਉਪਦੇਸ਼ ਤੇ ਅਮਲ ਕਰਦਾ ਹੈ, ਪ੍ਰਭੂ ਨਾਲ ਜੁੜਦਾ ਹੈ, ਉਹਦੀ ਸਿਫਤ ਸਲਾਹ ਨਾਮ ਸਿਮਰਨ ਦੇ ਨਾਲ ਜੁੜਦਾ ਹੈ, ਉਸ ਨੂੰ ਇਹਨਾਂ 9 ਨਿਧਾਂ ਦੀ ਪ੍ਰਾਪਤੀ ਹੁੰਦੀ ਹੈ। ਬੇਅੰਤ, ਜਿਨ੍ਹਾਂ ਉਹ ਖਜ਼ਾਨੇ ਜਿਹੜੇ ਬੇਅੰਤ ਹਨ, ਅਮਿਤ ਹਨ, ਤਿਸ ਦਾ ਅੰਤ ਨਾ ਜਾਈ ਪਾਇਆ, ਭਾਵ ਕਦੀ ਮੁੱਕਦਾ ਨਹੀਂ, ਅਸੀਂ ਉਹਨਾਂ ਨੂੰ ਬਿਆਨ ਤੱਕ ਨਹੀਂ ਕਰ ਸਕਦੇ। ਤਾਂ ਸਤਿਗੁਰੂ ਜੀ ਕਹਿੰਦੇ ਹਨ, ਕਹੈ ਨਾਨਕ ਹਰ ਪਿਆਰੈ, ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜੈ। ਕਿ ਉਸ ਪ੍ਰਭੂ ਪਿਆਰੇ ਨੇ ਇਸ ਜਿੰਦ ਨੂੰ ਸਰੀਰ ਰੂਪੀ ਗੁਫਾ ਵਿੱਚ ਟਿਕਾ ਕੇ
ਇਹ ਪਵਨ ਦਾ ਆਵਾਜ਼ਾ ਵਜਾ ਦਿੱਤਾ ਹੈ, ਸਾਡੇ ਜੀਵਨ ਨੂੰ ਚਲਾ ਦਿੱਤਾ ਹੈ, ਬੋਲਣ ਦੀ ਸ਼ਕਤੀ ਦੇ ਦਿੱਤੀ ਹੈ। तो ਹੁਣ ਇੱਥੇ ਸਤਿਗੁਰੂ ਜੀ ਜ਼ਿਕਰ ਕੀ ਕਰ ਰਹੇ ਹਨ? ਨੌ ਦੁਆਰਿਆਂ ਤੋਂ ਲੈ ਕੇ 10ਵੇਂ ਦੁਆਰ ਤੱਕ ਦੀ ਅਵਸਥਾ ਤੱਕ, ਤੇ ਫਿਰ ਉਸ ਅਵਸਥਾ ਤੱਕ ਜਿੱਥੇ ਬੇਅੰਤ ਖਜ਼ਾਨੇ ਪ੍ਰਾਪਤ ਹੋ ਜਾਂਦੇ, ਪਰ ਮਾਇਆ ਦੇ ਨਾਲ ਜੁੜੇ ਹੋਏ ਹਾਂ ਉਹਨਾਂ ਦੇ ਨਾਲ। ਪਰ ਜਦੋਂ ਅਸੀਂ ਉਸ ਤੋਂ ਉੱਪਰਲੀ ਅਵਸਥਾ ਵੱਲ ਤੁਰਦੇ ਹਾਂ, ਮਾਇਆ ਤੋਂ 9 ਦੁਆਰਿਆਂ ਦੇ ਐਕਸਪੀਰੀਐਂਸਿਸ ਤੋਂ ਅੱਗੇ ਚੱਲਦੇ ਹਾਂ, ਤਾਂ ਉਹ ਅਵਸਥਾ ਹੈ 10ਵੇਂ ਦੁਆਰ ਦੀ। ਉਹ ਅਵਸਥਾ ਹੈ ਪ੍ਰਭੂ ਦੇ ਨਾਮ ਦੇ ਨਾਲ ਜੁੜਨ ਦੀ, ਉਹਦੀ ਸਿਫਤ ਸਲਾਹ ਦੇ ਨਾਲ ਜੁੜਨ ਦੀ। ਤੇ ਜਦੋਂ ਉਸ ਅਵਸਥਾ ਤੱਕ ਪਹੁੰਚ ਜਾਂਦੇ ਹਨ, ਫਿਰ ਬੇਅੰਤ ਖਜ਼ਾਨਿਆਂ ਦੀ ਪ੍ਰਾਪਤੀ ਹੋ ਜਾਂਦੀ, ਤੇ ਇਸ ਦਾ ਅੰਤ ਨਾ ਜਾਈ ਪਾਇਆ। ਪਰ ਇਹ ਪ੍ਰਾਪਤ ਕਿਵੇਂ ਹੋਣ? ਸਤਿਗੁਰੂ ਜੀ ਨੇ ਉਹ ਵੀ ਨਾਲ ਸਮਝਾ ਦਿੱਤਾ ਹੈ ਕਿ ਗੁਰਦੁਆਰਾ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਇੱਥੇ ਗੁਰੂ ਦੇ ਦੁਆਰੇ ਤੇ ਪਹੁੰਚ ਕੇ ਭਾਵਨੀ ਲਾ ਕੇ, ਪ੍ਰੇਮ ਪਿਆਰ ਸ਼ਰਧਾ ਭੈ ਭਾਵਨੀ ਦੇ ਵਿੱਚ ਜਦੋਂ ਅਸੀਂ ਗੁਰੂ ਦੇ ਦੁਆਰੇ ਤੇ ਪਹੁੰਚ ਕੇ ਗੁਰੂ ਦੇ ਉਪਦੇਸ਼ਾਂ ਦੇ ਉੱਤੇ ਅਮਲ ਕਰਦੇ ਹਾਂ, ਤਾਂ ਫਿਰ ਉਸ 10ਵੇਂ ਦੁਆਰ ਵਾਲੀ ਅਵਸਥਾ ਤੱਕ ਪਹੁੰਚ ਜਾਂਦੇ ਹਾਂ, ਜਦੋਂ ਅਸੀਂ ਇਹ ਮਾਇਆ ਦੇ ਐਕਸਪੀਰੀਐਂਸਿਸ ਤੋਂ, ਫਿਜ਼ੀਕਲ ਵਰਲਡ ਦੇ ਐਕਸਪੀਰੀਐਂਸਿਸ ਤੋਂ ਉੱਪਰ ਉੱਠ ਜਾਂਦੇ ਹਾਂ। ਫਿਰ ਇਹ ਨਿਗੁਣੇ ਹੋ ਜਾਂਦੇ ਹਨ ਸਾਡੇ ਵਾਸਤੇ। ਉਹ ਅਵਸਥਾ ਹੈ ਜਿਹਨੂੰ ਸਤਿਗੁਰੂ ਜੀ ਕਹਿ ਰਹੇ ਹਨ ਕਿ ਇਹ ਉਸੇ ਨੂੰ ਹੀ ਪ੍ਰਾਪਤ ਹੁੰਦੀ ਹੈ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੁੰਦੀ ਹੈ। ਤੇ ਇਹਦਾ ਸਾਧਨ ਸਤਿਗੁਰੂ ਜੀ ਕਹਿੰਦੇ ਹਨ, ਕਿ ਇਸ ਗੁਫਾ ਦੇ ਵਿੱਚ ਅਕਾਲ ਪੁਰਖ ਨੇ ਜੀਵ ਨੂੰ ਟਿਕਾਇਆ ਹੈ। ਇਸ ਗੁਫਾ ਦੇ ਰਾਹੀਂ ਅਸੀਂ ਜੀਵਨ ਜੀਣਾ ਹੈ, ਫਿਜ਼ੀਕਲ ਵਰਲਡ ਵਿੱਚ ਜੀਣਾ ਹੈ। ਤੇ ਇਹ 9 ਦੁਆਰਿਆਂ ਦੀ ਸਾਡੀ ਲੋੜ ਹੈ, ਸਹੂਲਤ ਹੈ। ਪਰ ਇਹਦੇ ਵਿੱਚ ਨਾ ਫਸ ਕੇ ਜਦੋਂ ਅਸੀਂ ਇਸ ਤੋਂ ਉੱਪਰ ਉੱਠ ਜਾਂਦੇ ਹਨ, ਤੇ ਇਹ 10ਵੇਂ ਦੁਆਰ ਦੀ ਅਵਸਥਾ ਹੈ। ਅੱਗੇ ਸਤਿਗੁਰੂ ਜੀ ਇਸ ਤੋਂ ਅਗਲੀ ਪੌੜੀ ਦੇ ਵਿੱਚ ਜੋ ਸਾਨੂੰ ਉਪਦੇਸ਼ ਦੇ ਰਹੇ ਹਨ, ਆਓ ਇੱਕ ਵਾਰੀ ਪਹਿਲਾਂ ਪੌੜੀ ਦਾ ਪਾਠ ਕਰ ਲਈਏ ਜੀ। ਇਹ ਸੱਚਾ ਸੋਹਿਲਾ, ਸੱਚੈ ਘਰ ਗਾਵੋ, ਗਾਵੋ ਤਾਂ ਸੋਹਿਲਾ ਘਰ ਸੱਚੈ, ਜਿੱਥੈ ਸਦਾ ਸੱਚ ਧਿਆਵੇ, ਸੱਚੋ ਧਿਆਵੈ, ਜਾ ਤੁਧ ਭਾਵੈ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹਿ। ਕਹੈ ਨਾਨਕ ਸੱਚ ਸੋਹਿਲਾ, ਸੱਚੇ ਘਰ ਗਾਵੇ। ਇਹ ਸੱਚਾ ਸੋਹਿਲਾ, ਸੋਹਿਲਾ ਦਾ ਅਰਥ ਹੈ ਖੁਸ਼ੀ ਦਾ ਗੀਤ, ਆਤਮਿਕ ਆਨੰਦ ਪੈਦਾ ਕਰਨ ਵਾਲਾ ਗੀਤ, ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ, ਨਾਮ ਸਿਮਰਨ, ਪ੍ਰਭੂ ਨਾਲ ਜੁੜੇ ਹੋਏ ਗੁਰੂ ਦੀ ਬਾਣੀ। ਇਹ ਸੋਹਿਲਾ ਹੈ, ਇਹ ਸੱਚਾ ਸੋਹਿਲਾ। ਇਹ ਉਹ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਦਾ ਗੀਤ ਹੈ, ਆਨੰਦ ਦੇਣ ਵਾਲਾ ਗੀਤ ਹੈ। ਸੱਚੇ ਘਰ ਗਾਓ। ਸੱਚੇ ਘਰ ਦਾ ਮਤਲਬ ਹੈ ਕਿ ਜਿਹੜਾ ਸਦਾ ਥਿਰ ਰਹਿਣ ਵਾਲਾ ਘਰ ਹੈ, ਉਹ ਸਦਾ ਥਿਰ ਪ੍ਰਭੂ ਦੇ ਸੋਹਿਲੇ ਗਾਉਣ ਵਾਲਾ ਜੋ ਘਰ ਹੈ, ਜੋ ਸਾਧ ਸੰਗਤ ਹੈ, ਜੋ ਸਾਡੇ ਮਨ ਦੀ ਉਹ ਅਵਸਥਾ ਹੈ ਜਿਹਦੇ ਵਿੱਚ ਅਸੀਂ ਸੰਗਤ ਦੇ ਵਿੱਚ ਬੈਠ ਕੇ ਉਸ ਪ੍ਰਭੂ ਦਾ ਨਾਮ ਸਿਮਰਨ ਕਰਦੇ ਹਾਂ। ਸਤਿਗੁਰੂ ਕਹਿ ਰਹੇ ਹਨ ਕਿ ਹੇ ਭਾਈ, ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਸੋਹਿਲਾ ਸੰਗਤ ਵਿੱਚ ਬੈਠ ਕੇ ਗਾਇਆ ਕਰੋ। ਸੱਚੇ ਘਰ ਗਾਵੋ, ਗਾਵੋ ਤਾਂ ਸੋਹਿਲਾ ਘਰ ਸੱਚੈ, ਜਿੱਥੇ ਸਦਾ ਸੱਚ ਧਿਆਵੇ। ਜਿੱਥੇ ਸੱਚ ਭਾਵ ਸਦਾ ਥਿਰ ਪ੍ਰਭੂ ਦੀ ਜੋ ਬਾਣੀ ਹੈ, ਉਹਦੀ ਸਿਫਤ ਸਲਾਹ ਹੈ, ਗੁਰਬਾਣੀ ਦਾ ਜਿੱਥੇ ਧਿਆਇਆ ਜਾਂਦਾ ਹੈ, ਗਾਇਆ ਜਾਂਦਾ ਹੈ, ਉਹਨੂੰ ਮਨ ਵਿੱਚ ਵਸਾਇਆ ਜਾਂਦਾ ਹੈ, ਸਤਿਗੁਰੂ ਜੀ ਕਹਿੰਦੇ ਹਨ ਉਸ ਜਗ੍ਹਾ ਤੇ ਬੈਠ ਕੇ ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਗਾਇਆ ਕਰੋ, ਆਨੰਦ ਦੇ ਗੀਤ ਗਾਇਆ। ਭਾਵ ਇਹ ਕਿ ਜਦੋਂ ਅਸੀਂ ਸੰਗਤ ਦੇ ਵਿੱਚ ਜਾ ਬੈਠਾਂਗੇ, ਪ੍ਰਭੂ ਨਾਲ ਜੁੜੀਆਂ ਹੋਈਆਂ ਰੂਹਾਂ ਦੇ ਵਿੱਚ ਜਾ ਕੇ ਬੈਠਾਂਗੇ, ਉਹਨਾਂ ਦੇ ਨਾਲ ਮਿਲ ਕੇ ਪ੍ਰਭੂ ਦੇ ਗੀਤ ਗਾਵਾਂਗੇ, ਤੇ ਫੇਰ ਹੀ ਆਨੰਦ ਦੀ ਪ੍ਰਾਪਤੀ ਹੋਣੀ।
ਹੁਣ ਪਿੱਛੇ ਸਤਿਗੁਰੂ ਜੀ ਨੇ ਇਹ ਕਿਹਾ ਕਿ ਕਿਉਂਕਿ ਪਹਿਲਾਂ ਸਤਿਗੁਰੂ ਜੀ ਨੇ ਨੇਤਰਾਂ ਦੀ ਸ਼ਰਵਣਾਂ ਦੀ ਗੱਲ ਕੀਤੀ ਸੀ ਬਈ ਇਹਨਾਂ ਨੂੰ ਕੀ ਕੰਮ ਕਰਨਾ ਚਾਹੀਦਾ, ਤੇ ਆਪਾਂ ਜ਼ਿਕਰ ਕੀਤਾ ਸੀ ਕਿ ਉੱਥੇ ਸਿਰਫ ਇੱਕ ਜਾਂ ਦੋ ਇੰਦਰੀਆਂ ਦੀ ਗੱਲ ਨਹੀਂ ਹੈ, ਇਹ ਪੂਰੇ ਸਰੀਰ ਦੀ, ਸਾਰੇ ਹੀ ਇੰਦਰੀਆਂ ਦੀ ਗੱਲ ਹੈ ਕਿ ਉਹ ਪ੍ਰਭੂ ਦੇ ਨਾਲ ਜੁੜਨ। ਤੇ ਉਸ ਤੋਂ ਅਗਲੀ ਪੌੜੀ ਦੇ ਵਿੱਚ ਸਤਿਗੁਰੂ ਜੀ ਨੇ 9 ਗੋਲਕਾਂ ਦਾ, 9 ਇੰਦਰੀਆਂ ਦਾ ਜ਼ਿਕਰ ਕਰਕੇ ਸਾਨੂੰ ਇਹ ਕਹਿ ਦਿੱਤਾ ਕਿ ਇਸ ਸਰੀਰ ਦੇ ਵਿੱਚ ਪ੍ਰਭੂ ਨੇ ਜੋਤ ਰੱਖੀ ਹੈ, ਪਰ ਇਹ 9 ਇੰਦਰੀ ਜਿਨ੍ਹਾਂ ਨੂੰ ਅਸੀਂ ਪ੍ਰਭੂ ਮਿਲਾਪ ਲਈ ਵਰਤਣਾ ਹੈ, ਕੇਵਲ ਉਹਨਾਂ ਦੀ ਮਾਇਆ ਦੇ ਵਿੱਚ ਨਾ ਜੁੜੇ ਰਹਿ ਜਾਈਏ, ਉਸ ਤੋਂ ਉੱਪਰ ਜਾਣਾ ਹੈ। ਤਾਂ ਪਹਿਲਾਂ ਸਤਿਗੁਰੂ ਜੀ ਉਹਨਾਂ ਹੀ ਇੰਦਰੀਆਂ ਨੂੰ ਵਰਤ ਕੇ ਪ੍ਰਭੂ ਨਾਲ ਜੁੜਨ ਦੀ ਗੱਲ ਕਰ ਰਹੇ ਹਨ, ਤੇ ਹੁਣ ਸਤਿਗੁਰੂ ਜੀ ਉਹਨਾਂ ਦਾ ਜਿਹੜਾ ਨੈਗੇਟਿਵ ਐਸਪੈਕਟ ਹੈ ਮਾਇਆ ਦਾ, ਕਿ ਅਸੀਂ ਇੰਦਰੀਆਂ ਦੇ ਰਸਾਂ ਦੇ ਵਿੱਚ ਹੀ ਪੈ ਕੇ ਉੱਥੇ ਹੀ ਨਾ ਬੈਠ ਜਾਈਏ, ਤਾਂ ਸਤਿਗੁਰੂ ਜੀ ਕਹਿ ਰਹੇ ਹਨ ਕਿ ਉਹਨਾਂ ਤੋਂ ਉੱਪਰ ਉੱਠ ਕੇ 9 ਇੰਦਰੀਆਂ ਤੋਂ ਉੱਪਰ ਉੱਠ ਕੇ 10ਵੇਂ ਦੁਆਰ ਤੱਕ ਪਹੁੰਚੋ, ਉੱਥੇ ਤੱਕ ਜਾਓ, ਤੇ ਪਹੁੰਚਣ ਦਾ ਰਸਤਾ ਗੁਰੂ ਦੇ ਦਰ ਦੇ ਉੱਤੇ ਭੈ ਭਾਵ ਨਹੀਂ ਰੱਖ। ਹੁਣ ਸਤਿਗੁਰੂ ਜੀ ਕਹਿ ਰਹੇ ਹਨ ਕਿ ਇਹ ਸਾਰਾ ਕੁਝ ਕਰਨ ਦੇ ਲਈ ਸਾਨੂੰ ਸਤਸੰਗ ਦੀ ਸ਼ਰਨ ਦੇ ਵਿੱਚ ਜਾਣਾ ਪਏ। ਪਹਿਲੇ ਸਤਿਗੁਰੂ ਜੀ ਨੇ ਗੁਰਦੁਆਰਾ ਲਾਏ ਭਾਵਨੀ, ਉੱਥੇ ਜਾ ਕੇ ਪ੍ਰੇਮ ਪਿਆਰ ਨਾਲ, ਭਾਵਨੀ ਨਾਲ, ਭੈ ਭਾਵਨੀ ਦੇ ਨਾਲ ਗੁਰੂ ਦੇ ਦਰ ਦੇ ਉੱਤੇ ਆਪਣੇ ਆਪ ਨੂੰ ਸਮਰਪਣ ਕਰਨ ਦੀ ਗੱਲ ਹੈ। ਤੇ ਹੁਣ ਸਤਿਗੁਰੂ ਜੀ ਕਹਿ ਰਹੇ ਹਨ ਕਿ ਸਤ ਸੰਗਤ ਦੇ ਵਿੱਚ ਬੈਠ ਕੇ ਪ੍ਰਭੂ ਦੇ ਗੁਣ ਗਾਉਣੇ, ਕਿਉਂਕਿ ਗੁਰਮਤਿ ਦੇ ਵਿੱਚ ਸਤ ਸੰਗਤ ਦੀ ਬਹੁਤ ਵੱਡੀ ਮਹਾਨਤਾ ਹੈ। ਇੱਥੇ ਵੀ ਸਤਿਗੁਰੂ ਜੀ ਉਸੇ ਚੀਜ਼ ਨੂੰ ਹੀ ਦ੍ਰਿੜ ਕਰਾ ਰਹੇ ਹਨ, ਗਾਵੋ ਤਾਂ ਸੋਹਿਲਾ, ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਵੋ। ਜਿੱਥੇ ਸਤ ਸੰਗੀ ਜਨ ਬੈਠ ਕੇ ਪ੍ਰਭੂ ਦੀ ਸਿਫਤ ਸਲਾਹ ਗਾਉਂਦੇ ਹਨ, ਗੁਰੂ ਦੀ ਬਾਣੀ ਗਾਉਂਦੇ ਹਨ, ਗੁਰੂ ਦੇ ਦਿੱਤੀ ਹੋਈ ਸਿੱਖਿਆ ਨੂੰ ਲੈ ਕੇ ਨਾਮ ਸਿਮਰਨ ਦੇ ਨਾਲ ਜੁੜਦੇ ਹਨ, ਉਹ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਨਾਲ ਜਿੱਥੇ ਜੁੜਦੇ ਹਨ, ਉੱਥੇ ਜਾ ਕੇ ਹੇ ਮੇਰੇ ਪਿਆਰੇ, ਉੱਥੇ ਜਾ ਕੇ ਗਾਇਆ ਕਰ, ਉਹਨਾਂ ਦੀ ਸੰਗਤ ਦੇ ਵਿੱਚ ਗਾਇਆ ਕਰ। ਸੱਚੋ ਧਿਆਵੈ ਜਾਂ ਤੁਧ ਭਾਵੈ, ਗੁਰਮੁਖ ਜਿਨਾ ਬੁਝਾ। ਹੁਣ ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਜਿਹੜਾ ਸਦਾ ਥਿਰ ਪ੍ਰਭੂ, ਜਿਹੜਾ ਤੈਨੂੰ ਚੰਗਾ ਲੱਗਦਾ ਹੈ, ਜੋ ਜਾਂ ਤੁਧ ਭਾਵੈ, ਜਿਹੜਾ ਤੈਨੂੰ ਚੰਗਾ ਲੱਗਦਾ ਹੈ, ਔਰ ਜਿਹਨੂੰ ਗੁਰੂ ਦੀ ਰਾਹੀਂ ਗੁਰਮੁਖ ਜਿਨਾ ਬੁਝਾਵੈ, ਜਿਨ੍ਹਾਂ ਨੂੰ ਇਹ ਸੂਝ ਹੈ, ਕਿਸ ਤਰ੍ਹਾਂ? ਗੁਰੂ ਦੀ ਸ਼ਰਨ ਦੇ ਰਾਹੀਂ। ਤੈਨੂੰ ਸਿਮਰਦੇ ਉਦੋਂ ਹੀ ਹਨ, ਉਹੀ ਜੀਵ ਸਿਮਰਦੇ ਹਨ ਜਿਨ੍ਹਾਂ ਨੂੰ, ਜਿਹੜੇ ਤੈਨੂੰ ਚੰਗੇ ਲੱਗਦੇ ਹਨ, ਤੂੰ ਉਹਨਾਂ ਨੂੰ ਗੁਰੂ ਦੀ ਸ਼ਰਨ ਦੇ ਵਿੱਚ ਲੈ ਜਾਂਦਾ ਹੈ, ਤੇ ਉਹਨਾਂ ਨੂੰ ਗੁਰੂ ਦੇ ਰਾਹੀਂ ਉਹ ਸੂਝ ਦੇ ਦਿੰਦਾ ਹੈ। ਇਹ ਮਿਹਰ ਕਰਦਾ ਹੈ ਕਿ ਉਹਨਾਂ ਨੂੰ ਗੁਰੂ ਦੇ ਰਾਹੀਂ ਉਹ ਸੂਝ ਪ੍ਰਾਪਤ ਹੋ ਜਾਵੇ। ਗੁਰਮੁਖ ਜਿਨਾ ਬੁਝਾਵੇ, ਜਿਨ੍ਹਾਂ ਨੂੰ ਉਹ ਸੂਝ ਦੇ ਦਿੱਤੀ ਹੈ ਤੂੰ, ਉਦੋਂ ਹੀ ਉਹ ਤੈਨੂੰ ਸਿਮਰਦੇ ਹਨ। ਸੱਚੋ ਧਿਆਵੈ, ਤਾਂ ਹੀ ਇਸ ਅਵਸਥਾ ਤੱਕ ਪਹੁੰਚਦੇ ਹਨ ਜਦੋਂ ਤੈਨੂੰ ਚੰਗੇ ਲੱਗਦੇ ਹਨ, ਤੇ ਜਦੋਂ ਗੁਰੂ ਦੀ ਸ਼ਰਨ ਤੇ ਪੈ ਕੇ ਤੇ ਉਹਨਾਂ ਨੂੰ ਸੂਝ ਦੇ ਦਿੰਦਾ ਹੈ, ਤੂੰ ਕਿਰਪਾ ਕਰਦਾ ਹੈ, ਗੁਰੂ ਨਾਲ ਮਿਲਾਉਂਦਾ ਹੈ, ਗੁਰੂ ਦੇ ਰਾਹੀਂ ਉਹ ਸੂਝ ਬਖਸ਼ ਦਿੰਦਾ ਹੈ, ਉਹੀ ਤੈਨੂੰ ਸਿਮਰਦੇ ਹਨ। ਇਹ ਭਾਵ ਕੀ ਹੋ ਗਿਆ ਕਿ ਜਦੋਂ ਅਸੀਂ ਗੁਰੂ ਦੀ ਅਕਾਲ ਪੁਰਖ ਦੇ ਸਿਮਰਨ ਨਾਲ ਜੁੜਨਾ ਹੈ, ਤਾਂ ਸਤਿਗੁਰੂ ਕਹਿੰਦੇ ਹਨ ਕਿ ਸੰਗਤ ਦੇ ਵਿੱਚ ਜੁੜਨਾ ਹੈ, ਤਾਂ ਸੰਗਤ ਵਿੱਚ ਪਹੁੰਚਦਾ ਕੌਣ ਹੈ? ਜਿਹੜਾ ਉਹਨੂੰ ਚੰਗਾ ਲੱਗਦਾ ਹੈ, ਜਿਹਨੂੰ ਗੁਰੂ ਦੇ ਰਾਹੀਂ ਸਿੱਖਿਆ ਮਿਲਦੀ ਹੈ, ਉਹ ਸੰਗਤ ਦੇ ਵਿੱਚ ਪਹੁੰਚ ਕੇ ਸਤਸੰਗੀ ਜਨਾਂ ਗੁਰਮੁਖ ਪਿਆਰਿਆਂ ਦੀ ਸੰਗਤ ਦੇ ਵਿੱਚ ਬੈਠ ਕੇ ਉਹਨੂੰ ਇਹ ਸੂਝ ਪ੍ਰਾਪਤ ਹੁੰਦੀ ਹੈ ਕਿ ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ। ਇਹ ਜੋ ਸੱਚ ਹੈ, ਸਦਾ ਥਿਰ ਪ੍ਰਭੂ ਹੈ, ਇਹ ਸਭ ਜੀਵਾਂ ਦਾ ਮਾਲਕ ਹੈ। ਜਿਸ ਬਖਸ਼ੇ ਸੋ ਜਨ ਪਾਵੇ, ਜਿਸ ਤੇ ਉਹ ਮਿਹਰ ਕਰਦਾ ਹੈ, ਜਿਹਦੇ ਤੇ ਉਹ ਬਖਸ਼ਿਸ਼ ਕਰਦਾ ਹੈ, ਉਹੀ ਜੀਵ ਤੈਨੂੰ ਪ੍ਰਾਪਤ ਕਰ ਸਕਦੇ ਹਨ, ਉਹੀ ਤੈਨੂੰ ਪ੍ਰਾਪਤ ਕਰਦੇ ਹਨ। ਕਹੈ ਨਾਨਕ ਸੱਚੇ ਸਾਹਿਬ, ਕਹੈ ਨਾਨਕ ਸੱਚ ਸੋਹਿਲਾ, ਸੱਚੇ ਘਰ ਗਾਵੇ।
ਸਤਿਗੁਰੂ ਨਾਨਕ ਦੇਵ ਜੀ ਕਹਿ ਰਹੇ ਹਨ, ਨਾਨਕ ਆਖਦਾ ਹੈ, ਉਹ ਹੀ ਸਤ ਸੰਗਤ ਦੇ ਵਿੱਚ ਬੈਠ ਕੇ ਪ੍ਰਭੂ ਦੀ ਸਿਫਤ ਸਲਾਹ ਵਾਲੀ ਬਾਣੀ ਗਾਉਂਦੇ ਹਨ। ਸੱਚਾ ਘਰ ਸਤ ਸੰਗਤ ਦੇ ਵਿੱਚ ਬੈਠ ਕੇ ਉਹਨੂੰ ਗਾਉਂਦੇ ਹਨ। ਹੁਣ ਸਤਿਗੁਰੂ ਜੀ ਨੇ ਇੱਥੇ ਸਾਨੂੰ ਜੋ ਸਿੱਖਿਆ ਦਿੱਤੀ ਹੈ ਇਸ ਪੌੜੀ ਦੇ ਵਿੱਚ, ਉਹ ਇਹ ਹੈ ਕਿ ਜੇ ਅਸੀਂ ਉਸ ਅਕਾਲ ਪੁਰਖ ਤੱਕ ਪਹੁੰਚਣਾ ਹੈ, ਉਹਨੂੰ ਪਾਉਣਾ ਹੈ, ਕਿਉਂਕਿ ਸਤਿਗੁਰੂ ਜੀ ਕਹਿ ਰਹੇ ਹਨ ਕਿ ਜਿਸ ਬਖਸ਼ੇ ਸੋ ਜਨ ਪਾਵੇ, ਤਾਂ ਫਿਰ ਸਾਨੂੰ ਉਹਦੀ ਮਿਹਰ ਦੀ ਪ੍ਰਾਪਤੀ ਕਰਨੀ ਪੈਣੀ ਹੈ। ਉਹੀ ਸਾਡਾ ਮਾਲਕ ਹੈ, ਉਹਦੀ ਮਿਹਰ ਦੀ ਪ੍ਰਾਪਤੀ ਕਿਵੇਂ ਕਰਨੀ ਹੈ? ਆਪਣੇ ਜੀਵਨ ਨੂੰ ਚੰਗਾ ਬਣਾ ਕੇ ਉਸ ਅਕਾਲ ਪੁਰਖ ਦੀ ਮਿਹਰ ਦੇ ਪਾਤਰ ਬਣਨਾ ਹੈ। ਤੇ ਸਤਿਗੁਰੂ ਜੀ ਫਰਮਾ ਰਹੇ ਹਨ ਕਿ ਜੇ ਉਸ ਪ੍ਰਭੂ ਦੀ ਪ੍ਰਾਪਤੀ ਕਰਨੀ ਹੈ ਤਾਂ ਸਾਨੂੰ ਸਤ ਸੰਗਤ ਦੇ ਵਿੱਚ ਬੈਠ ਕੇ, ਸਤਸੰਗੀ ਜਨਾਂ ਦੀ ਸੰਗਤ ਦੇ ਵਿੱਚ ਬੈਠ ਕੇ ਉਸ ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਗਾਉਣੇ ਪੈਣਗੇ। ਜਿਨ੍ਹਾਂ ਤੇ ਉਹਦੀ ਮਿਹਰ ਹੁੰਦੀ ਹੈ ਉਹੀ ਗੁਰੂ ਦੇ ਦੱਸੇ ਰਸਤੇ ਤੇ ਤੁਰਦੇ ਹਨ, ਉਹੀ ਗੁਰੂ ਦੇ ਲੜ ਲੱਗਦੇ ਹਨ, ਔਰ ਉਹਨਾਂ ਦੇ ਉੱਤੇ ਹੀ ਕਿਰਪਾ ਹੁੰਦੀ ਹੈ। ਭਾਵ ਤੈਨੂੰ ਚੰਗੇ ਲੱਗਦੇ ਹਨ, ਤੂੰ ਬਖਸ਼ਦਾ ਹੈ, ਉਹਨਾਂ ਦੇ ਉੱਤੇ ਕਿਰਪਾ ਕਰਦਾ ਹੈ, ਤੇ ਫਿਰ ਉਹ ਗੁਰੂ ਦੇ ਰਾਹ ਦੇ ਦੱਸੇ ਰਾਹ ਦੇ ਉੱਤੇ ਤੁਰਦੇ ਹਨ। ਫਿਰ ਇਹ ਸੂਝ ਪ੍ਰਾਪਤ ਹੁੰਦੀ ਹੈ ਕਿ ਮੈਂ ਅਕਾਲ ਪੁਰਖ ਤੱਕ ਕਿਵੇਂ ਪਹੁੰਚਣਾ ਹੈ। ਤੇ ਇਹ ਸੂਝ ਦੇ ਸਹਾਰੇ ਦੇ ਉੱਤੇ, ਸੂਝ ਦੇ ਬਲ ਦੇ ਉੱਤੇ ਉਹ ਸਤ ਸੰਗਤ ਦੇ ਵਿੱਚ ਬੈਠ ਕੇ ਉਸ ਪ੍ਰਭੂ ਦੇ ਗੁਣ ਗਾਉਂਦੇ। ਮਿਲਦਾ ਤਾਂ ਉਹਨਾਂ ਨੂੰ ਹੀ ਹੈ, ਪ੍ਰਾਪਤੀ ਉਹਨਾਂ ਨੂੰ ਹੀ ਹੁੰਦੀ ਹੈ ਜਿਹਦੇ ਤੇ ਤੇਰੀ ਮਿਹਰ ਹੁੰਦੀ ਹੈ। ਤਾਂ ਭਾਵ ਸਤਿਗੁਰੂ ਜੀ ਸਾਨੂੰ ਹੁਣ ਅੰਤ ਦੇ ਵਿੱਚ ਕੀ ਸਮਝਾ ਰਹੇ ਹਨ? ਜਿਵੇਂ ਕਿ ਅਸੀਂ ਅੱਗੇ ਗੱਲ ਕੀਤੀ ਹੈ ਕਿ ਉਹ ਪ੍ਰੈਕਟੀਕਲ ਜੀਵਨ ਨੂੰ ਚੰਗਾ ਬਣਾਉਣ ਦੀ ਸਾਨੂੰ ਆਖਰੀ ਪੌੜੀਆਂ ਦੇ ਵਿੱਚ ਸਿੱਖਿਆ ਦੇ ਰਹੇ ਹਨ। ਢੰਗ ਉਹਨਾਂ ਨੇ ਕਈ ਵਰਤੇ ਹਨ, ਨੇਤਰਾਂ ਦਾ, ਸਰਵਣਾਂ ਦਾ। ਫਿਰ ਹੁਣ 9 ਦੁਆਰਿਆਂ ਤੋਂ ਉੱਤੇ ਉੱਠਣ ਦੀ ਗੱਲ ਕੀਤੀ ਹੈ। ਤੇ ਅੰਤ ਵਿੱਚ ਹੁਣ ਸਤਿਗੁਰੂ ਜੀ ਸਾਨੂੰ ਕੀ ਕਹਿ ਰਹੇ ਹਨ ਕਿ ਸਤ ਸੰਗਤ ਦੇ ਵਿੱਚ ਬੈਠ ਕੇ ਭਾਈ ਉਹਨਾਂ ਦੇ ਉਸ ਅਕਾਲ ਪੁਰਖ ਦੇ ਗੁਣ ਗਾਇਆ ਕਰ। ਕਿਉਂਕਿ ਜੇ ਤੂੰ ਜੀਵਨ ਦੇ ਵਿੱਚ ਸਭ ਕੁਝ ਪ੍ਰਾਪਤ ਕਰਨਾ ਹੈ, ਸਾਰੇ ਖਜ਼ਾਨੇ ਪ੍ਰਾਪਤ ਕਰਨੇ ਹਨ ਜਿਹਨਾਂ ਦਾ ਅੰਤ ਨਹੀਂ ਹੈ, ਤਾਂ ਦਸਮ ਦੁਆਰ ਤੱਕ ਪਹੁੰਚਣਾ ਪਏਗਾ। ਭਾਵ ਇਸ ਸਰੀਰ ਤੋਂ ਜੋ ਮਾਇਆ ਦੇ ਚਸਕੇ ਹਨ, ਮਾਇਆ ਦੇ ਸਵਾਦ ਹਨ, ਮਾਇਆ ਦੇ ਆਨੰਦ ਹਨ, ਉਹਨਾਂ ਤੋਂ ਉੱਪਰ ਉੱਠ ਕੇ ਉਸ ਪ੍ਰਭੂ ਦੇ ਨਾਲ ਜੁੜਨ ਦੇ ਆਨੰਦ ਤੱਕ ਪਹੁੰਚਣਾ ਪਏਗਾ, ਜੋ ਕਿ ਇਹ 9 ਗੋਲਕਾਂ ਨੂੰ ਛੱਡ ਕੇ ਉਸ ਤੋਂ ਉੱਪਰਲੀ ਅਵਸਥਾ, ਜਿਹਨੂੰ ਦਸਮ ਦੁਆਰ ਕਿਹਾ ਹੈ ਸਤਿਗੁਰੂ ਜੀ ਨੇ, ਉੱਥੇ ਤੱਕ ਪਹੁੰਚਣਾ ਹੈ। ਪਰ ਪਹੁੰਚਣ ਦਾ ਰਾਹ ਕੀ ਹੈ? ਪਹੁੰਚਣ ਦਾ ਰਾਹ ਹੈ ਗੁਰਮੁਖ ਜਨਾਂ ਦੀ ਸੰਗਤ, ਜੋ ਕਿ ਅਕਾਲ ਪੁਰਖ ਦੀ ਮਿਹਰ ਨਾਲ ਹੀ ਪ੍ਰਾਪਤ ਹੁੰਦੀ ਹੈ, ਗੁਰੂ ਦੀ ਸਿੱਖਿਆ ਨਾਲ ਹੀ ਪ੍ਰਾਪਤ ਹੁੰਦੀ ਹੈ। ਗੁਰੂ ਦੀ ਸਿੱਖਿਆ ਪ੍ਰਾਪਤ ਕਰਨ ਦੇ ਨਾਲ ਹੀ ਇਹ ਸੂਝ ਪੈਦਾ ਹੁੰਦੀ ਹੈ ਕਿ ਅਸੀਂ ਉਸ ਅਕਾਲ ਪੁਰਖ ਦੇ ਨਾਲ ਕਿਸ ਤਰ੍ਹਾਂ ਜੁੜਨਾ ਹੈ। ਤੇ ਉਹ ਢੰਗ ਇੱਕੋ ਹੀ ਇੱਥੇ ਸਤਿਗੁਰੂ ਜੀ ਦੱਸ ਰਹੇ ਹਨ ਕਿ ਸੰਗਤ ਦੇ ਵਿੱਚ ਜਾ ਭਾਈ, ਸੰਗਤ ਦੇ ਵਿੱਚ ਜਾਏਗਾ, ਗੁਰੂ ਦੀ ਸ਼ਰਨ ਪਏਗਾ, ਗੁਰਮੁਖਾਂ ਦੀ ਸੰਗਤ ਮਾਣੇਗਾ, ਉਸ ਅਕਾਲ ਪੁਰਖ ਦੇ ਗੁਣ ਗਾਏਗਾ, ਤੇ ਫਿਰ ਹੀ ਸਾਨੂੰ ਅਕਾਲ ਪੁਰਖ ਦੇ ਨਾਲ ਜੁੜਨ ਦਾ ਜੋ ਆਨੰਦ ਹੈ ਉਹਦੀ ਪ੍ਰਾਪਤੀ ਹੋ ਸਕਦੀ ਹੈ। ਤਾਂ ਗੱਲ ਇੱਥੇ ਹੁਣ ਤੱਕ ਇਹਨਾਂ 3 ਪੌੜੀਆਂ ਜਿਹੜੀਆਂ ਅਸੀਂ ਪਿਛਲੇ ਕੱਲ ਦੋ ਕੀਤੀਆਂ ਸਨ, ਤੇ ਅੱਜ ਦੀਆਂ 2 ਇਹਨਾਂ 4 ਪੌੜੀਆਂ ਦੇ ਵਿੱਚ ਸਤਿਗੁਰੂ ਜੀ ਸਾਨੂੰ ਬੜੀਆਂ ਪ੍ਰੈਕਟੀਕਲ ਸਿੱਖਿਆਵਾਂ ਦੇ ਰਹੇ ਹਨ ਕਿ ਆਪਣੀਆਂ ਇੰਦਰੀਆਂ ਨੂੰ ਕੰਟਰੋਲ ਵਿੱਚ ਕਰਕੇ, ਮਨ ਨੂੰ ਚੰਗਾ ਬਣਾ ਕੇ ਇੰਦਰੀਆਂ ਦੇ ਪੱਧਰ ਤੋਂ ਉੱਤੇ ਉੱਠਣਾ ਹੈ ਅਸੀਂ, ਤਾਂ ਕਿ ਉਸ ਪ੍ਰਭੂ ਦੇ ਮਿਲਾਪ ਦਾ ਆਨੰਦ ਅਸੀਂ ਪ੍ਰਾਪਤ ਕਰ ਸਕੀਏ। ਤੇ ਇਹ ਆਨੰਦ ਪ੍ਰਾਪਤ ਹੋਣਾ ਹੈ ਉਹ ਗੁਰਮੁਖ ਪਿਆਰਿਆਂ ਦੀ ਸੰਗਤ ਦੇ ਵਿੱਚ ਜਾ ਕੇ। ਹੁਣ ਅਖੀਰ ਦੇ ਉੱਤੇ ਸਤਿਗੁਰੂ ਜੀ ਸਾਨੂੰ ਇੱਕ ਵਾਰੀ ਫੇਰ ਆਨੰਦ ਦੇ ਬਾਰੇ ਦੁਬਾਰਾ ਸਮਝਾ ਰਹੇ ਹਨ। ਹੈ ਤਾਂ ਉੱਥੇ ਵੀ ਸਿੱਖਿਆ ਤੇ ਉਹੀ ਦੇ ਰਹੇ ਹਨ ਜੋ ਪਹਿਲਾਂ ਦਿੰਦੇ ਆ ਰਹੇ ਹਨ ਕਿ ਆਨੰਦ ਪ੍ਰਾਪਤ ਕਿਵੇਂ ਕਰਨਾ ਹੈ, ਆਨੰਦ ਨਾਲ ਜੁੜਨਾ ਕਿਵੇਂ ਹੈ। ਲੇਕਿਨ ਜਿਵੇਂ ਬਾਰ-ਬਾਰ ਦੱਸਣ ਦੀ ਲੋੜ ਪੈਂਦੀ ਹੈ ਸਾਨੂੰ ਬੱਚਿਆਂ ਨੂੰ, ਉਹ ਫਿਰ ਇੱਕ ਵਾਰੀ ਸਾਨੂੰ ਦੱਸਦੇ ਹਨ ਕਿ ਕਿਉਂ ਜੁੜਨਾ ਹੈ, ਕਿਵੇਂ ਜੁੜਨਾ ਹੈ। ਆਓ ਪਹਿਲਾਂ ਪਾਠ ਕਰ ਲਈਏ ਜੀ। ਆਨੰਦ ਸੁਣੋ ਵਡ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ,
संत साजन भये सरसे, पूरे गुर ते जानी। सुनते पुनीत कहते पवित, सतगुर रहा भरपूरे। बिनवंत नानक गुर चरण लागे, वाजे अनहद तूरे। ਸਤਿਗੁਰੂ ਜੀ ਕਹਿੰਦੇ ਹਨ ਕਿ ਆਨੰਦ ਸੁਣੋ ਵੱਡ ਭਾਗੀਓ। ਆਨੰਦ ਦੇ ਬਾਰੇ ਸਤਿਗੁਰੂ ਜੀ ਕਹਿ ਰਹੇ ਹਨ ਕਿ ਆਨੰਦ ਸੁਣੋ ਵੱਡ ਭਾਗੀਓ, ਵੱਡੇ ਭਾਗਾਂ ਵਾਲਿਓ, ਵੱਡ ਭਾਗੀ ਜਨੋ ਸੁਣੋ। ਕੀ ਸੁਣੋ ਕਿ ਆਨੰਦ ਇਹ ਹੈ, ਉਹ ਅਵਸਥਾ ਹੈ ਸਗਲ ਮਨੋਰਥ ਪੂਰੇ। ਭਾਵ ਜੋ ਮਨ ਦੇ ਵਿੱਚ ਇੱਛਾਵਾਂ ਸਾਡੇ ਹੁੰਦੀਆਂ ਹਨ ਕਿ ਅਸੀਂ ਇਹ ਲੈਣਾ ਹੈ, ਇਹ ਪ੍ਰਾਪਤ ਕਰਨਾ, ਉਹ ਸਾਰੀਆਂ ਇੱਛਾਵਾਂ ਇਹ ਅਵਸਥਾ ਦੇ ਵਿੱਚ ਉਹ ਹੈ ਕਿ ਉਹ ਜਿਵੇਂ ਪੂਰੀਆਂ ਹੋ ਗਈਆਂ, ਪੂਰੀਆਂ ਹੋ ਜਾਂਦੀਆਂ, ਹੁਣ ਭੱਜ ਦੌੜ ਖਤਮ ਹੋ ਗਈ, ਫਿਰ ਮਨ ਨੂੰ ਹੋਰ ਕੁਝ ਚਾਹੀਦਾ ਹੀ ਨਹੀਂ ਹੁੰਦਾ, ਮੰਗਦਾ ਹੀ ਕੁਝ ਨਹੀਂ। ਮੰਗਦਾ ਕੌਣ ਨਹੀਂ? ਜਿਹਦਾ ਮਨ ਤ੍ਰਿਪਤ ਹੋ ਗਿਆ ਹੋਵੇ। ਸਗਲ ਮਨੋਰਥ ਪੂਰੇ, ਇਹ ਉਹ ਅਵਸਥਾ ਹੈ ਜਿਹੜੀ ਸਗਲ ਮਨੋਰਥ ਪੂਰੇ ਵਾਲੀ ਅਵਸਥਾ। ਭਾਵ ਕਿ ਹੁਣ ਤੇਰੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਗਈਆਂ। ਲੋੜਾਂ ਪੂਰੀਆਂ ਕਿਵੇਂ ਹੋਈਆਂ? ਕਿਉਂਕਿ ਆਨੰਦ ਮਿਲ ਗਿਆ। ਹੁਣ ਬਾਕੀ ਦੀਆਂ ਲੋੜਾਂ ਤਾਂ ਉਹਨਾਂ ਦੀ ਹਸਤੀ ਕੋਈ ਨਹੀਂ ਹੈ। ਸਗਲ ਮਨੋਰਥ ਪੂਰੇ, ਸਾਰੀਆਂ ਦੌੜਾਂ ਮੁੱਕ ਗਈਆਂ। ਹੁਣ ਲੋੜਾਂ ਦੇ ਪਿੱਛੇ ਭੱਜਣ ਦੀ ਜੋ ਅਵਸਥਾ ਹੈ ਉਹ ਖਤਮ ਹੋ ਗਈ। ਹੁਣ ਕਿਤੇ ਜਾਣ ਦੀ ਲੋੜ ਨਹੀਂ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਜਦੋਂ ਪਾਰ ਬ੍ਰਹਮ ਪ੍ਰਭੂ ਉਹ ਮਿਲ ਪੈਂਦਾ ਹੈ, ਵਿਸੂਰੇ ਦਾ ਭਾਵ ਹੁੰਦਾ ਹੈ ਜਿੰਨੀਆਂ ਚਿੰਤਾਵਾਂ ਹਨ ਝੋਰੇ ਹਨ। ਉਤਰੇ ਸਗਲ ਵਿਸੂਰੇ, ਉਤਰ ਗਏ, ਮਨ ਤੋਂ ਲੈ ਗਏ। ਹੁਣ ਇਹਨਾਂ ਦੋ ਪੰਕਤੀਆਂ ਦੇ ਅਸੀਂ ਇੱਕ ਤਾਂ ਅਰਥ ਇਹ ਕਹਿ ਦਿੰਦੇ ਹਨ ਕਿ ਜੋ ਸਾਡੇ ਮਨ ਦੇ ਵਿੱਚ ਮਨੋਰਥ ਆਏ ਉਹ ਅਕਾਲ ਪੁਰਖ ਨੇ ਸਾਡੇ ਪੂਰੇ ਕਰ ਦਿੱਤੇ, ਭਾਵ ਬਖਸ਼ ਦਿੱਤੇ ਸਨ। ਸਾਡੇ ਮਨ ਦੇ ਵਿੱਚ ਮਾਇਆ ਦੇ ਇਸ ਸੰਸਾਰ ਦੀਆਂ ਜਿੰਨੀਆਂ ਲੋੜਾਂ ਨੇ, ਆਤਮਿਕ ਜਿੰਨੀਆਂ ਲੋੜਾਂ ਨੇ, ਜੋ ਸਾਡੇ ਮਨ ਦੇ ਵਿੱਚ ਆਇਆ ਉਹ ਅਕਾਲ ਪੁਰਖ ਨੇ ਸਾਡੀ ਝੋਲੀ ਦੇ ਵਿੱਚ ਪਾ ਦਿੱਤੀ। ਜਿੰਨੀਆਂ ਸਾਡੀਆਂ ਚਿੰਤਾਵਾਂ ਨੇ ਜਿਹੜੀਆਂ ਸਾਨੂੰ ਦੁਖੀ ਕਰ ਰਹੀਆਂ ਨੇ ਉਹ ਦੂਰ ਕਰ ਦਿੱਤੀਆਂ। ਭਾਵ ਇਹ ਹੈ ਕਿ ਸਾਡੀਆਂ ਉਹ ਚਿੰਤਾਵਾਂ ਉਸ ਅਕਾਲ ਪੁਰਖ ਨੇ ਖਤਮ ਕਰ ਦਿੱਤੀਆਂ। ਜਿਹਨਾਂ ਵਸਤਾਂ ਦੇ ਕਰਕੇ, ਕਿਸੇ ਚੀਜ਼ ਦੇ ਨਾ ਹੋਣ ਕਰਕੇ ਚਿੰਤਾ ਸੀ ਤੇ ਉਹ ਵਸਤੂ ਦੇ ਦਿੱਤੀ, ਜਾਂ ਕਿਸੇ ਦੁੱਖ ਦੇ ਕਰਕੇ ਆਉਣ ਦੇ ਡਰ ਤੋਂ ਚਿੰਤਾ ਸੀ, ਉਹ ਦੁੱਖ ਨੂੰ ਭਜਾ ਦਿੱਤਾ। ਤੇ ਦੂਸਰਾ ਇਸ ਦਾ ਅਰਥ ਅਸੀਂ ਇਹ ਲੈ ਸਕਦੇ ਹਾਂ ਕਿ ਸਾਡੀ ਅਵਸਥਾ ਹੋ ਜਾਂਦੀ ਹੈ ਕਿ ਜਿਵੇਂ ਕਿਸੇ ਵਿਅਕਤੀ ਦੀਆਂ ਸਾਰੇ ਹੀ ਮਨੋਰਥ ਪੂਰੇ ਹੋ ਗਏ ਹਨ, ਜੋ ਉਹਦੇ ਮਨ ਦੀ ਆਨੰਦ ਵਾਲੀ ਅਵਸਥਾ ਹੁੰਦੀ ਹੈ। ਜਿਵੇਂ ਬਾਣੀ ਦੇ ਵਿੱਚ ਬਾਰ-ਬਾਰ ਸਾਨੂੰ ਕਿਹਾ ਗਿਆ ਹੈ ਕਿ ਜਿਸ ਦੇ ਹਿਰਦੇ ਦੇ ਵਿੱਚ ਨਾਮ ਹੈ ਉਹ ਸਭ ਤੋਂ ਵੱਡਾ ਰਾਜਾ ਹੈ। ਰਾਜਾ ਤਾਂ ਉਹ ਹੁੰਦਾ ਜਿਹਦੀਆਂ ਸਾਰੀਆਂ ਲੋੜਾਂ ਦਾ ਉਹਦੇ ਕੋਲ ਸਭ ਰਿਸੋਰਸਿਸ ਹੈਗੇ ਨੇ, ਉਹਦੇ ਕੋਲ ਲੋੜ ਕੋਈ ਬਾਕੀ ਬਚਦੀ ਨਹੀਂ। ਤਾਂ ਇਹਦਾ ਅਰਥ ਅਸੀਂ ਇਹ ਵੀ ਕੱਢ ਸਕਦੇ ਹਾਂ ਕਿ ਜਿਹਦੇ ਹਿਰਦੇ ਦੇ ਵਿੱਚ ਨਾਮ ਹੈ ਉਹਦੀਆਂ ਸਾਰੀਆਂ ਲੋੜਾਂ ਜਿਵੇਂ ਇੱਕ ਰਾਜੇ ਦੀਆਂ ਪੂਰੀਆਂ ਹੋ ਜਾਂਦੀਆਂ ਹਨ। ਕੋਈ ਸਾਧਨ ਬਣ ਜਾਂਦਾ, ਉਹਦੀਆਂ ਸਾਰੀਆਂ ਲੋੜਾਂ ਉਸੇ ਤਰ੍ਹਾਂ ਹੀ ਪੂਰੀਆਂ ਹੁੰਦੀਆਂ ਜਾਂਦੀਆਂ। ਉਹਦੇ ਮਨ ਦੇ ਵਿੱਚ ਵਿਚਾਰ ਆਇਆ ਨਹੀਂ ਕਿ ਮੈਨੂੰ ਇਹ ਚੀਜ਼ ਪ੍ਰਾਪਤ ਹੋਵੇ ਤੇ ਹੋ ਗਈ। ਤੇ ਜੇ ਇਹਨੂੰ ਮਨ ਦੀ ਅਵਸਥਾ ਦੇ ਮੁਤਾਬਕ ਅਸੀਂ ਇੰਟਰਪ੍ਰੇਟ ਕਰੀਏ ਤਾਂ ਇਸ ਦਾ ਅਰਥ ਇਹ ਨਿਕਲਦਾ ਹੈ ਕਿ ਜਿਸ ਦੇ ਹਿਰਦੇ ਦੇ ਵਿੱਚ ਨਾਮ ਹੈ ਉਹ ਸਭ ਤੋਂ ਵੱਡਾ ਰਾਜਾ ਹੈ। ਭਾਵ ਜੋ ਵੱਡੇ ਰਾਜੇ ਦੀ ਮਨ ਦੀ ਅਵਸਥਾ ਹੁੰਦੀ ਹੈ, ਜੈਸਾ ਆਨੰਦ ਉਹਦੇ ਵਿੱਚ ਹੁੰਦਾ ਹੈ, ਜੈਸਾ ਤ੍ਰਿਪਤੀ ਉਹਦੇ ਵਿੱਚ ਹੁੰਦੀ ਹੈ, ਉਹਦੀ ਭਟਕਣ ਮੁੱਕਣ ਵਾਲੀ ਅਵਸਥਾ ਹੁੰਦੀ ਹੈ, ਉਹ ਉਸ ਬੰਦੇ ਦੀ ਹੋ ਜਾਂਦੀ ਹੈ ਜਿਹੜੀ ਜਿਸ ਦੇ ਹਿਰਦੇ ਵਿੱਚ ਨਾਮ ਹੈ। ਜਿਸ ਨਾਮ ਹਿਰਦੈ ਸੋਈ ਬੜ ਰਾਜਾ। ਹੁਣ ਇਹ ਦੋਵੇਂ ਢੰਗ ਹਨ ਇਸ ਚੀਜ਼ ਨੂੰ ਸਮਝਣ ਵਾਲੇ। ਇਹ ਸਾਡੇ ਮਨ ਦੀ ਅਵਸਥਾ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਇਹਨੂੰ ਕਿਸ ਤਰ੍ਹਾਂ ਸਮਝਦੇ ਹਾਂ। ਦੋਨੋਂ ਮੁਬਾਰਕ ਹਨ, ਜੈਸੀ ਅਵਸਥਾ ਹੈ ਅਸੀਂ ਉਸ ਤਰ੍ਹਾਂ ਹੀ ਸਮਝਣਾ ਹੈ। ਪਰ ਸਤਿਗੁਰੂ ਜੀ ਕਹਿ ਰਹੇ ਹਨ ਕਿ ਇੱਥੇ ਜਦੋਂ ਆਨੰਦ ਦੀ ਅਵਸਥਾ ਹੈ, ਅਸੀਂ ਗੱਲ ਆਤਮਿਕ ਅਵਸਥਾ ਦੀ ਸਤਿਗੁਰੂ ਜੀ ਕਰ ਰਹੇ ਹਨ, ਕਿਉਂਕਿ ਆਨੰਦ ਕੋਈ ਸਰੀਰਕ ਅਵਸਥਾ ਨਹੀਂ ਹੈ, ਆਨੰਦ ਆਤਮਿਕ ਅਵਸਥਾ ਹੈ। ਤੇ ਜਦੋਂ ਸਤਿਗੁਰੂ ਕਹਿ ਰਹੇ ਹਨ ਸਗਲ ਮਨੋਰਥ ਪੂਰੇ, ਤਾਂ ਅਲਟੀਮੇਟਲੀ ਉਸ ਮਾਨਸਿਕ, ਉਸ ਆਤਮਿਕ ਅਵਸਥਾ ਤੱਕ ਹੀ ਪਹੁੰਚਣਾ ਹੈ ਜਿਹੜੀ ਇੱਕ ਸਾਰੇ ਮਨੋਰਥ ਪੂਰੇ ਹੋਏ ਵਿਅਕਤੀ ਦੀ
ਜੋ ਮਾਨਸਿਕ ਅਵਸਥਾ, ਜੋ ਆਤਮਿਕ ਅਵਸਥਾ ਹੁੰਦੀ ਹੈ, ਉਸ ਨੂੰ ਆਨੰਦ ਕਿਹਾ ਹੈ ਸਤਿਗੁਰੂ ਜੀ। ਭਾਵ ਕਿ ਜਦੋਂ ਬੰਦੇ ਦੀਆਂ ਸਾਰੀਆਂ ਦੌੜਾਂ ਮੁੱਕੀਆਂ ਹੋਈਆਂ ਹਨ, ਸਾਰੀਆਂ ਚਿੰਤਾਵਾਂ, ਝੋਰੇ ਉਹ ਮੁੱਕੇ ਹੋਏ ਹਨ, ਇਉਂ ਕਹਿ ਲਈਏ ਕਿ ਉਹ ਸਾਰੀਆਂ ਚਿੰਤਾਵਾਂ ਬੜੀਆਂ ਛੋਟੀਆਂ ਹੋ ਗਈਆਂ ਹਨ, ਉਹ ਸਾਨੂੰ ਪਰੇਸ਼ਾਨ ਨਹੀਂ ਕਰਦੀਆਂ, ਮਨ ਦੇ ਵਿਸੂਰੇ ਉਹ ਮਨ ਨੂੰ ਭਟਕਾਉਂਦੀਆਂ ਨਹੀਂ ਹਨ। ਸਾਰੇ ਮਨੋਰਥ, ਦੁਨਿਆਵੀ ਇੱਛਾਵਾਂ, ਸਾਰੀਆਂ ਹਰ ਕਿਸਮ ਦੀਆਂ ਇੱਛਾਵਾਂ ਉਹ ਜੋ ਹਨ ਉਹ ਇੰਨੀਆਂ ਛੋਟੀਆਂ ਹੋ ਗਈਆਂ ਕਿ ਹੁਣ ਮਨ ਉਹਨਾਂ ਦੇ ਪਿੱਛੇ ਭਜਣਾ ਹੀ ਬੰਦ ਹੋ ਗਿਆ ਹੈ। ਤਾਂ ਇਹ ਆਨੰਦ ਦੀ ਅਵਸਥਾ। ਹੁਣ ਸਤਿਗੁਰੂ ਜੀ ਮਨ ਦੀ ਅਵਸਥਾ ਦੀ ਗੱਲ ਕਰ ਰਹੇ ਹਨ ਕਿ ਮਨ ਇਉਂ ਆਨੰਦ ਦੇ ਵਿੱਚ ਹੈ ਜਿਵੇਂ ਹੁਣ ਇਹਦੀ ਕੋਈ ਲੋੜ ਬਾਕੀ ਨਹੀਂ ਰਹੀ। ਮਨ ਇਉਂ ਆਨੰਦ ਦੀ ਅਵਸਥਾ ਹੈ ਜਿਹਦੇ ਵਿੱਚ ਹੁਣ ਕੋਈ ਚਿੰਤਾ ਬਾਕੀ ਨਹੀਂ ਰਹੀ। ਦੁੱਖ, ਰੋਗ, ਸੰਤਾਪ, ਭਾਵ ਜਿਹੜੇ ਕਲੇਸ਼ ਹਨ, ਦੁੱਖ ਹਨ, ਤਕਲੀਫਾਂ ਹਨ, ਉਤਰੇ। ਹੁਣ ਇਹ ਖਤਮ ਹੋ ਗਏ, ਇਹ ਸਾਡੇ ਮਗਰੋਂ ਲੈ ਗਏ। ਉਤਰੇ ਦਾ ਭਾਵ ਇਹ ਪਿੱਛੋਂ ਉਤਰ ਕੇ ਮਗਰੋਂ ਲੈ ਗਏ ਸਾਡੇ। ਸੁਣੀ ਸੱਚੀ ਬਾਣੀ, ਜਦੋਂ ਅਸੀਂ ਸੱਚੀ ਬਾਣੀ, ਉਹ ਸੱਚੇ ਪ੍ਰਭੂ ਦੀ, ਸਦਾ ਥਿਰ ਪ੍ਰਭੂ ਦੀ ਜੋ ਸਿਫਤ ਸਲਾਹ ਹੈ ਅਕਾਲ ਪੁਰਖ ਦੀ, ਉਹ ਵਾਲੀ ਬਾਣੀ ਜਦੋਂ ਅਸੀਂ ਸੁਣੀ, ਸੁਣੀ ਵੀ ਕੰਨਾਂ ਨਾਲ ਨਹੀਂ, ਸੁਣੀ ਜੀਵਨ ਨਾਲ, ਹਰ ਕਿਸਮ ਦੇ ਨਾਲ ਆਪਣੇ ਮਨ ਦੇ ਵਿੱਚ ਵਸਾਈ, ਉਹਦੇ ਉੱਤੇ ਅਮਲ ਕੀਤਾ, ਆਪਣੇ ਜੀਵਨ ਦੇ ਵਿੱਚ ਢਾਲਿਆ, ਤਾਂ ਫਿਰ ਦੁੱਖ, ਰੋਗ, ਸੰਤਾਪ ਉਤਰੇ। ਇਹ ਸਭ ਉਤਰ ਗਏ, ਉਹਨੇ ਲੱਗਦੇ ਨਹੀਂ ਹਨ। ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੇ। ਜਦੋਂ ਪੂਰੇ ਗੁਰੂ ਤੋਂ, ਸਤਿਗੁਰੂ ਤੋਂ, ਗੁਰਮੁਖ ਗੁਰੂ ਤੋਂ, ਸੰਤ ਗੁਰੂ ਤੋਂ, ਇਹ ਜੋ ਸੱਚੀ ਬਾਣੀ ਸਤਿਗੁਰੂ ਜੀ ਨੇ ਉੱਪਰ ਕਿਹਾ ਸੁਣੀ ਸੱਚੀ ਬਾਣੀ, ਜਦੋਂ ਉਹ ਪੂਰੇ ਗੁਰੂ ਤੋਂ ਜਾਣ ਲਈ, ਭਾਵ ਉਹਦੇ ਨਾਲ ਸਾਂਝ ਪਾ ਲਈ। ਜਾਣੇ ਦਾ ਅਰਥ ਤਾਂ ਇਹੀ ਹੁੰਦਾ ਹੈ ਕਿ ਮੈਂ ਤੁਹਾਨੂੰ ਜਾਣਦਾ, ਮੇਰੀ ਤੁਹਾਡੇ ਨਾਲ ਸਾਂਝ ਹੈ, ਮੈਨੂੰ ਪਤਾ ਹੈ ਤੁਸੀਂ ਕੀ ਚੀਜ਼ ਹੋ, ਇਹ ਸਾਂਝ ਹੈ। ਤਾਂ ਜਾਣੀ ਦਾ ਅਰਥ ਵੀ ਇੱਥੇ ਇਹੀ ਹੈ। ਇੱਥੇ ਸਿਰਫ ਅਰਥ ਸਮਝ ਲੈਣੇ, ਜਾਣਨਾ ਨਹੀਂ ਹੈ। ਜਾਣਨ ਦਾ ਮਤਲਬ ਹੈ ਕਿ ਸਾਂਝ ਪੈ ਗਈ, ਸਾਡੇ ਜੀਵਨ ਦਾ ਹਿੱਸਾ ਬਣ ਗਈ। ਪੂਰੇ ਗੁਰ ਤੇ ਜਾਣੀ, ਇਹ ਗੁਰੂ ਤੋਂ, ਪੂਰੇ ਗੁਰੂ ਤੋਂ ਅਸੀਂ ਇਹ ਜਾਚ ਸਿੱਖ ਲਈ ਕਿ ਅਸੀਂ ਉਸ ਸਿਫਤ ਸਲਾਹ ਦੀ ਸੱਚੀ ਬਾਣੀ ਦੇ ਨਾਲ ਕਿਵੇਂ ਜੁੜਨਾ ਹੈ, ਕਿਵੇਂ ਉਹਨੂੰ ਜੀਵਨ ਦੇ ਵਿੱਚ ਧਾਰਨ ਕਰਨਾ ਹੈ। ਤੇ ਜਿਹੜੇ ਐਸੇ ਵਿਅਕਤੀ, ਵਡਭਾਗੇ ਵਿਅਕਤੀ, ਕਿਉਂਕਿ ਸਤਿਗੁਰਾਂ ਨੇ ਗੱਲ ਹੀ ਆਨੰਦ ਸੁਣੋ ਵਡਭਾਗੀਓ ਤੋਂ ਸ਼ੁਰੂ ਕੀਤੀ ਹੈ, ਜਿਹੜੇ ਐਸੇ ਵਡਭਾਗੇ ਸੰਤ, ਜਿਹੜੇ ਗੁਰਮੁਖ ਸੱਜਣ ਭਏ ਸਰਸੇ, ਜਿਨ੍ਹਾਂ ਨੂੰ ਇਹ ਬਾਣੀ ਨਾਲ ਜੁੜ ਗਏ, ਭਏ ਸਰਸੇ, ਸਰਸੇ ਦਾ ਅਰਥ ਹੈ ਰਸ ਨਾਲ, ਰਸ, ਰਸ ਵਾਲੇ, ਜਿਹੜੇ ਆਨੰਦ ਭਰਪੂਰ। ਰਸ ਦਾ ਅਰਥ ਹੀ ਤਾਂ ਆਨੰਦ ਹੈ ਨਾ, ਤਾਂ ਉਹ ਆਨੰਦ ਭਰਪੂਰ ਹੋ ਗਏ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੇ। ਹੁਣ ਸਤਿਗੁਰੂ ਜੀ ਕਹਿ ਰਹੇ ਹਨ ਕਿ ਇਹ ਜੋ ਬਾਣੀ ਦੇ ਨਾਲ ਜੁੜਨਾ ਹੈ, ਇਸ ਤੋਂ ਪਹਿਲੀ ਪੌੜੀ ਵੀ ਸਤਿਗੁਰੂ ਜੀ ਨੇ ਸਤ ਸੰਗ ਦੇ ਵਿੱਚ ਬੈਠਣ ਦੀ ਸਿੱਖਿਆ ਦਿੱਤੀ ਹੈ। ਸੰਤ ਜਨਾਂ ਦੀ ਸੰਗਤ ਦੇ ਵਿੱਚ ਬੈਠ ਕੇ ਉਸ ਅਕਾਲ ਪੁਰਖ ਦੀ ਸਿਫਤ ਸਲਾਹ ਕਰਨ ਦੀ ਸਿੱਖਿਆ ਦਿੱਤੀ ਹੈ। ਤੇ ਹੁਣ ਸਤਿਗੁਰੂ ਜੀ ਕਹਿ ਰਹੇ ਹਨ ਕਿ ਆਨੰਦ ਦੀ ਪ੍ਰਾਪਤੀ ਏਡੀ ਵੱਡੀ ਅਵਸਥਾ ਹੈ ਜਿਹਦੇ ਚ ਇਉਂ ਸਮਝ ਲਓ ਕਿ ਨਾ ਤਾਂ ਕੋਈ ਮਨੋਰਥ ਬਾਕੀ ਬਚਿਆ ਤੇ ਨਾ ਕੋਈ ਚਿੰਤਾ ਬਾਕੀ ਬਚੀ। ਪਰ ਇਹ ਪ੍ਰਾਪਤ ਕਿਵੇਂ ਹੋਈ? ਸੁਣੀ ਸੱਚੀ ਬਾਣੀ, ਬਾਣੀ ਦੇ ਨਾਲ ਜੁੜਨ, ਉਸ ਪੂਰੇ ਗੁਰੂ ਦੀ ਸਿੱਖਿਆ ਪ੍ਰਾਪਤ ਕਰਕੇ ਬਾਣੀ ਨੂੰ ਆਪਣੇ ਜੀਵਨ ਵਿੱਚ, ਬਾਣੀ ਪੂਰੇ ਗੁਰ ਤੇ ਜਾਣੀ, ਭਾਵ ਅਸੀਂ ਉਸ ਪੂਰੇ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਇਸ ਬਾਣੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਿਆ। ਇਸ ਬਾਣੀ ਨੂੰ ਹੀ ਅਸੀਂ ਸਮਝ ਲਿਆ, ਆਪਣਾ ਜੀਵਨ ਮੰਨ ਲਿਆ। ਇਹ ਗੱਲ ਬਾਰ-ਬਾਰ ਸਤਿਗੁਰੂ ਜੀ ਨੇ ਹੋਰ ਥਾਵਾਂ ਤੇ ਵੀ ਸਮਝਾਈ ਹੈ। ਪੂਰੇ ਗੁਰ ਤੇ ਜਾਣੀ, ਗੁਰਬਾਣੀ ਬਣੀ ਹੈ, ਇੱਥੇ ਉਹੀ ਗੱਲ ਹੈ। ਇਹ ਗੁਰਬਾਣੀ ਬਣਨ ਵਾਲੀ ਗੱਲ ਹੈ ਕਿ ਗੁਰਬਾਣੀ ਵਾਲਾ ਹੀ ਸਾਡਾ ਜੀਵਨ ਬਣ ਜਾਵੇ। ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ, ਕਹਤੇ ਪਵਿੱਤ, ਸਤਿਗੁਰ ਰਿਹਾ ਭਰਪੂਰ।
ਉਹਨੇ ਬਾਣੀ ਦੇ ਬਾਰੇ ਸਤਿਗੁਰੂ ਕਹਿੰਦੇ ਹਨ ਕਿ ਜਿਹੜੇ ਬਾਣੀ ਨੂੰ ਪੜ੍ਹਦੇ ਹਨ, ਸੁਣਦੇ ਹਨ, ਕਹਿੰਦੇ ਹਨ, ਉਹ ਸਭ ਪਵਿੱਤਰ ਆਤਮਿਕ ਜੀਵਨ ਹੋ ਜਾਂਦੇ ਹਨ। ਇੱਥੇ ਸੁਣਨ ਦਾ ਵੀ ਅਰਥ ਉਹ ਨਹੀਂ ਜਿਵੇਂ ਅਸੀਂ ਸੁਣ ਲੈਂਦੇ ਹਾਂ, ਇਹ ਕਹਿਣ ਦਾ ਵੀ ਅਰਥ ਉਹ ਨਹੀਂ ਜਿਸ ਤਰ੍ਹਾਂ ਅਸੀਂ ਪਾਠ ਕਰ ਲੈਂਦੇ। ਇਹਦਾ ਅਰਥ ਉਸ ਅਵਸਥਾ ਦਾ ਜ਼ਿਕਰ ਹੈ ਜਦੋਂ ਬਾਣੀ ਦੇ ਵਿੱਚ ਜੁੜ ਕੇ ਗੁਰਮੁਖ ਪਿਆਰੇ ਜਿਹਨੂੰ ਹਜ਼ੂਰੀ ਦੇ ਵਿੱਚ ਬਾਣੀ ਦਾ ਪਾਠ ਕਰਨਾ ਤੇ ਹਜ਼ੂਰੀ ਦੇ ਵਿੱਚ ਬਾਣੀ ਦਾ ਸਰਵਣ ਕਰਨਾ, ਉਹ ਹਜ਼ੂਰੀ ਵਾਲੀ ਗੱਲ ਜਿਹਾ ਇਹਦਾ ਉੱਥੇ ਜ਼ਿਕਰ ਹੈ। ਸੁਣਤੇ ਪੁਨੀਤ ਕਹਤੇ ਪਵਿੱਤ। ਜਦੋਂ ਇਸ ਬਾਣੀ ਨੂੰ ਅਸੀਂ ਉਸ ਤਰ੍ਹਾਂ ਸੁਣਾਂਗੇ ਜਿਵੇਂ ਸਾਨੂੰ ਸੁਣਨਾ ਚਾਹੀਦਾ ਹੈ, ਉਸ ਤਰ੍ਹਾਂ ਕਹਾਂਗੇ ਜਿਸ ਤਰ੍ਹਾਂ ਸਾਨੂੰ ਕਹਿਣਾ ਚਾਹੀਦਾ ਹੈ, ਤਾਂ ਸਾਡਾ ਆਤਮਿਕ ਜੀਵਨ ਪਵਿੱਤਰ ਹੋ ਜਾਏਗਾ। ਪਵਿੱਤਰ, ਪੁਨੀਤ ਦਾ ਵੀ ਅਰਥ ਉਹੀ ਹੈ ਤੇ ਪਵਿੱਤਰ ਦਾ ਅਰਥ ਵੀ ਉਹੀ ਹੈ। ਕਿਉਂ? ਕਿਉਂਕਿ ਇਹ ਬਾਣੀ ਐਸੀ ਵਸਤੂ ਹੈ, ਸਤਿਗੁਰੂ ਜੀ ਫਰਮਾ ਰਹੇ ਹਨ, ਕਿਉਂਕਿ ਇੱਥੇ ਬਾਣੀ ਦੀ ਗੱਲ ਹੀ ਕਰ ਰਹੇ ਹਨ ਕਿ ਜਦੋਂ ਇਸ ਬਾਣੀ ਨੂੰ ਅਸੀਂ ਸੁਣਾਂਗੇ ਤੇ ਕਹਾਂਗੇ ਤੇ ਸਾਨੂੰ ਇਹ ਗੱਲ ਪ੍ਰਤੱਖ ਦਿਸ ਜਾਏਗੀ, ਸਤਿਗੁਰ ਰਿਹਾ ਭਰਪੂਰੇ। ਇਹ ਬਾਣੀ ਸਤਿਗੁਰੂ ਦਾ ਹੀ ਰੂਪ ਹੈ, ਇਹ ਬਾਣੀ ਹੀ ਗੁਰੂ ਹੈ, ਬਾਣੀ ਵਿੱਚ ਹੀ ਉਹਨਾਂ ਨੂੰ ਸਤਿਗੁਰੂ ਦਿਸਦਾ ਹੈ। ਸਤਿਗੁਰ ਰਿਹਾ ਭਰਪੂਰੇ, ਉਹਨਾਂ ਨੂੰ ਪ੍ਰਤੱਖ ਦਿਸ ਜਾਂਦਾ ਹੈ। ਜਦੋਂ ਅਸੀਂ ਬਾਣੀ ਦੇ ਨਾਲ ਜੁੜ ਜਾਵਾਂਗੇ ਤਾਂ ਹੀ ਸਾਨੂੰ ਪਤਾ ਲੱਗ ਸਕਦਾ ਹੈ ਕਿ ਗੁਰੂ ਬਾਣੀ ਦੇ ਵਿੱਚ ਵਸਦਾ ਹੈ। ਜੇ ਅਸੀਂ ਉਪਰੇ ਇਹਨੂੰ ਪੜ੍ਹ ਕੇ ਇੱਕ ਫਾਰਮੈਲਿਟੀ ਕਰਮ ਕਾਂਡ ਦੀ ਤਰ੍ਹਾਂ ਪੜ੍ਹ ਕੇ ਬਾਣੀ ਨੂੰ ਪਾਸੇ ਹੋ ਜਾਵਾਂਗੇ ਤਾਂ ਗੁਰੂ ਦੇ ਦਰਸ਼ਨ ਕਿਵੇਂ ਹੋ ਸਕਦੇ ਹਨ? ਸਤਿਗੁਰੂ ਕਹਿੰਦੇ ਹਨ ਕਿ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਇਹ ਬਾਣੀ ਦੇ ਨਾਲ ਜੁੜ ਕੇ, ਬਾਣੀ ਦੇ ਨਾਲ ਕਿਸ ਤਰ੍ਹਾਂ ਜੁੜਨਾ ਹੈ, ਉਹ ਆਪਣੇ ਜੀਵਨ ਨੂੰ ਬਾਣੀ ਦੇ ਮੁਤਾਬਕ ਬਣਾਉਣਾ ਹੈ। ਜਦੋਂ ਇਹ ਜਾਚ ਆ ਗਈ ਫਿਰ ਸੁਣਤੇ ਪੁਨੀਤ ਕਹਤੇ ਪਵਿੱਤ, ਤੇ ਫਿਰ ਜੀਵਨ ਤਾਂ ਪਵਿੱਤਰ ਹੋਇਆ ਹੀ ਹੋਇਆ। ਸਤਿਗੁਰ ਰਿਹਾ ਭਰਪੂਰੇ, ਫਿਰ ਪ੍ਰਤੱਖ ਬਾਣੀ ਦੇ ਵਿੱਚ ਸਤਿਗੁਰੂ ਦੇ ਦਰਸ਼ਨ ਹੋ ਜਾਂਦੇ ਹਨ। ਸਤਿਗੁਰ ਰਿਹਾ ਭਰਪੂਰੇ, ਹੋ ਜਾਣਗੇ ਨਹੀਂ, ਫਿਊਚਰ ਦੀ ਨਹੀਂ, ਉਹ ਕਹਿੰਦੇ ਹੁੰਦੇ ਹਨ। ਇਹ ਹੋ ਰਹੇ ਹਨ। ਜਿਹੜਾ ਵੀ ਜੁੜਦਾ ਹੈ ਉਹਨੂੰ ਹੁੰਦਾ ਹੈ, ਉਹਨੂੰ ਦਿਸਦਾ ਹੈ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਭਾਵ ਜਿਹੜੇ ਗੁਰੂ ਦੀ ਚਰਣੀ ਲੱਗਦੇ ਹਨ, ਫਿਰ ਗੱਲ ਫਿਰ ਉੱਥੇ ਹੀ ਆ ਗਈ, ਜਿਹੜੇ ਗੁਰੂ ਦੀ ਸਿੱਖਿਆ ਨੂੰ ਮਨ ਦੇ ਵਿੱਚ ਵਸਾ ਕੇ ਆਪਣਾ ਜੀਵਨ ਗੁਰੂ ਦੇ ਕਹੇ ਦੇ ਮੁਤਾਬਕ ਬਣਾ ਲੈਂਦੇ ਹਨ, ਉਹ ਗੁਰਚਰਨ ਲੱਗਣਾ ਹੈ। ਮੱਥੇ ਨੂੰ ਜਾ ਕੇ ਗੁਰੂ ਦੇ ਜੋ ਸਾਨੂੰ ਸਮਝ ਲੱਗੀ ਕਿ ਇਹ ਚਰਨ ਹਨ ਉੱਥੇ ਰੱਖ ਦੇਣਾ, ਇਹ ਗੁਰਚਰਨ ਲੱਗਣਾ ਨਹੀਂ ਹੈ। ਚਰਨ ਲੱਗਣ ਦਾ ਅਰਥ ਹੈ ਕਿ ਗੁਰੂ ਦੀ ਬਾਣੀ ਨੂੰ ਮਨ ਦੇ ਵਿੱਚ ਵਸਾ ਲਿਆ, ਜੀਵਨ ਉਹਦੇ ਮੁਤਾਬਕ ਢਾਲ ਲਿਆ। ਤੇ ਸਤਿਗੁਰੂ ਕਹਿ ਰਹੇ ਹਨ ਕਿ ਜਦੋਂ ਇਹ ਅਵਸਥਾ ਆ ਜਾਏਗੀ ਤੇ ਫਿਰ ਉਹਨਾਂ ਦੇ ਅੰਦਰ ਕੀ ਹੋਏਗਾ? ਵਾਜੇ ਅਨਹਦ ਤੂਰੇ। ਫਿਰ ਉਹ ਵਾਜੇ ਜਿਨ੍ਹਾਂ ਦਾ ਕੋਈ ਹੱਦ ਬੰਨਾ ਨਹੀਂ, ਉਹ ਜਿਹੜੇ ਨਾ ਉਹ ਆਨੰਦ ਦਾ ਸੰਗੀਤ ਜਿਹੜਾ ਕਦੀ ਸ਼ੁਰੂ ਹੁੰਦਾ ਹੈ ਤੇ ਜਿਹੜਾ ਕਦੀ ਖਤਮ ਹੁੰਦਾ ਹੈ, ਉਹ ਨਹੀਂ। ਅਨਹਦ ਜਿਹੜਾ ਲਗਾਤਾਰ ਇੱਕ ਰਸ ਵੱਜਦਾ ਹੈ, ਉਹ ਆਨੰਦ ਦਾ ਸੰਗੀਤ, ਸੋਹਿਲਾ ਦਾ ਗੀਤ, ਖੁਸ਼ੀ ਦਾ ਗੀਤ, ਉਹ ਜਿਹੜੇ ਵਾਜੇ ਹਨ, ਵਾਜੇ ਅਨਹਦ ਤੂਰੇ। ਭਾਵ ਜਿਹੜੇ ਵਾਜੇ ਵੱਜਣੇ ਸ਼ੁਰੂ ਹੋ ਜਾਂਦੇ ਹਨ, ਅਨਹਦ ਵਾਜੇ ਵੱਜਣੇ ਸ਼ੁਰੂ ਹੋ ਜਾਂਦੇ ਹਨ। ਕਦੋਂ? ਜਦੋਂ ਸਾਡੇ ਮਨ ਦੀ ਅਵਸਥਾ ਉਹ ਆ ਜਾਵੇਗੀ, ਜਦੋਂ ਗੁਰੂ ਦੇ ਦੱਸੇ ਦੇ ਮੁਤਾਬਕ ਅਸੀਂ ਬਾਣੀ ਦੇ ਨਾਲ ਜੁੜਾਂਗੇ ਤੇ ਬਾਣੀ ਦੇ ਵਿੱਚ ਪ੍ਰਤੱਖ ਗੁਰੂ ਦੇ ਦਰਸ਼ਨ ਕਰਨ ਦੀ ਅਵਸਥਾ ਤੱਕ ਪਹੁੰਚ ਜਾਵਾਂਗੇ। ਤੇ ਸਤਿਗੁਰੂ ਕਹਿੰਦੇ ਹਨ ਕਿ ਵਾਜੇ ਅਨਹਦ ਤੂਰੇ। ਇੱਥੇ ਅਨਹਦ ਵੀ ਸਤਿਗੁਰੂ ਜੀ ਨੇ ਭਾਵੇਂ ਸ਼ਬਦਾਵਲੀ ਉਹ ਵਰਤ ਲਈ ਹੈ ਜੋ ਯੋਗ ਮਤ ਦੀ ਜਾਂ ਹੋਰ ਥਾਵਾਂ ਤੋਂ ਹੈ, ਪਰ ਇਹਦੇ ਅਰਥ ਸਾਨੂੰ ਗੁਰਬਾਣੀ ਦੇ ਮੁਤਾਬਕ ਹੀ ਸਮਝਣੇ ਪੈਣਗੇ ਕਿ ਵਾਜੇ ਅਨਹਦ ਧੂਰੇ, ਭਾਵ ਲਗਾਤਾਰ ਅੰਦਰ ਚੱਲਣ ਵਾਲਾ ਆਨੰਦ। ਮਨ ਦੀ ਕਦੀ ਐਸੀ ਅਵਸਥਾ ਨਾ ਆਵੇ ਜਦੋਂ ਇਹ ਆਨੰਦ ਭੰਗ ਹੋਵੇ, ਪੂਰਾ ਜੀਵਨ ਆਨੰਦ ਦੇ ਵਿੱਚ ਹੀ ਬੀਤ ਜਾਵੇ। ਵਾਜੇ ਅਨਹਦ ਧੂਰੇ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਇਹ ਆਖਰੀ ਪੌੜੀ ਹੈ। ਜਿੰਨੀ ਕੁ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਸਮਝ ਬਖਸ਼ੀ, ਉਹਨੇ ਕੋ ਵਿਚਾਰ ਆਪ ਨਾਲ ਸਾਂਝੇ ਕੀਤੇ ਹਨ। ਪਰ ਇੱਕ ਗੱਲ ਪੱਕੀ ਹੈ ਕਿ ਸਤਿਗੁਰੂ ਜੀ ਦੀ ਬਾਣੀ ਦੀ
ਜੋ ਪੂਰੀ ਸਮਝ ਹੈ ਉਹ ਕਿਸੇ ਇਸ ਸਰੀਰ ਵਾਲੇ ਮਨੁੱਖ ਨੂੰ ਪ੍ਰਾਪਤ ਨਹੀਂ ਹੋ ਸਕਦੀ। ਅਸੀਂ ਤਾਂ ਸਿਰਫ ਉਹ ਟਿਪ ਆਫ ਦਾ ਆਈਸਬਰਗ ਵਾਲੀ ਸਮਝ ਹੀ ਪ੍ਰਾਪਤ ਕਰ ਸਕਦੇ ਹਾਂ। ਅਸਲੀ ਸਮਝ ਤਾਂ ਸਾਨੂੰ ਉਦੋਂ ਹੀ ਪ੍ਰਾਪਤ ਹੋਏਗੀ ਜਦੋਂ ਗੁਰਬਾਣੀ ਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਾਂਗੇ। ਫਿਰ ਸਾਨੂੰ ਕਿਸੇ ਕੋਲੋਂ ਸਮਝਣ ਦੀ ਲੋੜ ਨਹੀਂ। ਫਿਰ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਸਾਨੂੰ ਆਪ ਬਾਣੀ ਦੇ ਵਿੱਚੋਂ, ਜਿਵੇਂ ਸਤਿਗੁਰੂ ਜੀ ਨੇ ਇੱਥੇ ਕਿਹਾ, ਸਤਿਗੁਰ ਰਿਹਾ ਭਰਪੂਰੇ, ਫਿਰ ਬਾਣੀ ਦੇ ਵਿੱਚ ਸਤਿਗੁਰ ਹੀ ਵਸਦਾ ਸਾਨੂੰ ਦਿਸੇਗਾ ਤੇ ਫਿਰ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਬਾਣੀ ਦੀ ਕੁਝ ਸਮਝ ਪ੍ਰਾਪਤ ਹੋਈ ਹੈ। ਇਹ ਜੋ ਵਿਚਾਰਾਂ ਹਨ ਇਹ ਨਾ ਤਾਂ ਪੂਰੀਆਂ ਠੀਕ ਹਨ ਤੇ ਨਾ ਹੀ ਇਹਨਾਂ ਦੇ ਵਿੱਚ ਕੋਈ ਇਹੋ ਜਿਹੀ ਗੱਲ ਹੈ ਕਿ ਜਿਹੜੀ ਕੋਈ ਬਹੁਤ ਵਿਸ਼ੇਸ਼ ਹੈ। ਇਹ ਕੇਵਲ ਇੱਕ ਐਫਰਟ ਹੈ। ਮੈਂ ਤਾਂ ਸਮਝਦਾ ਹਾਂ ਕਿ ਇਹ ਸਿਰਫ ਆਪਣੇ ਸਮਝਣ ਦੀ ਇੱਕ ਐਫਰਟ ਸੀ ਜਿਹੜੀ ਮੈਂ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ, ਪਰ ਇਹ ਬੜੀ ਅਧੂਰੀ ਜਿਹੀ, ਉਣੀ ਜਿਹੀ, ਬੜੀਆਂ ਭੁੱਲਾਂ ਦੇ ਨਾਲ ਭਰੀ ਹੋਈ ਐਫਰਟ ਹੈ। ਆਪ ਜੀ ਮਾਫ ਕਰ ਦੇਣਾ। ਆਪ ਸੰਗਤ ਹੋ, ਗੁਰੂ ਹੋ ਤੇ ਗੁਰੂ ਵਾਂਗ ਹੀ ਆਪ ਦਿਆਲ ਹੋ ਤਾਂ ਮਾਫ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਪ੍ਰਭ ਕੀਰਤਨ ਸਿੰਘ ਜੀ ਦਾ। ਬੜੀ ਮਿਹਨਤ ਕਰਕੇ ਲਗਾਤਾਰ ਬਾਣੀ ਦੇ ਡੂੰਘੇ ਵਿਚਾਰ ਸੰਗਤਾਂ ਦੇ ਨਾਲ ਸਾਂਝੀ ਕਰਦੇ ਆ ਰਹੇ ਹਨ। ਅੱਜ ਇਸ ਬਾਣੀ ਦੀ ਵਿਚਾਰ ਸੰਪੂਰਨ ਹੋਈ ਹੈ। ਤੋ ਸੰਗਤ ਵਿੱਚੋਂ 2 ਅਰਥ ਆਲਰੇਡੀ ਰੇਜ਼ਡ ਹਨ। ਸੋ ਇਸ ਤੋਂ ਪਹਿਲਾਂ ਕਿ ਸਵਾਲ ਲਏ ਜਾਣ, ਮੈਂ ਚੈੱਕ ਕਰ ਰਿਹਾ, ਜਰਾ ਰਿਕਾਰਡਿੰਗ ਬੰਦ ਕਰਨੀ ਸੀ। लो मेरे को तो बंद हो नहीं रही। खैर, सो संगत ਦੇ ਸਵਾਲ ਲੈ ਲੈਂਦੇ ਹਾਂ ਜੀ। ਸਭ ਤੋਂ ਪਹਿਲਾਂ ਡਾਕਟਰ ਅਮਰਜੀਤ ਸਿੰਘ ਜੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਤੇ ਥੈਂਕ ਯੂ ਵੀਰ ਪ੍ਰਭ ਕੀਰਤਨ ਸਿੰਘ ਜੀ ਦਾ, ਬੜੇ ਸੋਹਣੇ ਵਿਚਾਰ, ਬੜੀ ਵਧੀਆ ਸਾਰਾ ਪ੍ਰੋਗਰਾਮ ਕੀਤਾ ਜਿਸ ਤਰ੍ਹਾਂ ਤੁਸੀਂ ਆਲਰੇਡੀ ਕਹਿ ਚੁੱਕੇ ਹੋ। ਤੇ ਮੈਨੂੰ ਜੋ ਚੀਜ਼ ਮੈਂ ਜਿਹਦਾ ਗੱਲ ਕਰਨੀ ਸੀ, ਉਹ ਜਿਸ ਤਰ੍ਹਾਂ ਮੈਂ ਗੁਰਮੁਖਾਂ ਕੋਲੋਂ ਸੁਣ ਕੇ ਸਿੱਖਿਆ ਕਿ ਜਿਹੜੇ 9 ਦੁਆਰੇ ਤੇ 10ਵੇਂ ਦੁਆਰ ਦੀ ਗੱਲ ਹੈ, ਉਹ ਇਨਫੋਰਮੇਸ਼ਨ ਅੰਦਰ ਆਉਣ ਦੀ ਗੱਲ ਹੈ। ਦਰਵਾਜ਼ਾ ਇਨਫੋਰਮੇਸ਼ਨ ਦੇ ਦਰਵਾਜ਼ੇ ਨੇ। 9 ਦੁਆਰੇ ਸਾਡੇ 2 ਅੱਖਾਂ, 2 ਕੰਨ, 2 ਹੱਥ, 2 ਨਾਸਟ੍ਰਲਸ ਤੇ ਟੰਗ। ਇਹ 9, ਇਹਨਾਂ 9 ਨੂੰ ਮਹਾਰਾਜ ਨੇ ਕਿਹਾ ਕਿ ਕਰੈਕਟ ਇਨਫੋਰਮੇਸ਼ਨ ਅੰਦਰ ਭੇਜੋ, ਗਲਤ ਇਨਫੋਰਮੇਸ਼ਨ ਅੰਦਰ ਨਾ ਭੇਜੋ, ਵਿਚ ਮਾਈਂਡ ਪ੍ਰੋਸੈਸਸ ਐਂਡ ਦੈਨ ਐਕਟਸ। ਤੇ ਜਦੋਂ ਅਸੀਂ ਗੁਰੂ ਦੀ ਸਮਝ, ਗੁਰੂ ਦੀ ਸੋਚ, ਗੁਰੂ ਜੀ ਦੀ ਸਿੱਖਿਆ ਸਿੱਖ ਲੈਂਦੇ ਹਾਂ, ਉਹਦੇ ਨਾਲ ਸਾਡੀ ਡਿਸਕ੍ਰਿਮੀਨੇਟਰੀ ਪਾਵਰ, ਜਿਹੜਾ ਸਾਡਾ 10ਵਾਂ ਦੁਆਰ ਹੈ, ਇਹਨਾਂ ਸਾਰੀਆਂ ਚੀਜ਼ਾਂ ਨੂੰ ਡਿਸਕ੍ਰਿਮੀਨੇਟ ਕਰਨ ਦਾ ਜਿਹੜਾ ਮਨ ਨੂੰ ਅਵੇਲੇਬਿਲਿਟੀ ਹੋ ਜਾਂਦੀ ਹੈ, ਉਹ 10ਵਾਂ ਦੁਆਰ ਹੈ। ਉਹ ਸਿਰਫ ਗੁਰੂ ਦੀ ਸੂਝ ਦੇ ਨਾਲ ਉਹ ਫਿਰ ਤਾਂ ਹੀ ਖੁੱਲ ਸਕਦਾ ਹੈ, ਜਿਸ ਕਰਕੇ ਅਸੀਂ ਫਿਰ ਇਹ 9 ਦੁਆਰਾਂ ਦੀ ਤੇ 10ਵੇਂ ਦੁਆਰ ਨੂੰ ਡਿਸਕ੍ਰਿਮੀਨੇਟ ਕਰਕੇ ਫਿਰ ਅਸੀਂ ਆਨੰਦ ਦੀ ਅਵਸਥਾ ਤੇ ਪਹੁੰਚ ਸਕਦੇ ਹਾਂ। ਇਹ ਮੈਂ ਗੁਰਮੁਖਾਂ ਕੋਲੋਂ ਹੀ ਸਿੱਖਿਆ ਤੇ ਮੇਰਾ ਇਹ ਵਿਚਾਰ ਇਟ ਸਾਊਂਡਸ ਸਾਇੰਟੀਫਿਕਲੀ ਵੈਰੀ ਕਰੈਕਟ, ਕਿਉਂਕਿ ਸਾਰੀਆਂ ਇਨਫੋਰਮੇਸ਼ਨ ਅੰਦਰ ਜਾਂਦੀਆਂ ਨੇ ਸਾਨੂੰ ਸੈਂਸਰੀ ਰਿਸੈਪਟਰਸ ਦੇ ਥਰੂ, ਤੇ ਇਹ ਐਂਡ ਦੈਨ ਬ੍ਰੇਨ ਦੇ ਵਿਚਕਾਰ ਜਦੋਂ ਉਹ ਡਿਸਕ੍ਰਿਮੀਨੇਟ ਕਰਦਾ, ਉਹ ਜਿਹੜੀ ਡਿਸਕ੍ਰਿਮੀਨੇਸ਼ਨ ਪਾਵਰ ਹੈ, ਉਹ ਸਿਰਫ ਸਾਨੂੰ ਅੱਛੇ ਟੀਚਰ ਗੁਰੂ ਮਹਾਰਾਜ ਵਰਗੇ ਸਾਨੂੰ ਗੁਰੂ ਟੀਚਰ ਮਿਲਣ ਨਾਲ ਉਹ ਡਿਸਕ੍ਰਿਮੀਨੇਟਰ ਪਾਵਰ ਤਾਂ ਹੀ ਆ ਜਾਂਦੀ ਹੈ। ਤੇ ਫਿਰ ਅਸੀਂ ਵੀ ਕੈਨ ਰੀਚ ਐਟ ਦ ਨਾਈਨਥ ਸਟੇਜ, ਤਾਂ ਕਿ ਵੀ ਹੈਵ ਪਰਪੈਚੁਅਲ ਪੀਸ। ਇੰਨੀਆਂ ਗੱਲਾਂ ਕਰਦਿਆਂ ਮਾਫ ਕਰਨਾ ਜੀ, ਗਲਤੀਆਂ ਦੀਆਂ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੈਕਸਟ ਦਾ ਹਰਦੇਵ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਫਤਿਹ ਜੀ। ਬਹੁਤ ਸੋਹਣੇ ਤਰੀਕੇ ਨਾਲ ਪ੍ਰਭ ਕੀਰਤਨ ਸਿੰਘ ਜੀ ਨੇ ਵਿਖਿਆਨ ਕੀਤਾ ਹੈ। ਮੈਂ ਸਮਝਦਾ ਬਹੁਤ ਧੰਨਵਾਦੀ ਨੇ ਕਿ ਇੱਕ ਅੱਖਰ ਦਾ ਉਹਨਾਂ ਨੇ ਬੜੇ ਤਰੀਕੇ ਨਾਲ ਅਰਥ ਸਮਝਾਏ ਨੇ। ਤੇ ਮੈਂ ਇੱਕ ਜੇ ਵੀਰ ਜੀ ਹੁਣੇ ਗੱਲ ਕਰ ਰਹੇ ਸਨ 10ਵੇਂ ਗ੍ਰੰਥ ਦੀ ਗੱਲ,
ਦਸਮ ਦੁਆਰ ਦੀ ਗੱਲ, ਦਸਮ ਦੁਆਰ ਦੀ ਗੱਲ ਜਿੱਥੇ ਤੱਕ ਉਹਨਾਂ ਨੇ ਬੜੀ ਚੰਗੀ ਤਰ੍ਹਾਂ ਸਮਝਾਇਆ, ਲੇਕਿਨ ਫਿਰ ਵੀ ਥੋੜਾ ਜਿਹਾ ਇੱਕ ਅੱਧ ਜਗ੍ਹਾ ਤੇ ਉਹ ਬੋਲ ਗਏ ਦਸਮ ਦੁਆਰ ਦੀ ਅਵਸਥਾ, ਉਹਦੇ ਨਾਲ ਸ਼ਾਇਦ ਫਰਕ ਪੈਂਦਾ ਹੋਵੇ, ਲੇਕਿਨ ਬੜੇ ਸੋਹਣੇ ਤਰੀਕੇ ਨਾਲ ਬਾਣੀ 'ਚ ਬੜੀ ਜਗ੍ਹਾ ਜਗ੍ਹਾ ਦਸਮ ਦੁਆਰ ਦੀ ਗੱਲ ਕਹੀ ਗਈ ਹੈ ਕਿ ਇਹ ਦਿਮਾਗ ਦੀ ਗੱਲ ਹੈ, ਉਹਨੂੰ ਪ੍ਰੈਕਟੀਕਲ ਦੁਆਰ 'ਚ ਆਉਂਦੀ ਹੈ ਵਿਵਸਥਾ, ਤੇ ਉਸ ਤੋਂ ਬਾਅਦ ਉਹਨੂੰ ਪ੍ਰੈਕਟੀਕਲ ਰੂਪ, ਚੰਗੇ ਰੂਪ ਦੇਣ ਵਾਸਤੇ ਵੀ ਉਹ ਅੱਗੇ ਕੰਮ ਕਰਦਾ ਹੈ। ਮੈਂ ਇਹ ਬੇਨਤੀ ਕਰ ਰਿਹਾ ਕਿ ਪ੍ਰਭ ਕੀਰਤਨ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਕਦੇ ਵੀ ਟਾਈਮ ਮਿਲੇ ਨਾ, ਇੱਕ ਪੌੜੀ ਦਾ ਜਿਵੇਂ ਬਰੀਫ ਅਕਾਊਂਟ ਦੇ ਕੇ ਨਾ, ਉਹ ਅਲੱਗ-ਅਲੱਗ ਦੇ ਰਹੇ ਕਿ ਬਈ ਇੱਕ ਪਹਿਲੀ ਪੌੜੀ ਦਾ ਜਿਵੇਂ ਇੱਕ ਟੌਪਿਕ ਦਿੱਤਾ, ਦੂਜੀ ਦਾ ਥੋੜਾ ਇਸੀ ਨੂੰ ਅਸੀਂ ਇੱਕ ਕਰਕੇ ਉਸ ਕੁਐਸਚਨ ਨੂੰ ਦੇਖ ਕੇ ਅੱਗੇ ਇਹ ਪੂਰੀਆਂ 40 ਪੌੜੀਆਂ ਦਾ ਜਿਹੜਾ ਅਰਥ ਅਸੀਂ ਤੁਹਾਡੀ ਟੇਪ ਦੁਬਾਰਾ ਸੁਣ ਕੇ ਉਸ ਨੂੰ ਵਿਵੇਚਨ ਕਰੇ, ਕਿਉਂਕਿ ਇਹ ਸਿੱਖ ਫਿਲਾਸਫੀ ਦਾ ਮੈਂ ਸਮਝਦਾ ਬਹੁਤ ਵੱਡਾ ਪਾਰਟ ਆਨੰਦ ਸਾਹਿਬ 'ਚ ਗੁਰੂ ਮਹਾਰਾਜ ਨੇ ਦੱਸਿਆ ਕਿ ਜਿਹਨੇ ਇਸ ਫਿਲਾਸਫੀ ਨੂੰ ਪੜ੍ਹ ਲਿਆ ਤੇ ਉਸ ਤੋਂ ਬਾਅਦ ਕੁਐਸਚਨ ਸਾਡੇ ਦਿਮਾਗ 'ਚ ਆਉਣੇ ਬਿਲਕੁਲ ਬੰਦ ਹੋ ਜਾਣਗੇ। ਕਿ ਮੈਂ ਸਮਝਦਾ ਇਹ ਬੜੀ ਬੇਨਤੀ ਮੇਰੀ ਹੈ ਕਿ ਵੀ ਥੋੜਾ ਜਿਹਾ ਇੱਕ ਪੌੜੀ ਦਾ ਭਾਵੇਂ ਕੁਐਸਚਨ ਬਣਾ ਕੇ ਛੱਡ ਦੇਣ ਜਾਂ ਇੱਕ ਪੰਫਲੇਟ ਦੇ ਦੇਣ ਕਿ ਅਸੀਂ ਜਿਲੇ ਵੀ ਇੱਕ ਕੁਐਸਚਨ ਨੂੰ ਹੱਲ ਕਰਨਾ, ਤੁਹਾਡਾ ਇੱਕ ਬਿਆਨ ਜਿਹੜਾ ਉਹ ਦੁਬਾਰਾ ਸੁਣ ਲਈਏ, ਸੁਣ ਕੇ ਬਾਅਦ ਮੈਂ ਸਮਝਦਾ ਉਹ ਦੁਬਾਰਾ ਰਿਵਿਊ ਹੋ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸਰ ਪਰਮਜੀਤ ਸਿੰਘ। ਪਰਮਜੀਤ ਸਿੰਘ ਜੀ ਅਨਮਿਊਟ ਕਰ ਲਓ। ਹਾਂਜੀ, ਵਾਹਿ ਖਾਲਸਾ ਜੀ ਫਤਿਹ ਜੀ। ਫਤਿਹ ਜੀ। ਬਹੁਤ ਬਹੁਤ ਧੰਨਵਾਦ ਪ੍ਰਭ ਕੀਰਤਨ ਜੀ ਦਾ, ਬੜਾ ਸੋਹਣਾ ਤਰੀਕੇ ਨਾਲ ਕੀਤਾ। ਸਿਹਤ ਵੀ ਠੀਕ ਨਹੀਂ ਸੀ, ਫਿਰ ਵੀ ਬੜੀ ਮਿਹਨਤ ਕਰਕੇ ਕੀਤਾ, ਮੈਂ ਜਲਦੀ ਤੰਦਰੁਸਤੀ ਬਖਸ਼ੇ। ਮੇਰਾ ਇੱਕ ਕੁਐਸਚਨ ਸੀ ਕਿ ਇਹ ਸਾਚਾ ਸਵੇਲਾ ਸਾਚੇ ਘਰ ਗਾਓ, ਸਾਚੇ ਘਰ ਦਾ ਮਤਲਬ ਗੁਰਦੁਆਰੇ ਜਾਂ ਸਤ ਸੰਗਤ, ਕਿਸ ਤਰ੍ਹਾਂ ਸਾਚੇ ਘਰ ਗਾਓ? ਹਾਂਜੀ, ਪ੍ਰਭ ਕੀਰਤਨ ਸਿੰਘ ਜੀ ਜਰਾ ਐਕਸਪਲੇਨ ਕਰ ਦਿਓ। ਇਹ ਜੀ ਇਹਦੇ ਅਰਥ ਜੋ ਆਪਾਂ ਕੀਤੇ ਹਨ, ਉਹ ਇੱਥੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਹਨੂੰ ਸਤ ਸੰਗਤ ਕਿਹਾ ਹੈ। ਉਹ ਘਰ, ਉਹ ਸਥਾਨ ਜਿੱਥੇ ਉਹ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੀ ਜੋ ਉਸਤਤ ਕੀਤੀ ਜਾਂਦੀ, ਉਹਦੇ ਗੁਣ ਗਾਏ ਜਾਂਦੇ। ਉਹਨਾਂ ਨੇ ਇਹਦੇ ਅਰਥ ਉਹੀ ਕੀਤੇ ਹਨ। ਤੋ ਸਭ ਤੋਂ ਢੁਕਵੇਂ ਵੀ ਇਹੀ ਲੱਗਦੇ ਹਨ ਜੀ। ਬਾਕੀ ਇਸ ਦੇ ਕੋਈ ਹੋਰ ਅਰਥ ਆਪ ਜੀ ਦੇ ਮਤਲਬ ਵਿਚਾਰਾਂ ਦੇ ਵਿੱਚ ਹੋਣ ਤੇ ਜ਼ਰੂਰ ਸਾਂਝੇ ਕਰੋ ਜੀ। ਮੈਨੂੰ ਤਾਂ ਇਹੀ ਅਰਥ ਲੱਗਦੇ ਹਨ ਕਿ ਜਦੋਂ ਤੱਕ ਅਸੀਂ ਸਤ ਸੰਗਤ ਦੇ ਵਿੱਚ ਬੈਠ ਕੇ ਉਸ ਪ੍ਰਭੂ ਦੀ ਉਸਤਤ ਨਹੀਂ ਕਰਦੇ, ਉਸ ਪ੍ਰਭੂ ਦੇ ਨਾਲ ਜੁੜਦੇ ਨਹੀਂ, ਉਹਦੀ ਸਿਫਤ ਸਲਾਹ ਨਹੀਂ ਕਰਦੇ, ਉਦੋਂ ਤੱਕ ਅੱਗੇ, ਕਿਉਂਕਿ ਅਖੀਰ ਦੇ ਉੱਤੇ ਸਤਿਗੁਰੂ ਸਟੇਜ ਬਾਏ ਸਟੇਜ, ਪਰ ਗੁਰਮਤ ਦੇ ਵਿੱਚ ਜਿਹੜਾ ਆਖਰੀ ਜੋ ਸਾਡੇ ਕੋਲ ਇੱਕ ਪ੍ਰਭੂ ਤੱਕ ਪਹੁੰਚਣ ਦਾ ਰਸਤਾ ਹੈ, ਉਹ ਸਤਸੰਗ ਹੈ, ਜਿਹੜਾ ਕਿ ਇੱਕ ਅਸੀਂ ਕਹਿ ਸਕਦੇ ਹਾਂ ਗੁਰਮਤ ਦੀ ਬੜੀ ਵਿਸ਼ੇਸ਼ਤਾ ਹੈ। ਉੱਥੇ ਤੱਕ ਹੀ ਸਤਿਗੁਰੂ ਸਾਨੂੰ ਲੈ ਕੇ ਆਏ ਹਨ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਨੈਕਸਟ ਡਾਕਟਰ ਸੁਰਿੰਦਰ ਸਿੰਘ ਜੀ। ਵੀਰ ਜੀ, ਇਹ ਜਿਹੜੀ ਦਸਮ ਦੁਆਰ ਹੈ, ਇਜ਼ ਇਟ ਦ ਸੇਮ ਐਜ਼ ਹਾਇਰ ਸਪਿਰਿਚੁਅਲ ਸਟੇਟ ਜਾਂ ਉੱਚੀ ਆਤਮਿਕ ਅਵਸਥਾ, ਕਿ ਉਹ ਕੋਈ ਵੱਖਰਾ ਹੈ? ਮੇਰੇ ਖਿਆਲ 'ਚ ਦਸਮ ਦੁਆਰ ਇਹੀ ਹੈ ਕਿ ਜਦੋਂ ਬੰਦਾ ਹਾਇਰ ਸਪਿਰਿਚੁਅਲ ਸਟੇਟ 'ਚ ਪਹੁੰਚ ਜਾਂਦਾ ਹੈ ਜਾਂ ਉੱਚੀ ਆਤਮਿਕ ਅਵਸਥਾ 'ਚ ਪਹੁੰਚ ਜਾਂਦਾ, ਤੇ ਫਿਰ ਸਾਰੀਆਂ ਗੱਲਾਂ ਕਲੀਅਰ ਹੋਣੀਆਂ ਸ਼ੁਰੂ ਹੋ ਜਾਂਦੀਆਂ। ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਜੀ। ਇਹ ਕੋਈ ਆਵਾਜ਼ ਕਲੀਅਰ ਨਹੀਂ ਆ ਰਹੀ ਜੀ। ਕੀਰਤਨ ਜੀ ਤੁਹਾਡੀ ਆਵਾਜ਼ ਕੱਟ ਰਹੀ ਹੈ। ਆਵਾਜ਼ ਨਹੀਂ ਕਲੀਅਰ ਤੇ ਉਹ ਕਈ ਕੁਝ ਕਰਨ ਦਾ ਵਿੱਚ। ਹੈਲੋ, ਹਾਂਜੀ, ਦੁਬਾਰਾ ਇੱਕ ਵਾਰੀ ਬੋਲ ਦਿਓ। ਹਾਂਜੀ, ਹੁਣ ਠੀਕ ਹੈ ਜੀ? ਹੁਣ ਬੈਟਰ ਬੈਟਰ। ਹਾਂਜੀ, ਬਿਲਕੁਲ ਤੁਸੀਂ ਠੀਕ ਕਿਹਾ ਜੀ। ਮੈਂ 100% ਸਹਿਮਤ ਹਾਂ ਤੁਹਾਡੇ ਨਾਲ, ਜੋ ਤੁਸੀਂ ਸ਼ਬਦ ਵਰਤੇ ਨੇ ਕਿ ਉੱਚੀ ਆਤਮਿਕ ਅਵਸਥਾ ਹੈ। ਤਾਂ ਉਹ ਸ਼ਬਦਾਵਲੀ ਸਤਿਗੁਰੂ ਜੀ ਉਹ ਵਰਤਦੇ ਹਨ ਜਿਹੜੀ ਆਮ ਵਰਤੀ ਜਾਂਦੀ। ਇਸੇ ਤਰ੍ਹਾਂ ਹੀ ਤੁਰਿਆ ਅਵਸਥਾ ਦੀ ਗੱਲ ਹੈ, ਇੱਥੇ ਹੀ ਸਤਿਗੁਰੂ ਜੀ ਨੇ ਅਨਹਦ ਸ਼ਬਦ ਦੀ ਗੱਲ ਕੀਤੀ ਆ, ਅਨਹਦ ਤੁਰੇ ਦੀ ਗੱਲ ਕੀਤੀ ਹੈ।
ਇਹ ਸਾਰੀਆਂ ਸ਼ਬਦਾਵਲੀਆਂ ਇੱਕ ਖਾਸ ਅਵਸਥਾ ਨੂੰ, ਇੱਕ ਖਾਸ ਗੱਲ ਨੂੰ ਸਮਝਾਉਣ ਵਾਸਤੇ ਸਤਿਗੁਰੂ ਜੀ ਨੇ ਉਹ ਵਰਤ ਲਈਆਂ ਨੇ ਜੋ ਪਹਿਲਾਂ ਹੀ ਚੱਲ ਰਹੀਆਂ ਸਨ। ਤੋ ਇਹ ਸਿਰਫ ਉਹ ਅਵਸਥਾ ਹੈ ਜਿਹੜੀ ਕਿ ਸਾਡੀਆਂ ਕਹਿ ਲਈਏ ਕਿ 9 ਇੰਦਰੀਆਂ ਤੋਂ ਉੱਪਰ ਦੀ ਅਵਸਥਾ ਹੈ। ਸਤਿਗੁਰੂ ਜੀ ਨੇ ਉਹਦੇ ਨਾਲ ਹੀ ਕਨੈਕਟ ਕੀਤਾ ਹੈ ਕਿ 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਭਾਵ ਉਹ ਸਾਨੂੰ ਉੱਥੇ ਤੱਕ ਪਹੁੰਚਣਾ ਪੈਣਾ ਹੈ। ਇਹ ਤਾਂ ਸਾਨੂੰ ਬਾਹਰੋਂ ਦਿਸ ਰਹੇ ਹਨ, ਅਸੀਂ ਵਰਤ ਰਹੇ ਹਾਂ, ਰੋਜ਼ਾਨਾ ਵਰਤ ਰਹੇ ਹਾਂ, ਇਹਨਾਂ ਦਾ ਆਨੰਦ ਲੈ ਰਹੇ ਹਾਂ ਔਰ ਇਹਨਾਂ ਵਿੱਚ ਹੀ ਫਸੇ ਬੈਠੇ ਹਾਂ। ਹੈ ਤਾਂ ਇਹ ਸਾਡੀਆਂ ਮਤਲਬ ਸਹੂਲਤਾਂ ਸਨ, ਸਾਡੇ ਟੂਲਸ ਸਨ, ਜਿਵੇਂ ਕਿ ਸਤਿਗੁਰੂ ਜੀ ਨੇ ਇਸ ਤੋਂ ਪਹਿਲਾਂ ਪੌੜੀਆਂ ਦਾ ਹੀ ਦੱਸਿਆ, ਨੇਤਰਾਂ ਦੀ ਗੱਲ ਕਰਕੇ, ਸ਼੍ਰਵਣਾਂ ਦੀ ਗੱਲ ਕਰਕੇ। ਜੇ ਇਹਨਾਂ ਦਾ ਸਹੀ ਇਸਤੇਮਾਲ ਕਰੀਏ ਤਾਂ ਫਿਰ ਇਹ ਸਾਡੇ ਟੂਲਸ ਹਨ ਜਿਹੜੇ ਸਾਨੂੰ ਅਕਾਲ ਪੁਰਖ ਤੱਕ ਲੈ ਜਾਂਦੇ ਹਨ। ਪਰ ਜੇ ਇਹ ਉਹ ਨਹੀਂ ਤਾਂ ਫਿਰ ਇਹ ਸਿੰਪਲੀ 9 ਗੋਲਕਾਂ ਹਨ, 9 ਦੁਆਰੇ ਹਨ, ਜਿਨ੍ਹਾਂ ਵਿੱਚ ਆਮ ਬੰਦਾ ਫਸਦਾ, ਫਿਰ ਅਸੀਂ ਵੀ ਫਸ ਗਏ। ਫਿਰ ਸਾਡੀ ਉਹੀ ਅਵਸਥਾ ਹੈ। ਤੋ ਇਹ ਬਿਲਕੁਲ ਉਸੇ ਤਰ੍ਹਾਂ ਹੀ ਹੈ ਜਿਵੇਂ ਇੱਕ ਅਸੀਂ ਕਾਲਜ ਦੇ ਵਿੱਚ, ਸਕੂਲ ਦੇ ਵਿੱਚ ਪੜ੍ਹਦੇ ਹਾਂ। ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਸਾਡੀ ਜ਼ਿੰਦਗੀ ਦਾ ਉੱਥੇ ਬਹੁਤ ਬੜਾ ਇੰਪੋਰਟੈਂਟ ਹਿੱਸਾ ਹੁੰਦਾ ਹੈ। ਜਦੋਂ ਕੋਈ ਬੰਦਾ ਇੰਜੀਨੀਅਰ ਬਣ ਜਾਂਦਾ ਹੈ, ਨੌਕਰੀ ਲੈਣ ਜਾਂਦਾ ਹੈ, ਇੰਜੀਨੀਅਰਿੰਗ ਦੀ ਡਿਗਰੀ ਤਾਂ ਸਾਰਿਆਂ ਕੋਲ ਹੈ। ਜਿਹੜਾ EMPLOYER ਹੈ ਉਹ ਬੰਦੇ ਦੀ ਪਰਸਨੈਲਿਟੀ ਜੱਜ ਕਰਦਾ ਹੈ ਤੇ ਉਹ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਤੋਂ ਜੱਜ ਕਰਦਾ, ਤਾਂ ਉਹਨਾਂ ਦੀ ਬੜੀ ਇੰਪੋਰਟੈਂਸ ਹੈ। ਪਰ ਜੇ ਕੋਈ ਬੰਦਾ ਸਿਰਫ ਐਕਸਟਰਾ ਕਰਿਕੂਲਰ ਐਕਟੀਵਿਟੀ 'ਚ ਲੱਗਾ ਰਹਿ ਜਾਂਦਾ, ਪੜ੍ਹਾਈ ਹੀ ਨਹੀਂ ਕਰਦਾ, ਉਹਦੀ ਡਿਗਰੀ ਨਹੀਂ ਪੂਰੀ ਹੁੰਦੀ, ਫਿਰ ਉਹ ਫਜ਼ੂਲ ਹੈ। ਇਹ ਬਿਲਕੁਲ ਉਹੀ ਚੀਜ਼ ਹੈ ਕਿ ਜੇ ਇਹ ਸਾਡਾ ਏਡ ਹੈਗੀਆਂ ਨੇ ਸਾਡੇ ਡਿਵੈਲਪਮੈਂਟ ਦਾ, ਤੇ ਫਿਰ ਤਾਂ ਬਹੁਤ ਵਧੀਆ ਚੀਜ਼ ਹੈ। ਲੇਕਿਨ ਜੇ ਅਸੀਂ ਇਹਨਾਂ ਵਿੱਚ ਫਸ ਕੇ ਜਿਹੜਾ ਆਪਣਾ ਅਸਲੀ ਮੰਤਵ ਸੀ, ਜਿਹਦੇ ਕਰਕੇ ਅਸੀਂ ਇਹ ਸਾਰਾ ਕੁਝ ਕਰ ਰਹੇ ਸੀ, ਜੇ ਉਹਨੂੰ ਭੁੱਲ ਗਏ ਤੇ ਫਿਰ ਇਹ ਮਾਇਆ ਹੈ, ਫਿਰ ਇਹ ਔਗੁਣ ਹਨ, ਵਿਕਾਰ ਹਨ। ਬਸ ਇੰਨਾ ਹੀ ਖੇਡ ਹੈ ਜਿਹੜੀ ਕਿ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਹਨ ਕਿ ਇਹਨਾਂ ਨੂੰ ਵਰਤੋ, ਇਹਨਾਂ ਨੂੰ ਪੋਜ਼ਿਟਿਵਲੀ, ਕੰਸਟਰਕਟਿਵਲੀ ਵਰਤੋ, ਡਿਸਟਰਕਟਿਵਲੀ ਨਾ ਵਰਤੋ। ਗੱਲ ਤਾਂ ਅਲਟੀਮੇਟਲੀ ਇੰਨੀ ਹੈ, ਪਰ ਇਹ ਹੈ ਕੰਮ ਬੜਾ ਔਖਾ। ਇਸ ਕਰਕੇ ਸਤਿਗੁਰੂ ਸਾਨੂੰ ਬਾਰ-ਬਾਰ ਸਮਝਾ ਰਹੇ ਹਨ। ਇਹ ਕਰਨਾ ਬੜਾ ਔਖਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਡਾਕਟਰ ਕਿਰਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। This was very nice to have the commentary on Anand Sahib. ਸੋਹਿਲਾ ਪੌੜੀ 2 ਵਾਰੀ ਆਉਂਦੀ ਹੈ, ਇੱਕ ਪਹਿਲਾਂ ਆਉਂਦੀ ਹੈ, ਇੱਕ ਬਾਅਦ ਦੇ ਵਿੱਚ। ਫਰਕ ਕੀ ਹੈ ਦੋਨਾਂ ਦਾ ਜੀ? ਕੀਰਤਨ ਜੀ ਅਨਮਿਊਟ ਕਰ ਲਓ। ਹਾਂਜੀ, ਦੋਹਾਂ ਨੂੰ ਨਾਲੋਂ ਨਾਲ ਰੱਖ ਕੇ ਵਿਚਾਰ ਕਰਾਂਗੇ ਤੇ ਪੂਰਾ ਸਮਝ ਪਾਵਾਂਗੇ ਜੀ। ਇਸ ਤਰ੍ਹਾਂ ਆਫ ਹੈਂਡ ਮੈਂ ਕੁਝ ਕਹਿ ਦਿਆਂਗਾ ਤਾਂ ਫਿਰ ਉਹ ਮੈਂ ਗਲਤੀ ਕਹਾਂਗਾ, ਠੀਕ ਨਹੀਂ ਕਹਾਂਗਾ। ਇਹ ਧਿਆਨ ਨਾਲ ਹੀ ਵਿਚਾਰ ਕਰਨ ਵਾਲੀ ਗੱਲ ਹੈ। ਇਸ ਤਰ੍ਹਾਂ ਆਫ ਹੈਂਡ ਮੈਂ ਜਵਾਬ ਦੇਣ ਜੋਗਾ ਨਹੀਂ ਹੈਗਾ। ਚਲੋ ਇਹਦਾ ਇੱਕ ਵੱਖਰਾ ਸਵਾਲ ਰਾਜਾ ਸਿੰਘ ਜੀ ਨੂੰ ਬੇਨਤੀ ਕਰਦਿਆਂ ਨੋਟ ਕਰ ਲੈਣ ਤੇ ਫਿਰ ਕਿਸੇ ਮੰਡੇ ਨੂੰ ਉਹਦੀ ਵਾਰੀ ਆ ਜਾਏਗੀ। ਇਹ ਸੋਹਿਲਾ ਜਿਹੜਾ 2 ਵਾਰੀ 2 ਅਲੱਗ-ਅਲੱਗ ਪੌੜੀਆਂ 'ਚ ਆਇਆ, ਉਹਨਾਂ ਦਾ ਕੀ ਕਨੈਕਸ਼ਨ ਹੈ? ਥੈਂਕ ਯੂ ਜੀ। ਠੀਕ ਹੈ ਜੀ। ਹਾਂਜੀ, ਜਿਨ੍ਹਾਂ ਦੀ ਆਈਡੀ ਹੈ ਜੀ 1 2 3 4 5 ਔਰ ਹੈਂਡ ਰੇਜ਼ ਕੀਤਾ ਹੈ, ਪਲੀਜ਼ ਅਨਮਿਊਟ ਕਰ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀਰਤਨ ਜੀ, ਮੈਂ ਇੱਕ ਪਹਿਲਾਂ ਤੇ ਵੀਰ ਜੀ ਆਪਣਾ ਨਾਮ ਦੱਸ ਦਿਓ ਜੀ। ਰਜਿੰਦਰ ਸਿੰਘ ਰੇਖੀ। ਹਾਂਜੀ ਮੈਂ ਪਲੀਜ਼। ਇੱਕ ਗੱਲ ਪੁੱਛਣਾ ਚਾਹੁੰਦਾ ਸੀ ਕਿ ਭਾਵ ਭਾਵਨੀ ਨੂੰ ਥੋੜਾ ਹੋਰ ਐਕਸਪਲੇਨ ਕਰ ਸਕਦੇ ਹੋ ਤੁਸੀਂ? ਥੈਂਕ ਯੂ। ਇਹ ਵਿੱਚ ਆਮ ਵਰਤੀ ਜਾਂਦੀ ਸ਼ਬਦਾਵਲੀ ਹੈ। ਭਾਵਨੀ ਤਾਂ ਸਤਿਗੁਰੂ ਜੀ ਨੇ ਬਹੁਤ ਥਾਵਾਂ ਤੇ ਵਰਤਿਆ ਹੈ, ਭੈ ਵੀ ਵਰਤਿਆ ਹੈ, ਭਾਵ ਵੀ ਵਰਤਿਆ ਹੈ। ਹੈ ਤਾਂ ਇਹ ਮਤਲਬ ਭਾਵਨੀ ਦਾ ਅਰਥ ਤੇ ਸ਼ਰਧਾ ਤੇ ਪ੍ਰੇਮ ਹੀ ਹੈ। ਭਾਵ ਦਾ ਅਰਥ ਅਸੀਂ ਆਮ ਤੌਰ ਤੇ ਪ੍ਰੇਮ ਦੇ ਅਰਥਾਂ ਵਿੱਚ ਲੈਂਦੇ ਹਾਂ, ਤੇ ਭੈ ਇਹ ਹੈ ਕਿ ਡਰ ਦੀ ਗੱਲ ਹੁੰਦੀ ਹੈ। ਜਿਵੇਂ ਮਾਤਾ ਪਿਤਾ ਨਾਲ ਪ੍ਰੇਮ ਵੀ ਹੁੰਦਾ ਹੈ, ਡਰ ਵੀ ਹੁੰਦਾ ਹੈ, ਤੋ ਇਹ ਦੋਨੋਂ ਚੀਜ਼ਾਂ ਹੁੰਦੀਆਂ ਹਨ ਤੇ ਉਹਨੂੰ ਮਿਲਾ ਕੇ ਜਦੋਂ ਅਸੀਂ ਕਹਿੰਦੇ ਹਾਂ ਤੇ ਭਾਵ ਕਹਿ ਦਿੰਦੇ ਹਾਂ। ਬਾਕੀ ਇਹ ਕੰਟੈਕਸਟ ਦੇ ਮੁਤਾਬਕ ਹੀ ਇਹਦੇ ਅਰਥ ਕੀਤੇ ਜਾ ਸਕਦੇ ਹਨ। ਇਹ ਜਿਵੇਂ ਸਾਇੰਟੀਫਿਕ ਪ੍ਰਿੰਸੀਪਲ ਦੀ ਤਰ੍ਹਾਂ ਅਸੀਂ ਇੱਕ ਡੈਫੀਨੇਸ਼ਨ ਨਹੀਂ ਦੇ ਸਕਦੇ ਕਿ ਭਾਵਨੀ ਦਾ ਇਹ ਡੈਫੀਨੇਸ਼ਨ ਹੈ, ਭਾਵ ਦੀ ਇਹ ਹੈ ਤੇ ਭੈ ਦੀ ਇਹ ਹੈ। ਇਹ ਜਦੋਂ ਤੱਕ ਬਾਣੀ ਜਿੱਥੇ ਇਹ ਲਫ਼ਜ਼ ਵਰਤੇ ਗਏ ਹਨ ਉਹਦੇ ਕੰਟੈਕਸਟ ਵਿੱਚ ਇਹਨੂੰ ਨਾ ਸਮਝੀਏ ਤਾਂ ਮੈਨੂੰ ਲੱਗਦਾ ਹੈ ਕਿ ਆਪਾਂ ਉਲਟੇ ਪਾਸੇ ਤੁਰ ਪਾਵਾਂਗੇ, ਅਸੀਂ ਗਲਤ ਅਰਥਾਂ ਤੱਕ ਵੀ ਪਹੁੰਚ ਸਕਦੇ ਹਾਂ। ਤਾਂ ਕੋਈ ਪੰਕਤੀ ਹੋਵੇ ਤੇ ਉਹਦੀ ਵਿਚਾਰ ਕਰਨ ਲੱਗਿਆ ਉਹਦੇ ਮੁਤਾਬਕ ਅਰਥ ਕਰਨੇ ਪੈਣਗੇ ਜੀ। ਮੋਟੇ ਤੌਰ ਦੇ ਉੱਤੇ ਇਹ ਜਿਹੜੇ ਅਰਥ ਹਨ, ਡਿਕਸ਼ਨਰੀ ਮੀਨਿੰਗਸ ਮੈਂ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਹਨ। ਵਾਹਿਗੁਰੂ ਜੀ। ਹਾਂਜੀ, ਮਨਪ੍ਰੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੀ ਜੀ, ਮੇਰਾ ਇੱਕ ਜਨਰਲ ਜਿਹਾ ਕੁਐਸਚਨ ਹੈ ਕਿ
ਵੈਸੇ ਤਾਂ ਗੁਰੂ ਸਾਹਿਬ ਨੇ ਬੜੀ ਅਪਾਰ ਬਖਸ਼ਿਸ਼ ਕੀਤੀ ਹੈ। ਗੁਰੂ ਅਮਰਦਾਸ ਜੀ ਨੇ ਜਿਹੜਾ ਆਨੰਦ ਸਾਹਿਬ ਸਾਨੂੰ ਬਾਣੀ ਦੇ ਰੂਪ ਵਿੱਚ ਦਿੱਤੀ ਹੈ, ਤੇ ਇਹਨੂੰ ਆਪਾਂ ਹਰ ਖੁਸ਼ੀ ਗਮੀ ਦੇ ਵੇਲੇ, ਸਮਾਗਮ ਦੇ ਸਮਾਪਤੀ ਵੇਲੇ ਪੜ੍ਹਦੇ ਹਾਂ। ਤੇ ਭਾਵੇਂ ਜਿਹੋ ਜਿਹਾ ਮਰਜ਼ੀ ਮਾਹੌਲ ਹੋਏ, ਸੋਗਮਈ ਹੋਏ, ਵਿਰਾਗਮਈ ਹੋਏ, ਭਾਵੇਂ ਖੁਸ਼ੀ ਵਾਲਾ ਹੋਏ, ਅਸੀਂ ਉਸ ਆਨੰਦ ਨੂੰ ਆਪਾਂ ਫੀਲ ਕਰ ਸਕਦੇ ਹਾਂ ਜੇ ਸਾਨੂੰ ਬਾਣੀ ਸਮਝ ਆਉਂਦੀ ਹੈ। ਤੇ ਇਹਨਾਂ ਅਰਥਾਂ ਦੇ ਵਿੱਚ ਵੀ ਬੜਾ ਵਿਸ਼ਾਲਤਾ ਅਸੀਂ ਪ੍ਰਭ ਕੀਰਤਨ ਸਿੰਘ ਜੀ ਪਾਸੋਂ ਸੁਣੀ ਹੈ। ਸੋ ਧੰਨਵਾਦ ਆਪ ਜੀ ਦਾ ਵੀ। ਮੇਰਾ ਛੋਟਾ ਜਿਹਾ ਸਵਾਲ ਹੈ, ਭਾਵੇਂ ਹੁਣੇ ਭਾਵੇਂ ਲੇਟਰ ਔਨ, ਜੇਕਰ ਜਿਸਨੇ ਜਦ ਵੀ ਤੁਹਾਨੂੰ ਸਮਾਂ ਲੱਗੇ, ਇਸ ਕਲੈਰੀਫਿਕੇਸ਼ਨ ਕਰਨਾ ਜੀ ਕਿ ਸਿੱਖ ਰਹਿਤ ਮਰਿਆਦਾ ਵਿੱਚ ਵੀ ਆਨੰਦ ਸਾਹਿਬ ਦੀ ਬਾਣੀ 6 ਪੌੜੀਆਂ ਪੜ੍ਹਨ ਦੀ ਗੱਲ ਆਈ ਹੈ। ਇਹ 1935 ਤੋਂ ਬਾਅਦ ਸਿੱਖ ਰਹਿਤ ਮਰਿਆਦਾ। ਪਰ ਮੇਰਾ ਕੁਐਸਚਨ ਹੈ ਕਿ ਇਹ ਕਦੋਂ ਹਿਸਟੋਰੀਕਲੀ ਜੇ ਕੋਈ ਆਪਾਂ, ਜਾਂ ਕਦੋਂ ਕਿਸ ਜਗ੍ਹਾ ਤੇ ਇਹ ਚੇਂਜ ਹੋਈ ਕਿ ਆਪਾਂ 6 ਪੌੜੀ ਵੀ ਪੜ੍ਹ ਲਈਏ ਜਾਂ 40 ਪੌੜੀਆਂ ਪੜ੍ਹੀਏ? ਇਹ ਕਦੋਂ ਇਹਦਾ ਸ਼ੁਰੂਆਤ ਹੋਈ? ਇਹਦੇ ਬਾਰੇ ਕੋਈ ਹਿਸਟੋਰੀਕਲ ਐਵੀਡੈਂਸ ਕੋਈ ਹੋਣ ਤਾਂ? ਹਾਂਜੀ ਮਨਪ੍ਰੀਤ ਸਿੰਘ ਜੀ, ਇਸ ਤਰ੍ਹਾਂ ਹੈ, ਮੈਂ ਇਹ ਜਿਹੜਾ ਹਿਸਟਰੀ ਦਾ ਪਾਰਟ ਹੈ, ਮੈਂ ਇਹਦਾ ਜਵਾਬ ਨਹੀਂ ਦੇ ਸਕਦਾ, ਕਿਉਂਕਿ ਮੈਨੂੰ ਲੱਗਦਾ ਨਹੀਂ ਕਿ ਇਹ ਕਿਤੇ ਰਿਕਾਰਡਡ ਹੋਏਗਾ। ਪਰ ਫਿਰ ਵੀ ਸਾਡੇ ਜਿਹੜੇ ਇਤਿਹਾਸ ਦੇ ਵਿੱਚ ਜ਼ਿਆਦਾ ਖੋਜ ਮਤਲਬ ਬਿਰਤੀ ਰੱਖਣ ਵਾਲੇ ਨੇ, ਉਹ ਇਹਦੇ ਬਾਰੇ ਵਿਚਾਰ ਜ਼ਰੂਰ ਕਰ ਲੈਣ। ਮੈਂ ਬੇਨਤੀ ਕਰਦਾ, ਨੋਟ ਕਰ ਲਓ ਜੀ। ਪਰ ਇਹ ਜੋ ਕੀਤਾ ਗਿਆ ਨਾ ਜੀ ਮਨਪ੍ਰੀਤ ਸਿੰਘ ਜੀ, ਇਸ ਤੋਂ ਵਧੀਆ ਗੱਲ ਕੋਈ ਹੋ ਨਹੀਂ ਸਕਦੀ। ਸਾਡੇ ਆਨੰਦ ਕਾਰਜ ਹੁੰਦਾ ਹੈ ਤੇ ਅਸੀਂ ਕਹਿ ਦਿੰਦੇ ਆ, ਤੇ ਅਰਥ ਆਨੰਦ ਦਾ ਅਰਥ ਇਹ ਲੈ ਲੈਂਦੇ ਆ ਕਿ ਚੂੰਕਿ ਖੁਸ਼ੀ ਦਾ ਮੌਕਾ ਹੈ ਤੇ ਇਸ ਕਰਕੇ ਇਹਨੂੰ ਆਨੰਦ ਕਾਰਜ ਕਹਿ ਦਿੱਤਾ ਗਿਆ। ਪਰ ਇਹ ਆਨੰਦ ਜੋ ਸ਼ਬਦ ਹੈ ਉਹ ਇਸ ਤਰ੍ਹਾਂ ਬਣਿਆ ਹੈ ਕਿ ਜਦੋਂ ਲਾਵਾਂ ਦਾ ਪਾਠ ਕੀਤਾ ਜਾਂਦਾ ਹੈ, ਜਾਂ ਕਈ ਵਿਦਵਾਨਾਂ ਦੇ ਵਿਚਾਰਾਂ ਦੇ ਮੁਤਾਬਕ ਲਾਵਾਂ ਤੋਂ ਪਹਿਲਾਂ ਕਈ ਵਾਰੀ ਮੂਲ ਮੰਤਰ ਦਾ ਪਾਠ ਵੀ ਕੀਤਾ ਜਾਂਦਾ ਸੀ, ਜਾਂ ਜਪਜੀ ਸਾਹਿਬ ਦਾ, ਕਿਸੇ ਵੀ ਬਾਣੀ ਦਾ ਚਲੋ ਪਾਠ ਕੀਤਾ ਜਾਂਦਾ ਸੀ। ਤੇ ਭੋਗ ਪਾਉਣ ਲੱਗਿਆ ਜਦੋਂ ਇਹ ਸੈਰੇਮਨੀ ਸਾਡੀ ਜਿਹੜੀ ਸੰਸਕਾਰ ਹੈ ਉਹ ਕੰਪਲੀਟ ਹੋ ਜਾਂਦਾ ਹੈ, ਤੇ ਉਸ ਤੋਂ ਬਾਅਦ ਇਮੀਡੀਏਟਲੀ ਰਹਿਤ ਮਰਿਆਦਾ ਵਿੱਚ ਵੀ ਸਾਨੂੰ ਹੁਕਮ ਹੈ, ਔਰ ਪੁਰਾਣੀ ਟ੍ਰੈਡੀਸ਼ਨ ਵੀ ਇਹੀ ਸੀ, ਨਾਲ ਦੇ ਨਾਲ ਆਨੰਦ ਸਾਹਿਬ ਪੜ੍ਹ ਦਿੱਤਾ ਜਾਂਦਾ ਸੀ। ਤਾਂ ਜਦੋਂ ਕਿਸੇ ਨੂੰ ਕਹਿਣਾ ਹੋਣਾ ਬਈ ਤੇਰੇ ਹੁਣ ਵਿਆਹ ਕਰਨਾ ਹੈ, ਤੇ ਉਹਨੇ ਕਿਹਾ ਆ ਤੇਰੇ ਆਨੰਦ ਪੜ੍ਹਾ ਦੇ। ਤਾਂ ਇਸ ਤਰ੍ਹਾਂ ਇਹ ਆਨੰਦ ਕਾਰਜ ਜਿਹੜਾ ਨਾਮ ਹੈ ਉਹ ਆਨੰਦ ਸਾਹਿਬ ਤੋਂ ਹੀ ਬਣਿਆ ਹੈ। ਔਰ ਸਤਿਗੁਰੂ ਜੀ ਨੇ ਕਿੰਨੀ ਮਤਲਬ ਖੂਬਸੂਰਤ ਗੱਲ ਕੀਤੀ ਹੈ ਕਿ ਜਦੋਂ ਸਾਡਾ ਭੋਗ ਪੈਣਾ ਨਾ, ਤੇ ਉਦੋਂ ਵੀ ਇਹੀ ਆਨੰਦ ਪੜਿਆ ਜਾਣਾ, ਤੇ ਹੈ ਤਾਂ ਉਹ ਵੀ ਆਨੰਦ ਕਾਰਜ ਹੀ ਹੈ ਨਾ ਸਾਡਾ। ਇੱਕ ਗੁਰਮਤ ਦੇ ਵਿੱਚ ਸੁੱਖ ਤੇ ਖੁਸ਼ੀ ਤੇ ਗਮੀ ਦੇ ਵਿੱਚ ਫਰਕ ਮਿਟਾ ਰਿਹਾ ਹੈ ਆਨੰਦ। ਇਹ ਜੋ ਬਾਣੀ ਦਾ ਅਸੀਂ ਪਾਠ ਕਰਦੇ ਹਾਂ, ਇਹ 40 ਤੋਂ 6 ਹੋਈਆਂ, 6 ਤੋਂ 40 ਕਰਨੀਆਂ ਨੇ, ਨਹੀਂ ਕਰਨੀਆਂ, ਇਹ ਇੱਕ ਵੱਖਰਾ ਮਸਲਾ ਹੈ। ਪਰ ਮੈਂ ਕਹਿੰਦਾ ਸਤਿਗੁਰੂ ਜੀ ਨੇ ਤੇ ਸਾਡੀ ਕੌਮ ਨੇ ਰਹਿਤ ਮਰਿਆਦਾ ਦੇ ਰਾਹੀਂ ਸਾਨੂੰ ਇੱਕ ਕਿੰਨੀ ਖੂਬਸੂਰਤ ਚੀਜ਼ ਦਿੱਤੀ ਹੈ। ਹਰ ਧਰਮ ਦੇ ਵਿੱਚ ਜਨਮ ਦੇ ਸਮੇਂ ਹੋਰ ਪਾਠ ਕੀਤੇ ਜਾਂਦੇ ਹਨ, ਮੌਤ ਦੇ ਸਮੇਂ ਹੋਰ ਕੀਤੇ ਜਾਂਦੇ ਹਨ, ਕੋਈ ਸੰਸਕਾਰ ਕਰਨ ਦੇ ਸਮੇਂ ਤੇ ਹੋਰ ਮੰਤਰ ਪੜ੍ਹੇ ਜਾਂਦੇ ਹਨ, ਜਦੋਂ ਆਪਣਾ ਦਫਨਾਇਆ ਜਾਂਦਾ ਹੈ ਕਬਰ ਦੇ ਵਿੱਚ ਉਦੋਂ ਹੋਰ ਮੰਤਰ ਪੜ੍ਹੇ ਜਾਂਦੇ ਹਨ, ਕੁਰਾਨ ਦੇ ਪਾਠ ਕੀਤੇ ਜਾਂਦੇ ਹਨ, ਵਿਆਹ ਦੇ ਵੇਲੇ ਕੁਝ ਹੋਰ ਕੀਤਾ ਜਾਂਦਾ ਹੈ। ਕੈਸੀ ਕਮਾਲ ਦੀ ਗੱਲ ਹੈ, ਸਤਿਗੁਰੂ ਜੀ ਨੇ ਸਾਨੂੰ ਪ੍ਰੈਕਟੀਕਲੀ ਦੁੱਖ ਸੁੱਖ ਉਹ ਦੋਨੋਂ ਸਮਕਰ ਜਾਣਨ ਵਾਲੀ ਸਿੱਖਿਆ ਜਿਹੜੀ ਦੇਣੀ ਹੈ, ਉਹ ਆਨੰਦ ਸਾਹਿਬ ਦੇ ਥਰੂ ਸਾਨੂੰ ਪ੍ਰੈਕਟੀਕਲੀ ਦ੍ਰਿੜ ਕਰਾਤੇ ਵੀ ਜੋ ਮਰਜ਼ੀ ਹੋ ਜਾਏ ਸਾਡੀ ਜ਼ਿੰਦਗੀ ਵਿੱਚ ਆਨੰਦ ਸਾਹਿਬ ਹੀ ਹੈ। ਇਹ ਆਨੰਦ ਹੀ ਹੈ ਸਾਡੀ ਜ਼ਿੰਦਗੀ, ਅਸੀਂ ਆਨੰਦ ਦੇ ਵਿੱਚ ਹੀ ਬਿਤਾਉਣੀ ਹੈ। ਇਕੁਏਟ ਕਰ ਦਿੱਤਾ ਹਰ ਚੀਜ਼ ਨੂੰ, ਖੁਸ਼ੀ ਨੂੰ, ਗਮ ਨੂੰ, ਘਾਟੇ ਨੂੰ, ਵਾਧੇ ਨੂੰ, ਕਿਸੇ ਚੀਜ਼ ਵਿੱਚ ਕੋਈ ਫਰਕ ਰੱਖਿਆ ਹੀ ਕੋਈ ਨਹੀਂ ਸਤਿਗੁਰਾਂ ਨੇ। ਤੋ ਇਹ ਇੱਕ ਬੜੀ ਖੂਬਸੂਰਤ ਚੀਜ਼ ਹੈ ਆਨੰਦ ਸਾਹਿਬ ਦਾ ਜਿਹੜਾ ਪਾਠ ਕੀਤਾ ਜਾਂਦਾ ਹੈ। 6 ਪੌੜੀਆਂ ਕਦੋਂ ਹੋਈਆਂ ਇਹਦਾ ਤੁਹਾਨੂੰ ਹੋਏਗਾ, ਪਰ ਮੈਂ ਤੇ ਸਮਝਦਾ ਆਪਣੇ ਆਪ ਵਿੱਚ ਇੰਨੀ ਖੂਬਸੂਰਤ ਗੱਲ ਹੈ ਕਿ ਸਾਡਾ ਵਿਚਾਰ ਇੱਧਰ ਜਾਣਾ ਹੀ ਨਹੀਂ ਚਾਹੀਦਾ ਕਿ ਅਸੀਂ 6 ਕਿਉਂ ਪੜ੍ਹਦੇ ਹਾਂ ਤੇ 40 ਕਿਉਂ ਨਹੀਂ ਪੜ੍ਹਦੇ, ਜਾਂ ਕਦੋਂ ਤੋਂ ਪੜ੍ਹਨੀਆਂ ਸ਼ੁਰੂ ਕੀਤੀਆਂ। ਮੇਰੇ ਦਿਮਾਗ ਵਿੱਚ ਤਾਂ ਕਦੀ ਇਹ ਗੱਲ ਆਈ ਨਹੀਂ। ਬਾਕੀ ਇਹ ਸਵਾਲ ਨੋਟ ਕਰ ਲਓ ਜੀ, ਜੋ ਗਿਆਨ ਹੋਏਗਾ ਆਪਣਾ ਸਾਰਿਆਂ ਦਾ ਗਿਆਨ ਉਹਦੇ ਚ ਵਾਧਾ ਹੋ ਜਾਏਗਾ। ਜੀ ਵੈਸੇ ਇਹ ਸਵਾਲ ਆਲਰੇਡੀ ਅੱਗੇ ਆ ਚੁੱਕਾ ਹੈ ਸਵਾਲ ਜਵਾਬ ਸੈਸ਼ਨ ਦੇ ਵਿੱਚ, ਤੇ ਸਰ ਮਨਮੋਹਨ ਸਿੰਘ ਜੀ ਨੇ ਮੇਰੇ ਖਿਆਲ ਇਹਦਾ ਜਵਾਬ ਉਦੋਂ ਬੜੀ ਡਿਟੇਲ ਦਿੱਤਾ ਵੀ ਸੀਗਾ, ਤੇ ਹੁਣ ਵੀ ਉਹਨਾਂ ਦਾ ਹੈਂਡ ਰੇਜ਼ ਹੈ, ਤੇ ਮੇਰੇ ਖਿਆਲ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਬਿਲਕੁਲ ਸੰਖੇਪ ਵਿੱਚ ਜਿਹੜੀ ਥੋੜੀ ਇਹਦੇ ਬਾਰੇ ਜਾਣਕਾਰੀ ਦੇ। ਜੀ ਵੀਰ ਜੀ, ਧੰਨਵਾਦ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਵੀਰ ਜੀ ਨੇ ਕਾਫੀ ਹੱਦ ਤੱਕ ਜੋ ਜਵਾਬ ਹੈ ਵੀਰ MP ਸਿੰਘ ਜੀ ਨੇ ਕਵਰ ਕਰ ਹੀ ਲਿਆ ਹੈ। ਇਸ ਵਿੱਚ ਮੈਂ ਇਹੋ ਬੇਨਤੀ ਕਰਾਂਗਾ ਜੀ ਕਿ ਜਦੋਂ 1935 ਦੇ ਵਿੱਚ ਸਾਡੀ ਰਹਿਤ ਮਰਿਆਦਾ ਬਣੀ ਨਾ, ਤੇ ਉਸ ਵੇਲੇ ਪੰਥਕ ਬਹੁਤ ਜਥੇਬੰਦੀਆਂ ਜਿਹੜੀਆਂ ਸਨ ਉਹ ਇਕੱਠੀਆਂ ਹੋਈਆਂ ਨੇ। ਵੀਰ ਸੁਰਿੰਦਰ ਸਿੰਘ ਜੀ ਪ੍ਰਿੰਸੀਪਲ ਸਾਹਿਬ ਨੇ ਡਿਟੇਲ ਦੇ ਵਿੱਚ
ਸਿੱਖ ਰਹਿਤ ਮਰਿਆਦਾ ਦੇ ਉੱਤੇ 2 ਲੈਕਚਰ ਜੋ ਨੇ ਉਹ ਇਕਬਾਣੀ ਚੈਨਲ ਤੇ ਕੀਤੇ ਨੇ ਤੇ ਉਹਦੇ ਵਿੱਚ ਇਹ ਨਹੀਂ ਕਿ 1935 ਦੇ ਵਿੱਚ ਹੀ ਅਗਰ ਕਾਰਜ ਸ਼ੁਰੂ ਹੋਇਆ ਤੇ 1935 ਚ ਹੀ ਖਤਮ ਹੋ ਗਿਆ। ਪਤਾ ਨਹੀਂ ਇਹਦੇ ਉੱਤੇ 40 ਸਾਲ ਦਾ ਸਮਾਂ ਲਗਾ, 35 ਸਾਲ ਦਾ ਸਮਾਂ ਲਗਾ, 30 ਸਾਲ ਦਾ ਸਮਾਂ ਲਗਾ। ਤੇ ਉਸ ਵੇਲੇ ਜਿਹੜੇ ਸਾਡੇ ਜਥੇਬੰਦੀਆਂ ਦੇ ਧਾਰਮਿਕ ਆਗੂ ਜਿਹੜੇ ਸੀਗੇ ਵੱਡੇ ਵੱਡੇ ਔਰ ਜੋ ਲੋਕੀ ਧਰਮ ਦਾ ਦਰਦ ਰੱਖਣ ਵਾਲੇ ਜੀਵਨ ਪੱਖੋਂ ਸੁਚੇਤ ਲੋਕੀ ਹੁੰਦੇ ਸੀ, ਉਹੀਓ ਜਥੇਬੰਦੀਆਂ ਬਣਾਉਂਦੇ ਸੀ ਤੇ ਉਹੀਓ ਜਥੇਬੰਦੀਆਂ ਦੇ ਜਾਂ ਨੁਮਾਇੰਦੇ ਜਾਂ ਅਸੀਂ ਕਹਿ ਸਕਦੇ ਹਾਂ ਮੈਂਬਰ ਹੁੰਦੇ ਸਨ। ਤੇ ਮੈਂ ਇੱਕ ਬੇਨਤੀ ਉਸ ਦਿਨ ਵੀ ਜਵਾਬ ਵਿੱਚ ਕੀਤੀ ਸੀ ਕਿ ਰਹਿਤ ਮਰਿਆਦਾ ਦੇ ਅੰਦਰ 7 ਥਾਵਾਂ ਦੇ ਉੱਤੇ 6 ਪੌੜੀਆਂ ਆਨੰਦ ਸਾਹਿਬ ਹੀ ਪੜਨ ਦਾ ਜ਼ਿਕਰ ਕੀਤਾ ਗਿਆ ਹੈ। 7 ਥਾਵਾਂ ਦੇ ਉੱਤੇ, ਇੱਕ ਵਾਰ ਨਹੀਂ 7 ਵਾਰ ਇਸ ਦਾ ਜਿਹੜਾ ਜ਼ਿਕਰ ਹੈ। ਔਰ ਇਸ ਤੋਂ ਇਹ ਵੀ ਸਾਬਤ ਹੁੰਦਾ ਕਿ ਉਹ ਜਿੰਨੀਆਂ ਜਥੇਬੰਦੀਆਂ ਦੇ ਉਸ ਵੇਲੇ ਮਨਮੋਹਨ ਸਿੰਘ ਜੀ ਅਨਮਿਊਟ ਕਰ ਲਓ ਪਲੀਜ਼, ਤੁਸੀਂ ਮਿਊਟ ਹੋ ਗਏ ਹੋ। ਨਾ ਕੀਤਾ ਜਾਂਦਾ ਦੇਖਿਆ ਹੋਣਾ। ਸੋ ਸਭ ਤੋਂ ਸੁਟੇਬਲ ਜੋ ਜਵਾਬ ਵੀਰ ਜੀ ਨੇ ਦੇ ਦਿੱਤਾ ਹੈ ਕਿ ਸਾਡੇ ਉੱਤੇ ਸਤਿਗੁਰਾਂ ਨੇ ਐਸੀ ਬਖਸ਼ਿਸ਼ ਕੀਤੀ ਕਿ ਕਿਸੇ ਦੇ ਘਰ ਦੇ ਅੰਦਰ ਜਿਸ ਨੂੰ ਦੁਨਿਆਵੀ ਤੌਰ ਦੇ ਉੱਤੇ ਗਮੀ ਜਾਂ ਸ਼ੋਕ ਕਿਹਾ ਜਾਂਦਾ ਹੈ, ਸ਼ੋਕ ਕਿਹਾ ਜਾਂਦਾ, ਹਾਲਾ ਗੁਰਮਤਿ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੀ, ਉੱਥੇ ਵੀ ਅਸੀਂ ਜਦੋਂ ਦੀਵਾਨ ਦੀ ਸਮਾਪਤੀ ਹੈ ਤੇ ਉੱਥੇ ਆਨੰਦ ਹੀ ਪੜਿਆ ਜਾਂਦਾ ਹੈ ਕਿ ਸਿੱਖ ਦਾ ਜਾਂ ਸੁਖ ਦੇ ਤਾਂ ਤੁਝੈ ਆਰਾਧਨੀ, ਦੁੱਖ ਪੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ ਦੀ ਜੋ ਅਵਸਥਾ ਹੈ, ਜੋ ਨਰ ਦੁੱਖ में दुख नहीं माना है, सुख स्नेह भै नहीं जांका है, कंचर माटी माना है। ये जो है प्रैक्टिकली साडे जीवन विच है कि मैं एक निक्की जी मिसाल दे के समाप्ति करांगा कि किसी दा नौजवान इक्को एक बच्चा भी जे कदे चढ़ाई कर गया, अकाल चलाना कर गया ते ओदे घर दे अंदर आनंद जो है पढ़िया जाता है। भाव वो उस वेले उस रजा नूं भी आनंदित होके मनदा है। ਇਹ ਬਹੁਤ ਵੱਡੀ ਜੋ ਹੈ ਸਾਡੇ ਉੱਤੇ ਸਤਿਗੁਰਾਂ ਦੀ ਕਿਰਪਾ ਸੀ। ਤੇ ਮੈਂ ਬੇਨਤੀ ਇਹ ਕਰ ਦਿੱਤੀ ਕਿ ਪੁਰਾਤਨ ਚਲਦੀ ਆ ਰਹੀ ਸੀ। ਅਗਰ 1935 ਦੇ ਅੰਦਰ ਇਹ ਮਰਿਆਦਾ ਸਾਡੀ ਲਾਗੂ ਹੋਈ ਹੈ, 20-25 ਸਾਲੇ ਦੇ ਉੱਤੇ ਕੰਮ ਹੋਇਆ ਹੈ, ਉਹ ਜਿਹੜੇ ਪਹਿਲੇ ਜਥੇਬੰਦੀਆਂ ਦੇ ਬਜ਼ੁਰਗ ਲੋਕੀ ਸਨ ਉਹਨਾਂ ਨੇ ਆਪਣੀਆਂ ਅੱਖਾਂ ਦੇ ਨਾਲ ਇਸ ਨੂੰ ਦੇਖਿਆ ਹੈ। ਤੇ ਇਹਦਾ ਮਤਲਬ ਕਿ ਇਹ 150-200 ਸਾਲ ਪਹਿਲਾਂ ਤੋਂ ਮਰਿਆਦਾ ਹੈ ਤੇ ਉਹਨਾਂ ਦੇ ਪੁਰਾਣੀਆਂ ਬਜ਼ੁਰਗਾਂ ਨੇ ਵੀ ਇਸ ਚੀਜ਼ ਨੂੰ ਆਪ ਜ਼ਰੂਰ ਅੱਖਾਂ ਦੇ ਨਾਲ ਦੇਖਿਆ ਹੋਵੇਗਾ। ਸੋ ਸ਼ਾਇਦ ਬਾਣੀ ਲੰਬੇਰੀ ਹੋਣ ਦੇ ਕਾਰਨ ਇਹਨੂੰ ਜ਼ਰੂਰੀ ਸਮਝ ਕੇ ਪੁਰਾਤਨ ਤੌਰ ਦੇ ਉੱਤੇ ਫੈਸਲਾ ਜੋ ਹੈ ਕੀਤਾ ਗਿਆ ਹੋਵੇ ਕਿ ਭਈ ਇਹਦੀਆਂ 6 ਹੀ ਪੌੜੀਆਂ ਪੜਨੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਸੋ ਸਮਾਂ ਕਾਫੀ ਹੋ ਗਿਆ ਹੈ। ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵੀਰ ਪ੍ਰਭ ਕੀਰਤਨ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਇੱਕ ਹੈਂਡ ਰੇਜ਼ ਹੋਇਆ ਪ੍ਰੀਤੀ ਜੀ ਦਾ। ਪ੍ਰੀਤੀ ਆਲੂਵਾਲੀਆ ਜੀ ਪਲੀਜ਼ ਸੰਖੇਪ ਵਿੱਚ ਆਪਣੀ ਗੱਲ ਕਰ ਲਓ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਸਟ ਆਫ ਆਲ ਥੈਂਕ ਯੂ ਸੋ ਮਚ ਪ੍ਰਭ ਕੀਰਤਨ ਸਿੰਘ ਜੀ। ਤੁਸੀਂ ਇੰਨੀ ਬਾਣੀ ਜਿਹੜੀ ਸਰਲ ਪੜ੍ਹਨ ਨੂੰ ਦਿਖਦੀ ਹੈ ਤੇ ਸੁਣਨ ਨੂੰ ਦਿਖਦੀ ਹੈ, ਉਸਦਾ ਇੰਨਾ ਸੋਹਣਾ ਐਂਡ ਡੀਪ ਮੀਨਿੰਗ ਸਾਨੂੰ brought it to the forefront ਕਿ the ਬਾਣੀ ਦੀ ਕਿੰਨੀ ਡੀਪ ਐਂਡ ਕਿੰਨੀ ਕਨੈਕਸ਼ਨ ਹੈਗੀ ਹੈ ਸਿੱਖ ਲਾਈਫ ਵਿੱਚ। ਸੋ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ। I wanted to take you back to ਪੌੜੀ 26 ਜੀ, ਜਿੱਥੇ ਹੈਗੀ ਜੀ ਸਿਮਰਤ ਸਾਸਤ ਪੁਨ ਪਾਪ ਵਿਚਾਰੀਏ, ਤੱਤੇ ਸਾਰ ਨਾ ਜਾਣੀ, ਤੱਤੇ ਸਾਰ ਨਾ ਜਾਣੀ। And then question is about the word ਤੱਤੇ ਜੀ। ਇਹਨੂੰ ਤੁਸੀਂ ਫਿਰ ਤੋਂ ਸਾਨੂੰ describe ਕਰੋਗੇ ਜੀ। ਤੱਤੇ ਸਾਰ ਨਾ ਜਾਣੀ, and ਗੁਰੂ ਜੀ in the end of the ਪੌੜੀ also say ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅੰਦਨ ਹਰ ਲਿਵ ਲਾਗੇ। Like he starts with that question and answers। ਤੁਸੀਂ ਇੱਕ ਤੋਂ ਫਿਰ ਸਾਨੂੰ ਦੱਸੋਗੇ ਕਿ ਤੱਤੇ means ਉਹਦਾ ਕੀ ਭਾਵ ਜਾਂ ਮੀਨਿੰਗ ਕੀ ਹੋਇਆ ਤੇ ਉਸ ਤੋਂ ਅਸੀਂ ਕੀ ਭਾਵ ਲੈਣਾ ਹੈ ਜੀ, ਉਹ ਦੱਸੋਗੇ ਜੀ ਪਲੀਜ਼। प्लीज अनम्यूट कर लो। जो है ये तत्व वस्तु दी गल ही है। I'm sorry, कीर्तन जी फिर साउंड खराब हो गई, ਤੁਹਾਡੇ ਕਨੈਕਸ਼ਨ 'ਚ ਪ੍ਰੋਬਲਮ ਆ ਗਈ ਦੁਬਾਰਾ। कीर्तन जी आवाज नहीं आ रही। हाँ जी, बाकी मैं इस तरह मैं ऑफ हैंड हेलो मैं प्रीति जी ਨੂੰ ਰਿਕੁਐਸਟ ਕਰਾਂਗਾ ਜੀ ਕਿ ਤੁਸੀਂ ਨਾ ਤੁਹਾਡਾ ਕੁਐਸਚਨ ਡਿਫਰੈਂਟ ਵੱਖਰਾ ਨੋਟ ਕਰ ਲੈਂਦੇ ਆ ਤੇ ਵੀਲ ਟੇਕ ਇਟ ਅਪ ਔਨ ਸਮ ਮੰਡੇ। ਸ਼ੋਰ ਜੀ, ਥੈਂਕ ਯੂ ਸੋ ਮਚ। ਕੋਈ ਗੱਲ ਨਹੀਂ ਜੀ, ਥੈਂਕ ਯੂ, ਧੰਨਵਾਦ ਪ੍ਰਭਕੀਰਤ ਸਿੰਘ ਜੀ। तो सब दा संगत का भी बहुत बहुत धन्यवाद जी। तो समा हो गया तो आज क्लास की समाप्ति करते हैं।
ਤੇ ਵੀ ਰਾਜਾ ਸਿੰਘ ਜੀ ਨੂੰ ਰਿਕੁਐਸਟ ਕਰਾਂਗਾ ਜੀ ਇਹ 27ਵੀਂ ਪੌੜੀ ਦੀ ਐਕਸਪਲੇਨੇਸ਼ਨ ਵਾਸਤੇ ਇੱਕ ਕੁਐਸਚਨ ਪਲੀਜ਼ ਨੋਟ ਕਰ ਲੈਣਗੇ। ਤੋ ਅੱਜ ਦੀ ਕਲਾਸ ਦੀ ਇੱਥੇ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।